ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ, ਇਸ ਚੈਨਲ ਤੇ ਤਿਆਰੀ ਕਰ ਰਹੇ ਹਾਂ ਰਾਜੇ ਪੰਜਾਬੀ ਗ੍ਰਾਮਰ ਦੀ, ਪੰਜਾਬ ਜੀਕੇ, ਕੰਪਿਊਟਰ ਪੇਪਰ ਏ, ਪੋਲਿਟੀ ਤੇ ਕਰੰਟ ਅਫੇਅਰ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਦੇ ਵਿੱਚ। ਅੱਜ ਇੱਕ ਪੇਪਰ ਸੋਲਵ ਕਰਾਉਣ ਜਾ ਰਹੇ ਹਾਂ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਵੀ ਪੇਪਰ ਏ ਜਿਹੜਾ ਹੈਗਾ ਕੁਆਲੀਫਾਈ ਜਿਹੜਾ ਆਪਾਂ ਕਰਨਾ ਪੰਜਾਬੀ ਦਾ, ਉਹ ਡੇ ਬਾਏ ਡੇ ਉਹਦਾ ਲੈਵਲ ਬਹੁਤ ਅਪ ਹੋ ਰਿਹਾ ਹੈ। ਤੇ ਅੱਜ ਦਾ ਪੇਪਰ ਤੁਸੀਂ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਆ ਵੀ ਆਉਣ ਵਾਲਾ ਜਿਹੜਾ ਪੇਪਰ ਸੀਨੀਅਰ ਅਸਿਸਟੈਂਟ ਦਾ ਹੋਊਗਾ ਜਾਂ ਫਿਰ ਅੱਗੇ ਐਕਸਾਈਜ਼ ਦਾ ਹੋਊਗਾ ਜਾਂ ਪਟਵਾਰੀ ਦਾ ਹੋਊਗਾ, ਉਹਦਾ ਲੈਵਲ ਕੀ ਰਹੂਗਾ। ਤਾਂ ਸ਼ੁਰੂ ਕਰਦੇ ਆ। ਅੱਜ ਪੇਪਰ ਹੋਇਆ ਸੀਗਾ PSSS ਬੋਰਡ ਵੱਲੋਂ, ਇਹ ਐਗਰੀਕਲਚਰ ਇੰਸਪੈਕਟਰ ਦਾ ਪੇਪਰ ਹੈ। ਇਹਨੂੰ ਬੜੇ ਧਿਆਨ ਦੇ ਨਾਲ ਸੋਲਵ ਕਰਨਾ, ਬੜਾ ਟ੍ਰਿਕੀ ਜਿਹਾ ਪੇਪਰ ਪਾਇਆ ਗਿਆ। ਮੈਂ ਇਕੱਲਾ ਪੇਪਰ ਇਹ ਸੋਲਵ ਕਰਵਾਉਂਗਾ। ਤਾਂ ਸ਼ੁਰੂ ਕਰਦੇ ਆ ਰਾਜੇ। ਸਭ ਤੋਂ ਪਹਿਲੇ ਕੁਐਸਚਨ ਵੱਲ ਵਧਦੇ ਆ ਆਪਾਂ। ਤਾਂ ਇਹ ਮੈਂ ਥੋੜਾ ਜਿਹਾ ਮਤਲਬ ਟਾਈਪ ਕਰਨ ਦਾ ਟਾਈਮ ਨਹੀਂ ਸੀਗਾ, ਤਾਂ ਪੇਪਰ ਦੀ PDF ਤੋਂ ਹੀ ਤੁਹਾਨੂੰ ਮੈਂ ਕੁਐਸਚਨ ਸੋਲਵ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਚਲੋ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਆ, ਪਹਿਲੇ ਪ੍ਰਸ਼ਨ ਵੱਲ ਵਧਦੇ ਆ ਆਪਾਂ। ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈਗਾ ਵੀ ਹੇਠ ਲਿਖਿਆਂ ਵਿੱਚੋਂ ਕਿਸ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈ। ਤੇ ਆਪਾਂ ਸਭ ਨੂੰ ਪਤਾ, ਮੈਂ ਪੜਾਇਆ ਹੋਇਆ ਵੀ ਜਿਹੜਾ ਆਦਿ ਗ੍ਰੰਥ ਸਾਹਿਬ ਜੀ ਹੈ, ਠੀਕ ਹੈ ਜੀ, ਆਦਿ ਗ੍ਰੰਥ ਸਾਹਿਬ ਜੀ ਜਿਹੜੇ ਹੈਗੇ ਨੇ ਉਹਦੇ ਵਿੱਚ ਕੀ ਹੈ ਜੀ, ਆਪਣੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਹੈ। ਠੀਕ ਹੈ ਜੀ, ਪਹਿਲੇ ਪਾਤਸ਼ਾਹੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ, ਮੈਂ ਪਹਿਲੇ ਪਾਤਸ਼ਾਹੀ ਲਿਖ ਦਿੰਦਾ, ਪਹਿਲੀ ਪਾਤਸ਼ਾਹੀ, ਠੀਕ ਹੈ ਜੀ, ਦੂਜੇ ਪਾਤਸ਼ਾਹੀ, ਤੀਜੀ ਪਾਤਸ਼ਾਹੀ, ਠੀਕ ਹੈ ਜੀ, ਚੌਥੇ ਪਾਤਸ਼ਾਹੀ, ਠੀਕ ਹੈ ਜੀ, ਤੇ ਪੰਜਵੇਂ ਪਾਤਸ਼ਾਹੀ। ਠੀਕ ਹੈ, ਉਹਦੇ ਵਿੱਚ ਪੰਜ ਗੁਰੂ ਸਾਹਿਬਾਨ ਜੀ ਦੀ ਬਾਣੀ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਵੀ ਜਦੋਂ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੀ ਬਾਣੀ ਦਰਜ ਕਰਵਾਈ ਹੈ, ਯਾਨੀ ਕਿ ਨੌਵੇਂ ਪਾਤਸ਼ਾਹੀ, ਠੀਕ ਹੈ ਜੀ, ਨੌਵੇਂ ਪਾਤਸ਼ਾਹੀ ਜੀ ਦੀ ਬਾਣੀ ਦਰਜ ਕਰਵਾਈ ਗਈ ਸੀਗੀ, ਤਾਂ ਉਹ ਕਰਵਾਈ ਸੀਗੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਤਾਂ ਟੋਟਲ ਆਪਣੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, ਠੀਕ ਹੈ ਜੀ, 15 ਭਗਤਾਂ ਦੀ, 11 ਭੱਟਾਂ ਦੀ ਤੇ 4 ਗੁਰਸਿੱਖਾਂ ਦੀ ਬਾਣੀ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਹੁਣ ਇਹਨਾਂ ਨੇ ਪੁੱਛਿਆ ਸੀਗਾ ਵੀ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਦਰਜ ਨਹੀਂ ਹੈਗੀ। ਤੇ ਜੇ ਆਪਾਂ ਧਿਆਨ ਨਾਲ ਦੇਖਾਂਗੇ ਤਾਂ ਜਿਹੜੇ ਆਪਣੇ 6ਵੇਂ ਪਾਤਸ਼ਾਹ ਹੈਗੇ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਇਹਨਾਂ ਦੀ ਕੋਈ ਬਾਣੀ ਦਰਜ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅੱਜ ਦਾ ਪੇਪਰ ਬੜੇ ਮੈਂ ਮਤਲਬ ਕਿ ਠੰਡੇ ਸੁਭਾਅ ਨਾਲ ਕਰਵਾ ਰਿਹਾ। ਉਹਦਾ ਕਾਰਨ ਇਹ ਹੈ, ਪੇਪਰ ਨੂੰ ਇਸੇ ਤਰ੍ਹਾਂ ਹੀ ਕਰਨਾ, ਚਾਹੇ ਟਾਈਮ ਲੱਗ ਜੇ, ਕਾਹਲੀ ਨਹੀਂ ਕਰਨੀ ਗੀ, ਕਿਉਂਕਿ ਬਹੁਤ ਸਾਰੇ ਬੱਚੇ ਫੇਲ ਹੋਏ ਨੇ ਐਕਸਾਈਜ਼ ਦੇ ਵਿੱਚ। ਪੇਪਰ B ਉਹਨਾਂ ਦਾ ਕਲੀਅਰ ਸੀ, ਪੇਪਰ A ਦੇ ਵਿੱਚੋਂ ਇੱਕ ਦੇ ਕੁਐਸਚਨ ਤੋਂ ਮਾਰ ਪਈ ਹੈ। ਦੇਖਣ ਨੂੰ ਸੌਖਾ ਲੱਗਦਾ ਵੀ 50 ਚੋਂ 25 ਨੰਬਰ ਲੈਣੇ, ਪਰ ਔਖੇ ਨੇ। ਚਲੋ ਨੈਕਸਟ ਗੱਲ ਕਰਦੇ ਹਾਂ ਜੀ। ਆ ਸਾਰੀਆਂ ਵਾਰਾਂ ਮੈਂ ਤੁਹਾਨੂੰ ਕਰਵਾਈਆਂ ਹੋਈਆਂ ਵੀ ਕਿਹੜੀ ਕਿਹੜੀ ਵਾਰ ਕਿਹੜੀ ਧੁਨ ਦੇ ਉੱਪਰ ਗਾਈ ਜਾਂਦੀ ਹੈ। ਤਾਂ 9 ਧੁਨੀਆਂ ਨੇ, ਉਹ 9 ਧੁਨੀਆਂ ਤੁਸੀਂ ਪੜ੍ਹਨੀਆਂ ਜ਼ਰੂਰ ਹੈ। ਤੇ ਆਹ ਕੁਐਸਚਨ ਕਾਫੀ ਵਾਰੀ ਆ ਗਿਆ ਵੀ ਆਸਾਂ ਦੀ ਵਾਰ ਜਿਹੜੀ ਹੈਗੀ ਹੈ, ਇਹਨੂੰ ਕਿਹੜੀ ਧੁਨੀ ਦੇ ਉੱਪਰ ਗਾਇਨ ਦਾ ਆਦੇਸ਼ ਕੀਤਾ ਗਿਆ ਹੈ। ਇਹ ਰਾਜਿਆਂ ਦੀ ਮਹਿਮਾ ਦੇ ਨਾਲ ਮਤਲਬ ਕਿ ਰਿਲੇਟਡ ਨੇ। ਮਹਾਰਾਜ ਨੇ ਇਸ ਜਿਹੜੀਆਂ ਵਾਰਾਂ ਹੈਗੀਆਂ ਨੇ ਇਸੇ ਧੁਨੀਆਂ ਦੇ ਉੱਪਰ ਗਾਉਣ ਦਾ ਮਤਲਬ ਹੁਕਮ ਕੀਤਾ, ਬਾਣੀ ਨੂੰ ਇਸੇ ਤਰ੍ਹਾਂ ਹੀ ਗਾਉਣਾ ਹੈ। ਤਾਂ ਜਿਹੜੀ ਆਸਾਂ ਦੀ ਵਾਰ ਹੈਗੀ ਹੈ, ਉਹ ਟੁੰਡੇ ਅਸਰਾਜੇ ਕੀ ਧੁਨੀ, ਇਹ ਵਾਰ ਨਹੀਂ ਆਏਗਾ, ਟੁੰਡੇ ਅਸਰਾਜੇ ਕੀ ਧੁਨੀ ਦੇ ਉੱਪਰ ਗਾਉਣ ਦਾ ਆਦੇਸ਼ ਦਿੱਤਾ ਮਹਾਰਾਜ ਨੇ ਆਸਾਂ ਦੀ ਵਾਰ ਨੂੰ। ਠੀਕ ਹੈ ਜੀ, ਇੱਥੇ ਵਾਰ ਇਹਨਾਂ ਨੇ ਗਲਤ ਲਿਖਤਾ, ਚਲੋ ਕੋਈ ਗੱਲ ਨਹੀਂ, ਪਰ ਧੁਨੀ ਆਊਗਾ, ਟੁੰਡੇ ਅਸਰਾਜੇ ਦੀ ਧੁਨੀ ਦੇ ਉੱਪਰ ਗਾਉਣ ਦਾ ਆਦੇਸ਼ ਹੋਇਆ। ਤਾਂ ਇਹਦਾ ਆਨਸਰ ਕੀ ਬਣ ਜੂਗਾ ਜੀ, B ਬਣ ਜੂਗਾ। ਅਗਲਾ ਕੁਐਸਚਨ ਆ ਗਿਆ ਜੀ, ਅਖਾਣ ਤੇ ਮੁਹਾਵਰੇ ਕਾਫੀ ਪੁੱਛੇ ਜਾਂਦੇ ਆ। ਕਹਿੰਦਾ ਜੀ ਭੱਜਦਿਆਂ ਨੂੰ ਵਾਣ ਇੱਕੋ ਜਿਹੇ ਨੇ। ਇਹ ਆਪਾਂ ਅਕਸਰ ਬੋਲਦੇ ਆ ਜਦੋਂ ਕੋਈ ਮੰਨ ਲਓ ਤੁਹਾਡੇ ਨਾਲ ਕੋਈ ਪੰਗਾ ਲੈਂਦਾ ਤੇ ਆਪਾਂ ਕਹਿੰਦੇ ਕੋਈ ਗੱਲ ਨਹੀਂ ਪੁੱਤ, ਤੈਨੂੰ ਟੱਕਰਾਂਗੇ, ਭੱਜਦਿਆਂ ਨੂੰ ਵਾਣ ਇੱਕੋ ਜਿਹੇ ਨੇ। ਤਾਂ ਕਹਿਣ ਦਾ ਮਤਲਬ ਇੱਥੇ ਜਿਹੜੀ ਕਹਾਵਤ ਹੈਗੀ ਹੈ, ਇਸ ਕਹਾਵਤ ਦਾ ਮਤਲਬ ਹੈਗਾ ਇੱਥੇ B ਆਨਸਰ ਆਉਣਾ ਸੀ ਕਿ ਜਿਹੜੀਆਂ ਲੜਨ ਵਾਲੀਆਂ ਧਿਰਾਂ ਹੁੰਦੀਆਂ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਆਪਾਂ ਕਹਿੰਦੇ ਆ ਭਾਈ ਲੜਾਈ ਦੇ ਵਿੱਚ ਕੁਝ ਨਹੀਂ ਪਿਆ, ਜੇ ਲੜੋਗੇ ਸਿਰ ਪਾੜੋਗੇ, ਸਰੀਰ ਦਾ ਨੁਕਸਾਨ ਵੀ ਦੋਨਾਂ ਤਰ੍ਹਾਂ ਦਾ ਹੋਊਗਾ, ਪੈਸੇ ਦਾ ਨੁਕਸਾਨ ਵੀ ਹੋਊਗਾ, ਕੋਰਟ ਕਚਹਿਰੀਆਂ ਧੱਕੇ ਖਾਓਗੇ, ਸਮੇਂ ਦਾ ਨੁਕਸਾਨ ਵੀ ਦੋਨੇ ਤਰ੍ਹਾਂ ਦਾ ਹੋਊਗਾ। ਤਾਂ ਲੜਨ ਵਾਲੀਆਂ ਧਿਰਾਂ ਨੂੰ ਸਮਝਾਉਣ ਲਈ ਕਿ ਲੜਾਈ ਜਾਂ ਭੇੜ ਵਿੱਚ ਦੋਵੇਂ ਤਰ੍ਹਾਂ ਦਾ ਇੱਕੋ ਜਿਹਾ ਨੁਕਸਾਨ ਹੁੰਦਾ ਹੈ। ਠੀਕ ਹੈ ਜੀ, ਤਾਂ ਬੋਲਦੇ ਆਪਾਂ ਭੱਜਦਿਆਂ ਨੂੰ ਵਾਣ ਇੱਕੋ ਜਿਹੇ ਨੇ। ਅੱਗੇ ਤੁਹਾਨੂੰ ਕੁਝ ਨਵੀਆਂ ਅਖਾਣ ਮੁਹਾਵਰੇ ਦੇਖਣ ਨੂੰ ਮਿਲਣਗੇ। ਨਹਾਉਣ ਨਹਾਉਣਾ ਤੇ ਗੰਗੇ ਨਹਾਉਣਾ ਤਾਂ ਤੇ ਗੰਗਾ, ਨਹੀਂ ਤਾਂ ਮੂੰਹ ਵੀ ਨਹੀਂ ਧੋਣਾ। ਤਾਂ ਇਹ ਅਖਾਣ ਦਾ ਭਾਵ ਪ੍ਰਗਟ ਕਰਨ ਲਈ ਕਿਸ ਮਤਲਬ ਜਿਹੜਾ ਇਹ ਅਖਾਣ ਹੈਗਾ ਇਹ ਕੀ ਭਾਵ ਪ੍ਰਗਟ ਕਰਦਾ ਹੈ। ਹੁਣ ਜਿਹੜਾ ਇਹ ਇੱਕ ਕੰਟਰੋਵਰਸੀ ਵਾਲਾ ਕੁਐਸਚਨ ਹੈ, ਇਹਦੇ ਵਿੱਚ A ਵੀ ਆਨਸਰ ਬਣ ਸਕਦਾ, C ਵੀ ਬਣ ਸਕਦਾ, ਕਿਉਂਕਿ ਇਹ ਅਖਾਣ ਮੈਂ ਵੀ ਪਹਿਲੀ ਵਾਰੀ ਪੜ੍ਹਿਆ। ਤਾਂ ਜਦੋਂ ਆਫੀਸ਼ੀਅਲੀ ਆਨਸਰ ਕੀ ਆਊਗੀ ਤੁਸੀਂ ਮੈਚ ਕਰ ਲਿਓ। ਵੈਸੇ ਜੋ ਮੇਰੇ ਹਿਸਾਬ ਨਾਲ ਬਣਦਾ ਇਹ ਬਣਦਾ A ਜਾਂ C 'ਚ ਇੱਕ ਬਣੂਗਾ। ਦੇਖੋ ਕਹਿੰਦਾ ਜਦੋਂ ਕੋਈ ਜਾਂ ਤਾਂ ਪਵਿੱਤਰ ਕੰਮ ਕਰੇ ਜਾਂ ਫਿਰ ਸਿਰੇ ਦਾ ਭ੍ਰਸ਼ਟ ਕੰਮਾਂ ਵਿੱਚ ਪੈ ਜਾਵੇ, ਤਾਂ ਇਹਦਾ ਸੇਮ ਜਾਂ ਮੀਨਿੰਗ ਬਣਦਾ। ਤਾਂ ਮੇਰੇ ਹਿਸਾਬ ਨਾਲ ਤਾਂ ਇਹੀ ਆਨਸਰ ਆਊਗਾ। ਬਾਕੀ ਜੇ ਆਪਾਂ C ਦੇਖੀਏ
ਵੀ ਜਦੋਂ ਕੋਈ ਮਹਾਨ ਕਾਰਜ ਕਰੇ ਜਾਂ ਚੁੱਪਚਾਪ ਹੱਥ ਤੇ ਹੱਥ ਧਰ ਕੇ ਬੈਠ ਜਾਵੇ, ਜਦੋਂ ਤਾਂ ਬਹੁਤ ਵੱਡਾ ਕੰਮ ਕਰੇ ਜਾਂ ਫਿਰ ਇੱਕਦਮ ਸ਼ਾਂਤ ਹੋ ਜਾਏ, ਉਹਨੂੰ ਕਹਿ ਦਿੰਦੇ ਆ ਵੀ ਨਹਾਉਣਾ ਤੇ ਗੰਗਾ, ਨਹੀਂ ਤਾਂ ਫਿਰ ਮੂੰਹ ਵੀ ਨਹੀਂ ਧੋਣਾਗਾ। ਤਾਂ A ਤੇ C ਚ ਦੋਨੇ ਬਣ ਸਕਦੇ ਆ। ਬਾਕੀ ਜਦੋਂ ਆਫੀਸ਼ੀਅਲ ਆਨਸਰ ਕੀ ਆਊਗੀ ਤਾਂ ਆਪਾਂ ਉਦੋਂ ਚੈੱਕ ਕਰ ਲਾਂਗੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਉਹ ਅਕਸਰ ਬੱਚੇ ਗਲਤ ਕਰਦੇ ਆ, ਉਹ ਮੈਂ ਬਹੁਤ ਵਾਰੀ ਕਰਵਾਇਆ ਬੱਚਿਆਂ ਨੂੰ ਵੀ ਗੁਰਬਾਣੀ ਦੇਖੋ, ਮੈਂ ਬਹੁਤ ਮਤਲਬ ਪਿੱਛੇ ਜੇ ਕੁਐਸਚਨ ਪਾਉਣ ਲੱਗ ਗਿਆ ਸੀਗਾ ਤੇ ਕਈ ਮੇਰੇ ਟੀਚਰ ਸਾਹਿਬਾਨ ਨੇ ਵੀ ਮੈਨੂੰ ਟਾਰਗੇਟ ਕੀਤਾ ਵੀ ਇਹ ਗੁਰਬਾਣੀ ਦੇ, ਚਲੋ ਉਹਨਾਂ ਨੇ ਵਰਡ ਜਿਹੜੇ ਬੋਲੇ ਮੈਂ ਨਹੀਂ ਬੋਲਣਾ ਚਾਹੁੰਦਾ ਵੀ ਗੁਰਬਾਣੀ ਦੇ ਮਗਰ ਪੈ ਗਏ। ਦੇਖੋ ਮੈਂ ਤਾਂ ਮਹਾਰਾਜ ਨੂੰ ਕਹਿਣਾ ਵੀ ਮਹਾਰਾਜ ਆਪਣੀ ਧੂੜ ਹੀ ਬਖਸ਼ ਦੇਣਾ, ਇਸ ਤਾਂ ਇੰਨੇ ਜੋਗੇ ਨਹੀਂ ਹੈਗੇ ਵੀ ਗੁਰਬਾਣੀ ਦੇ ਪਿੱਛੇ ਪੈ ਜਾਈਏ। ਗੁਰਬਾਣੀ ਸਾਨੂੰ ਆਪਣਾ ਓਟ ਆਸਰਾ ਦੇ ਦੇਵੇ, ਇੰਨਾ ਹੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਤਾਂ ਸਭ ਨੂੰ ਸਮੱਤ ਬਖਸ਼ਣ ਮਹਾਰਾਜ। ਤੇ ਆ ਜਿਹੜਾ ਪੰਜਵਾਂ ਕੁਐਸਚਨ ਹੈਗਾ, ਜੋਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਜਿਹੜੀ ਇਹ ਆਪਣੀ ਜਿਹੜੀ ਇਹ ਤੁਕ ਹੈਗੀ ਹੈ, ਇਹ ਗੁਰੂ ਮਹਾਰਾਜ ਆਪਣੇ ਪਹਿਲੇ ਪਾਤਸ਼ਾਹ, ਇੱਥੇ ਬੱਚੇ ਨਾ ਭਗਤ ਕਬੀਰ ਜੀ ਲਾ ਕੇ ਆਉਣਗੇ, ਤਾਂ ਹੀ ਮੈਂ ਕਹਿੰਦਾ ਮੈਂ ਵਾਲ ਤੇ ਨਾ ਕੁਐਸਚਨ ਪਾਉਂਦਾ ਰਹਿਣਾ। ਇਹ ਆਪਣੇ ਅਗਰ ਗੁਰੂ ਮਹਾਰਾਜ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਪਵਿੱਤਰ ਅੰਗ 1412 ਦੇ ਉੱਪਰ ਦਰਜ ਹੈ, ਠੀਕ ਹੈ ਜੀ। ਤੇ ਸ਼ਲੋਕ ਮਾਰੂ ਮਹੱਲੇ ਦੇ ਨੇ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਲੋਕ ਉਚਾਰੇ ਨੇ। ਤਾਂ ਇਹਦਾ ਜਿਹੜਾ ਰਾਈਟ ਆਨਸਰ ਬਣਨਾ ਸੀਗਾ ਉਹ ਤੁਹਾਡਾ C ਬਣਨਾ ਸੀਗਾ। ਅੱਗੇ ਗੱਲ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਵਾਰਾਂ। ਪਹਿਲੀ ਗੱਲ ਤਾਂ ਆਪਾਂ ਨੂੰ ਇਹ ਪਤਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ, ਜਿਹਦੇ ਵਿੱਚੋਂ ਜਿਹੜੀਆਂ 21 ਵਾਰਾਂ ਹੈਗੀਆਂ ਨੇ ਉਹ ਆਪਣੇ ਗੁਰੂ ਸਾਹਿਬ ਜੀ ਦੀਆਂ, ਤੇ ਇੱਕ ਵਾਰ ਹੈਗੀ ਆ ਸੱਤੇ ਤੇ ਬਲਵੰਡ। ਸੱਤਾ ਤੇ ਬਲਵੰਡ ਹੋਏ ਨੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਹੋਏ ਨੇ, ਠੀਕ ਹੈ ਜੀ। ਉਹ ਕੀਰਤਨ ਕਰਦੇ ਸੀਗੇ ਤੇ ਉਹਨਾਂ ਨੇ ਇੱਕ ਵਾਰ ਮਾਤਾ ਖੀਵੀ ਜੀ ਦੀ ਪ੍ਰਸ਼ੰਸਾ ਵਾਸਤੇ, ਕਿਉਂਕਿ ਮਾਤਾ ਖੀਵੀ ਜੀ ਨੇ ਆਪਣੇ ਲੰਗਰਾਂ ਦੇ ਵਿੱਚ ਖੀਰ ਚਲਾਈ ਸੀਗੀ। ਮਾਤਾ ਖੀਵੀ ਜੀ ਕੌਣ ਨੇ ਤੁਸੀਂ ਕਮੈਂਟ ਕਰਨਾ, ਤੁਹਾਨੂੰ ਮੈਂ ਪੜ੍ਹਾਇਆ ਹੋਇਆ। ਤੇ ਉਹ ਇੱਕ ਵਾਰ ਉਹਨਾਂ ਦੀ ਹੈ। ਹੁਣ ਟੋਟਲ 21 ਵਾਰਾਂ ਨੇ। ਥੋੜੀ ਜੀ ਮੈਂ ਡਿਟੇਲ ਦੱਸ ਦਿੰਦਾ, ਵੈਸੇ ਤਾਂ ਮੈਂ ਬਹੁਤ ਡਿਟੇਲ ਚ ਕਰਵਾਇਆ, ਬਾਕੀ ਜੇ ਕਿਸੇ ਨੇ ਬਹੁਤ ਡਿਟੇਲ ਚ ਪੜ੍ਹਨਾ ਤੁਸੀਂ ਮੇਰਾ ਕੋਰਸ ਲੈ ਸਕਦੇ ਹੋ। ਕੋਰਸ ਵਾਸਤੇ ਮੈਂ ਐਂਡ ਵਿੱਚ ਦੱਸਾਂਗਾ ਵੀ ਤੁਸੀਂ ਕੋਰਸ ਕਿਵੇਂ ਲੈ ਸਕਦੇ ਹੋ। ਤਾਂ ਜੇ ਮੈਂ ਟੋਟਲ ਵਾਰਾਂ ਦੀ ਗੱਲ ਕਰਾਂ ਰਾਜੇ, ਤਾਂ ਆਪਣੇ ਟੋਟਲ ਕਿੰਨੀਆਂ ਵਾਰਾਂ ਨੇ? ਆਪਣੀਆਂ ਟੋਟਲ ਹੈਗੀਆਂ ਨੇ ਰਾਜੇ ਆਪਣੀਆਂ 22 ਵਾਰਾਂ ਨੇ, ਜਿਹਦੇ ਵਿੱਚ 21 ਵਾਰਾਂ ਗੁਰੂ ਸਾਹਿਬ ਜੀ ਦੀਆਂ ਤੇ ਬਾਕੀ ਇੱਕ ਸੱਤੇ ਬਲਵੰਡ ਦੀ। ਜੇ ਮੈਂ ਪਹਿਲੀ ਪਾਤਸ਼ਾਹੀ ਦੀ ਗੱਲ ਕਰੂੰਗਾ, ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਾਂ, ਤਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ, ਤਾਂ ਇਹਨਾਂ ਦੀਆਂ ਕਿੰਨੀਆਂ ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ? ਇਹਨਾਂ ਦੀਆਂ 3 ਵਾਰਾਂ ਨੇ। ਉਸ ਤੋਂ ਬਾਅਦ ਅਗਰ ਮੈਂ ਗੱਲ ਕਰੂੰਗਾ ਤਾਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ, ਠੀਕ ਹੈ ਜੀ। ਲਿਖਾਈ ਥੋੜੀ ਜੀ ਮਾਫੀ ਚਾਹਣਾ ਵੀ ਅੱਜ ਮੈਂ ਆਪਣੀ ਸੀਟ ਤੇ ਨਹੀਂ ਹੈਗਾ, ਮੈਂ ਕਿਤੇ ਆਸੇ-ਪਾਸੇ ਬੈਠ ਕੇ ਵੀਡੀਓ ਬਣਾ ਰਿਹਾ। ਗੁਰੂ ਅਮਰਦਾਸ ਜੀ ਦੀਆਂ ਟੋਟਲ 4 ਵਾਰਾਂ ਨੇ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਜੀ ਦੀ ਗੱਲ ਕਰੀਏ, ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਗੱਲ ਕਰੀਏ, ਤਾਂ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਸਭ ਤੋਂ ਵੱਧ ਜਾਣੀ ਕਿ 8 ਵਾਰਾਂ ਨੇ। ਤੇ ਫਿਰ ਗੁਰੂ ਅਰਜਨ ਦੇਵ ਜੀ, ਠੀਕ ਹੈ ਜੀ। ਦੋਤਾ ਬਾਣੀ ਕਾ ਬਹੋਥਾ, ਬਹੋਥੇ ਦਾ ਮਤਲਬ ਹੁੰਦਾ ਜਹਾਜ਼, ਠੀਕ ਹੈ ਜੀ। ਇਹ ਕਿਹਨਾਂ ਦੇ ਦੋਤੇ ਸੀਗੇ? ਗੁਰੂ ਅਮਰਦਾਸ ਜੀ ਦੇ ਦੋਤੇ ਸੀਗੇ। ਉਹਨਾਂ ਨੇ ਵਰ ਦਿੱਤਾ ਸੀਗਾ ਵੀ ਇਹ ਬਾਣੀ ਦੇ ਜਹਾਜ਼ ਬਣਨਗੇ, ਤਾਂ ਬਾਣੀ ਦੇ ਜਹਾਜ਼ ਬਣੇ ਵੀ ਆ। ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਇਹਨਾਂ ਨੇ ਕਰਵਾਇਆ ਸੀਗਾ। ਤਾਂ ਗੁਰੂ ਅਰਜਨ ਦੇਵ ਜੀ ਦੀਆਂ 6 ਵਾਰਾਂ ਨੇ, ਤਾਂ ਟੋਟਲ 21 ਬਣਦੀਆਂ ਨੇ, ਤੇ ਇੱਕ ਸੱਤੇ ਬਲਵੰਡ ਦੀ ਤਾਂ ਟੋਟਲ 22 ਵਾਰਾਂ ਨੇ। ਇਹ ਨੋਟ ਕਰ ਲਿਓ ਰਾਜੇ, ਮੈਂ ਤੁਹਾਨੂੰ ਕਹਿੰਦਾ ਵੀ ਐਂ ਪੜ੍ਹਨਾ ਪਊਗਾ ਤੁਹਾਨੂੰ ਤੇ ਪੇਪਰ ਕਲੀਅਰ ਕਰਨਾ। ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਪੇਪਰ A ਕਲੀਅਰ ਕਰਨਾ। ਤਾਂ ਇੱਥੇ ਆਪਾਂ ਗੱਲ ਕਰੀਏ ਵੀ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਵਾਰਾਂ ਦੇ ਵਿੱਚ ਵੱਖ-ਵੱਖ ਰਾਗਾਂ ਵਿੱਚ ਲਿਖੀਆਂ। ਹੁਣ ਅੱਗੇ ਦੇਖੋ ਕਿੰਨੀ ਡਿਟੇਲ 'ਚ ਚਲੇ ਗਏ। ਹਰੇਕ ਵਾਰ ਜਿਹੜੀ ਹੈਗੀ ਆ ਉਹ ਅਲੱਗ-ਅਲੱਗ ਰਾਗ ਦੇ ਵਿੱਚ ਉਚਾਰੀ ਗਈ ਹੈ। ਹੁਣ ਤੁਹਾਨੂੰ ਰਾਗ ਵੀ ਯਾਦ ਕਰਨੇ ਪੈਣਗੇ, ਤਾਂ ਕੋਈ ਚੱਕਰ ਨਹੀਂ, ਰਾਗ ਮੈਂ ਤੁਹਾਨੂੰ ਕਰਵਾ ਦੂੰਗਾ। ਫਿਲਹਾਲ ਦੀ ਘੜੀ ਕਹਿੰਦਾ ਵੀ ਵੱਖ-ਵੱਖ ਰਾਗਾਂ ਦੇ ਵਿੱਚ ਲਿਖੀਆਂ ਕਿਹੜੀਆਂ ਵਾਰਾਂ ਦਾ ਸਮੂਹ ਗੁਰੂ ਰਾਮਦਾਸ ਜੀ ਨਾਲ ਸੰਬੰਧਿਤ ਹੈ। ਤਾਂ ਗੁਰੂ ਰਾਮਦਾਸ ਜੀ ਦੀਆਂ ਕਿੰਨੀਆਂ ਨੇ? 8 ਵਾਰਾਂ ਨੇ, ਤੇ ਆਪਾਂ ਨੂੰ 8 ਰਾਗ ਪੜ੍ਹਨੇ ਪੈਣਗੇ। ਹੁਣ ਤੁਹਾਨੂੰ ਮੈਂ ਵੈਸੇ ਦੱਸ ਦਿੰਦਾ, ਜਿਹੜੇ ਗੁਰੂ ਰਾਮਦਾਸ ਜੀ ਪਾਤਸ਼ਾਹ ਹੈਗੇ ਨੇ ਉਹਨਾਂ ਦੀ ਹੁਣ ਕਿਹੜੇ-ਕਿਹੜੇ ਮਤਲਬ ਕਿ ਰਾਗ ਦੇ ਵਿੱਚ ਹੈਗੀਆਂ ਨੇ, ਤੁਹਾਨੂੰ ਮੈਂ ਦੱਸ ਦਿੰਦਾ ਕਿਹੜੇ-ਕਿਹੜੇ ਰਾਗ ਨੇ। ਇੱਕ ਤਾਂ ਸ੍ਰੀ ਰਾਗ, ਠੀਕ ਹੈ ਜੀ। ਮੈਂ ਰਾਗ ਨਹੀਂ ਪਾ ਰਿਹਾ ਬੱਚੇ, ਸਿਰਫ ਨਾਮ ਪਾ ਰਿਹਾ। ਇੱਕ ਸ੍ਰੀ ਰਾਗ ਹੈ, ਇੱਕ ਗੌੜੀ ਰਾਗ ਹੈ, ਠੀਕ ਹੈ ਜੀ। ਇੱਕ ਬਿਹਾਗੜਾ, ਬਿਹਾਗੜਾ, ਤੇ ਇੱਕ ਹੈਗਾ ਜੀ ਵਡਹੰਸ ਰਾਗ। ਵਡਹੰਸ ਨੋਟ ਕਰਨਾ ਹੋਇਆ ਕਰ ਵੀ ਸਕਦੇ ਹੋ, ਬਾਕੀ ਡਿਟੇਲ ਮੈਂ ਦੇ ਦੂੰਗਾ। ਸੋਰਠ ਰਾਗ, ਠੀਕ ਹੈ ਜੀ। ਫਿਰ ਬਿਲਾਵਲ ਰਾਗ, ਠੀਕ ਹੈ ਜੀ, ਬਿਲਾਵਲ ਰਾਗ। ਫਿਰ ਸਾਰੰਗ, ਤੇ ਫਿਰ ਲਾਸਟ ਹੈਗਾ ਜੀ ਕਾਨੜਾ। ਇਹ ਮਹਾਰਾਜ ਦੀਆਂ ਵੱਖਰੀਆਂ ਵੱਖਰੀਆਂ ਵਾਰਾਂ ਜਿਹੜੀਆਂ ਹੈਗੀਆਂ 8 ਹੋ ਗਈਆਂ ਹੋਣਗੀਆਂ। 1 2 3 4 5 6 7 8, ਹਾਂ 8 ਵਾਰਾਂ ਨੇ ਤੇ 8 ਰਾਗ ਹੋ ਗਏ। ਹੁਣ ਅਗਰ ਇਹਨਾਂ ਨੇ ਪੁੱਛਿਆ ਵੀ ਕਿਹੜਾ ਸਮੂਹ ਹੈਗਾ, ਹੁਣ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਦੇਖੋ ਜਿਹੜਾ ਮਲਾਰ ਰਾਗ ਹੈਗਾ ਉਹ ਨਹੀਂ ਆਉਂਦਾ, ਇਸ ਕਰਕੇ ਇਹ ਆਨਸਰ ਨਹੀਂ ਬਣਦਾਗਾ ਆਪਣਾ, ਠੀਕ ਹੈ ਜੀ। ਨਾ ਇਹ B ਬਣਦਾ, ਨਾ ਇਹ D ਬਣਦਾ, ਤਾਂ ਇਹਦਾ ਆਨਸਰ ਬਣੂਗਾ ਜੀ C। ਤੁਸੀਂ ਚੈੱਕ ਕਰ ਸਕਦੇ ਹੋ, ਦੇਖੋ ਸ਼੍ਰੀ ਰਾਗ,
ठीक है जी। सिरी राग आ पहला पिया, फिर आप सोरठ राग की गल करिए, सोरठ राग भी पिया, बिलावल की गल करिए, बिलावल भी पिया, कानड़ा भी पिया। तो थानू अगे राग भी याद करने पैणगे। चलो घबराउण की जरूरत नहीं हैगी, आपां बैठे हैं, पॉजिटिव वाइब पंजाब तुहाडे नाल है, तो चिंता करने की जरूरत नहीं हैगी। ਅੱਗੇ ਆ ਗਿਆ ਜੀ, ਕਹਿੰਦੇ ਰਾਗ ਆਸਾ ਦੇ ਵਿੱਚ, ਆਸਾ ਦੀ ਵਾਰ ਦੀ ਰਾਗ ਦੇ ਵਿੱਚ ਸ਼ਲੋਕ ਆਉਂਦੇ ਆ। ਪਿੱਛੇ ਜੇ ਕੁਐਸਚਨ ਵੀ ਆ ਗਿਆ ਸੀ ਵੀ ਆਸਾ ਦੀ ਵਾਰ ਦੀ ਰਚਨਾ ਕਿਹਨੇ ਕੀਤੀ ਹੈ, ਤਾਂ ਆਪਾਂ ਨੂੰ ਵੈਸੇ ਗੁਰੂ ਨਾਨਕ ਸਾਹਿਬ ਪਤਾ ਹੈ, ਪਰ ਗੁਰੂ ਨਾਨਕ ਸਾਹਿਬ ਦੇ ਨਾਲ ਦੂਜੇ ਪਾਤਸ਼ਾਹ ਵੀ ਆਉਂਦੇ ਆ। ਕਿਹੜੇ ਪਾਤਸ਼ਾਹ? ਦੂਜੇ ਪਾਤਸ਼ਾਹ ਗੁਰੂ ਦਾ ਅੰਗ, ਯਾਨੀ ਕਿ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ, ਉਹਨਾਂ ਨੇ ਇੱਕ ਸ਼ਲੋਕ ਲਿਖੇ ਆ। ਕਹਿੰਦੇ ਜੀ ਸ਼ਲੋਕ ਜ਼ਰੂਰ ਸੁਣ ਕੇ ਜਾਇਓ, ਇਸ ਸ਼ਲੋਕ ਦਾ ਬਹੁਤ ਜ਼ਿਆਦਾ ਮਹੱਤਵ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ। ਕਹਿੰਦੇ ना मैं उत्ते गुरबाणी ते पेन नहीं चला सकता, ठीक है। कहते नाल ए आने दोस्ती कदे ना आवे रास। महाराज कहते भी जे कोई तुसी अनजान बंदे नाल दोस्ती करोगे ना, वो कदे तुहानू रास नहीं आ सकती। क्यों नहीं आ सकती? कहते जेहा जाने तेहा वरतै, जेहा जाने तेहो वरतै, वेखो कोई नरजास। कहते भी वो जिहड़ा आपां अगर अनजान बंदे नाल दोस्ती करांगे ना, ਤਾਂ ਅਣਜਾਣ ਬੰਦੇ ਨਾਲ ਦੋਸਤੀ ਕਰਾਂਗੇ ਤਾਂ ਉਹਦਾ ਰਵੱਈਆ ਉਹੋ ਜਿਹਾ ਰਹੂਗਾ, ਕਿਉਂਕਿ ਉਹ ਅਣਜਾਣ ਹੈ ਆਪਣੇ ਤੋਂ। ਤਾਂ ਜਿਹੋ ਜਿਹਾ ਮਤਲਬ ਉਹਦੀ ਸੋਚ ਹੋਊਗੀ, ਉਹ ਜਿਹਾ ਰਵੱਈਆ ਰਹੂਗਾ। ਵੈਸੇ ਜੇ ਦੇਖੀਏ ਇਹਦਾ ਅਗਰ ਅਧਿਆਤਮਿਕ ਮੀਨਿੰਗ ਦੇਖਾਂਗੇ ਤਾਂ ਇਹ ਮਨ ਨੂੰ ਕਹਿ ਰਹੇ ਆ, ਵੀ ਮਨ ਨੂੰ ਕਹਿ ਰਹੇ ਆ ਵੀ ਜਿਹੜਾ ਮਨ ਹੈਗਾ ਇਹ ਆਪਾਂ ਨੂੰ ਕਿਸੇ ਆਸੇ ਪਾਸੇ ਲੈ ਕੇ ਤੁਰਿਆ ਫਿਰਦਾ ਹੈ। ਪਰ ਜਿਹੜੀ ਮਨ ਨਾਲ ਦੋਸਤੀ ਕਦੋਂ ਹੋਊਗੀ? ਜੇ ਪ੍ਰਮਾਤਮਾ ਦਾ ਵਾਸ ਹੋਊਗਾ। ਤਾਂ ਅੱਗੇ ਜੇ ਪੂਰੀ ਆਪਾਂ ਅਗਰ ਸ਼ਲੋਕ ਉਚਾਰਾਂਗੇ ਨਾ, ਤਾਂ ਅੱਗੇ ਸ਼ਲੋਕ ਆਉਂਦਾ ਵੀ ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੈ, ਵੇਖੋ ਕੋ ਨਰਜਾਸ। ਅੱਗੇ ਮਹਾਰਾਜ ਕਹਿੰਦੇ ਹੈ ਵਸਤੂ ਅੰਦਰ ਵਸਤੂ ਸਮਾਵੈ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਕਹਿੰਦੇ ਵਸਤੂ ਅੰਦਰ ਵਸਤ ਤਾਂ ਸਮਾਊਗੀ ਜੇ ਪਹਿਲੀ ਵਸਤੂ ਬਾਹਰ ਕੱਢਾਂਗੇ। ਕਹਿਣ ਦਾ ਮਤਲਬ ਮਨ ਦੇ ਅੰਦਰ ਪਰਮਾਤਮਾ ਤਾਂ ਵਸੂਗਾ ਜੇ ਆਪਾਂ ਉਹਦੀ ਹਉਮੈ ਬਾਹਰ ਕੱਢਾਂਗੇ। ਤਾਂ ਮਹਾਰਾਜ ਸਮਝਾ ਰਹੇ ਨੇ, ਠੀਕ ਹੈ। ਅੱਗੇ ਮਹਾਰਾਜ ਕਹਿੰਦੇ ਆ ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੇ ਅਰਦਾਸ। ਕਹਿੰਦੇ ਵੀ ਮਹਾਰਾਜ ਅੱਗੇ ਤੁਸੀਂ ਹੁਕਮ ਨਹੀਂ ਚਲਾ ਸਕਦੇ, ਮਹਾਰਾਜ ਅੱਗੇ ਤਾਂ ਆਪਾਂ ਸਿਰਫ ਅਰਦਾਸ ਕਰ ਸਕਦੇ ਹਾਂ, ਖਸਮ ਅੱਗੇ ਕਦੇ ਆਪਾਂ ਹੁਕਮ ਨਹੀਂ ਚਲਾ ਸਕਦੇ। ਲਾਸਟ ਵਿੱਚ ਮਹਾਰਾਜ ਕਹਿੰਦੇ ਆ ਕੂੜ ਕਮਾਵੇ ਕੂੜੇ ਹੋਵੇ, ਨਾਨਕ ਸਿਫਤ ਵਿਗਾਸ। ਕਹਿੰਦੇ ਜੇ ਕੂੜ ਕਮਾਓਗੇ ਤਾਂ ਕੂੜ ਹੀ ਮਤਲਬ ਮਿਲਣਾ, ਕੂੜ ਮਤਲਬ ਮਾੜਾ ਕੰਮ ਕਰੋਗੇ ਤਾਂ ਮਾੜਾ ਨਤੀਜਾ ਮਿਲੂਗਾ। ਤੇ ਕਹਿੰਦੇ ਵੀ ਸਿਫਤ ਕਦੋਂ ਮਿਲੂਗੀ? ਜਦੋਂ ਉਸ ਪ੍ਰਮਾਤਮਾ ਦਾ ਨਾਮ ਲਵਾਂਗੇ। ਤਾਂ ਬਹੁਤ ਸੋਹਣੇ ਮਹਾਰਾਜ ਨੇ ਸ਼ਲੋਕ ਉਚਾਰੇ ਆ, ਜ਼ਿੰਦਗੀ ਬਦਲ ਦਿੰਦੀ ਹੈ ਗੁਰਬਾਣੀ, ਬਸ ਬੰਦਾ ਪੜਨ ਵਾਲਾ ਚਾਹੀਦਾ, ਠੀਕ ਹੈ ਜੀ। ਚਲੋ ਇਹਦਾ ਆਨਸਰ ਆਉਣਾ ਸੀ ਰਾਜੇ ਬੀ ਆਉਣਾ ਸੀ 7th ਦਾ। ਨੈਕਸਟ ਚੱਲਦੇ ਹਾਂ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਥੋੜਾ ਜਿਹਾ ਬਸ ਅੱਜ ਕੰਪਰੋਮਾਈਜ਼ ਕਰ ਲਓ ਵੀ ਟਾਈਪ ਕਰਨ ਦਾ ਟਾਈਮ ਨਹੀਂ ਮੈਨੂੰ ਮਿਲਿਆ, ਕੋਸ਼ਿਸ਼ ਸੀਗੀ ਤੁਹਾਨੂੰ ਕਰਾਈ ਜਾਵੇ। ਤਾਂ ਆਹ ਕੁਐਸਚਨ ਮੈਂ ਆਪਣੇ ਵਾਲ ਤੇ ਵੀ ਪਾਇਆ ਸੀਗਾ। 5 ਬਾਣੀਆਂ ਹੁੰਦੀਆਂ ਰਾਜੇ ਆਪਣੀਆਂ। ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਨੇ ਲਿਖੀ ਹੈ, ਜਾਪ ਸਾਹਿਬ ਦਸਮ ਗ੍ਰੰਥ ਦੇ ਵਿੱਚ ਗੁਰੂ ਆਪਣੇ ਗੋਬਿੰਦ ਸਿੰਘ ਜੀ ਮਹਾਰਾਜ ਨੇ, ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਸ਼ੁਰੂਆਤੀ ਜਿਹੜੀ ਬਾਣੀ ਆ ਜਪਜੀ ਸਾਹਿਬ ਹੈ, ਤੇ ਦਸਮ ਗ੍ਰੰਥ ਦੀ ਸ਼ੁਰੂਆਤੀ ਬਾਣੀ ਕਿਹੜੀ ਹੈ? ਜਾਪ ਸਾਹਿਬ ਹੈ। ਇਸ ਤੋਂ ਬਾਅਦ ਤੈ ਪ੍ਰਸਾਦ ਸਵਈਏ, ਫਿਰ ਆਪਣਾ ਬੇਨਤੀ ਚੁਪਈ, ਇਹ ਦਸਮ ਗ੍ਰੰਥ ਦੀ ਬਾਣੀਆਂ ਨੇ। ਫਿਰ ਆਨੰਦ ਸਾਹਿਬ ਗੁਰੂ ਅਮਰਦਾਸ ਜੀ ਨੇ, ਰਾਮਕਲੀ ਮਹੱਲਾ ਤੀਜਾ ਆਉਂਦਾ ਨਾ, ਤਾਂ ਗੁਰੂ ਅਮਰਦਾਸ ਜੀ ਨੇ ਉਚਾਰੀ ਹੋਈ ਹੈ। ਇਹ 5 ਬਾਣੀਆਂ ਨੇ ਆਪਣੀਆਂ। ਰਾਤ ਦੀਆਂ ਬਾਣੀਆਂ ਹੈਗੀਆਂ ਰਹਿਰਾ ਸਾਹਿਬ, ਤੇ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਹੈ, ਤੇ ਰਾਤ ਦੀ ਬਾਣੀ ਹੈਗੀ ਆ ਆਪਣੀ ਕੀਰਤਨ ਸੁਹੇਲਾ ਸਾਹਿਬ। ਤੇ ਇੱਥੇ ਗੱਲ ਕਰਦੇ ਆ ਜੀ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਜਿਹੜੀ ਹੈਗੀ ਆ ਜਾਪ ਸਾਹਿਬ, ਇਹ ਕਿੱਥੋਂ ਸ਼ੁਰੂ ਹੁੰਦੀ ਹੈ? ਜਾਪ ਸਾਹਿਬ ਸ਼ੁਰੂ ਹੁੰਦੀ ਹੈ, ਠੀਕ ਹੈ ਜੀ, ਏਕ ਓਂਕਾਰ ਸਤਿਗੁਰੂ ਪ੍ਰਸਾਦ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਬੋਲਦੇ ਹਾਂ ਪਾਤਸ਼ਾਹੀ ਦਸਵੀਂ, ਚੱਕਰ ਚਹਿਨ ਔਰ ਬਰਨ ਜਾਤ ਔਰ ਪਾਤ ਨਹਿਨ ਜੈ, ਰੂਪ ਰੰਗ ਔਰ ਰੇਖ ਪੇਖ ਕੋ ਕਹਿ ਨ ਸਕਤ ਕੈ, ਅਚਲ ਮੁਰਤਨ ਪਉ ਪ੍ਰਕਾਸ਼ਮ ਤੋਜ ਕੀ ਹੀਜੈ, ਕੋਟ ਇੰਦਰ ਇੰਦਰਾਹਨ ਸਾਹੋ ਸਾਨ ਗਨੀਜੈ, त्रिपवन में हीप सुर नर असुर नेत नेत बंतरण कहत, तब सर्व नाम कथे कौन करम नाम बरनत सुमित, कुछ अंग प्रयाद शब्द। फिर अगे शुरू हो जाती है बाणी। तो ये शुरू कितों होंदी है राजे? चक्कर चहन और बरन जात और पात नहन जै, ठीक है, इतों शुरू होंदी है। तो बाणियां दी शुरुआती ते एंड वालियां पंक्तियां तुहानूं पता होणियां चाहीदियां। बाकी ये पता होना चाहिए भी अपने जपजी साहिब दीयां किन्नियां पौड़ियां ने, ठीक है जी, अपने सुखमनी साहिब दीयां किन्नियां पौड़ियां ने, ये सब कुछ तुहानूं पता होना चाहिए डिटेल दे विच, जे तुसीं अगे जाके चंगा पेपर क्लीयर करना है। नैक्सट चलते हैं जी, मैं कोई डरा नहीं रहा, शीशा दिखा रहा। एक टीचर का फर्ज होंदा बच्चे नूं उस लैवल नाल इंट्रोड्यूस करवाना जो लैवल तुहानूं पेपर च पूछा जा रहा है। तो एक बारी मैं माड़ी जी रिकॉर्डिंग चैक करना, क्योंकि नवां थां ते हाँ मैं, तो चलो रिकॉर्डिंग अपनी चल रही है महाराज की किरपा नाल। तो अगे चलते हैं जी, जे किसी नूं लगूगा स्लो है तो तुसीं वीडियो फास्ट कर सकते हैं। अगे आ गया जी शनिचर आउणा। शनिचर आउणा मुहावरे का की अर्थ हैगा जी? शनिचर का मतलब हुंदा जदों बंदे ते की आ जांदे आ? माड़े दिन आ जांदे आ।
ਤਾਂ ਮਾੜੇ ਦਿਨਾਂ ਦਾ ਆਉਣਾ ਹੁੰਦਾ, ਆਪਾਂ ਕਹਿੰਦੇ ਸ਼ਨਿਚਰ ਆ ਗਿਆ। ਠੀਕ ਹੈ ਜੀ। ਅੱਗੇ ਕਹਿੰਦਾ ਜੀ ਖੁਤਖੁਤੀ ਹੋਣਾ। ਖੁਤਖੁਤੀ ਦਾ ਮਤਲਬ ਹੁੰਦਾ ਜਿਵੇਂ ਆਪਾਂ ਕੁੱਤ-ਕਤਾੜੀਆਂ ਕੱਢ ਦਿੰਦੇ, ਪਰ ਇੱਥੇ ਖੁਤਖੁਤੀ ਦਾ ਮਤਲਬ ਕੀ ਹੈਗਾ ਵੀ ਆਪਾਂ ਨੂੰ ਜੇ ਕੋਈ ਕਹਿ ਦੇਵੇ ਯਾਰ ਤੈਨੂੰ ਪਤਾ ਕੱਲ ਕੀ ਹੋਇਆ ਸੀਗਾ, ਤਾਂ ਆਪਣੇ ਅੰਦਰ ਨਾ ਇੱਕ ਉਤਸੁਕਤਾ ਹੋ ਜਾਂਦੀ ਹੈ ਵੀ ਹਾਂ ਯਾਰ ਕੀ ਹੋਇਆ ਸੀਗਾ, ਉਹਨੂੰ ਕਹਿ ਦਿੰਦੇ ਖੁਤਖੁਤੀ ਹੋਣਾ। ਤਾਂ ਇਹਦਾ ਮਤਲਬ ਕੀ ਹੋਊਗਾ, ਉਤਸੁਕਤਾ ਹੋਣੀ। ਠੀਕ ਹੈ ਜੀ, ਬੀ ਆਂਸਰ ਆਊਗਾ। ਅੱਗੇ ਕਹਿੰਦਾ ਜੀ ਤੌਣੀ ਚਾੜਨਾ। ਇਹ ਤਾਂ ਪਿੰਡਾਂ ਵਾਲਿਆਂ ਨੂੰ ਪਤਾ ਹੀ ਹੋਊਗਾ, ਆਪਣੇ ਤੌਣੀ ਬਹੁਤ ਚੜ੍ਹਦੀ ਹੈ ਤੇ ਚੜ੍ਹਦੀ ਆਈ ਹੈ ਮਾਂ-ਬਾਪ ਤੋਂ, ਖਾਸ ਕਰਕੇ ਬਾਪੂ ਤੋਂ। ਤੇ ਤੌਣੀ ਚੜ੍ਹਨ ਦਾ ਮਤਲਬ ਹੁੰਦਾ ਵੀ ਜਿਹਦੀ ਰੱਜ ਕੇ ਕਟਾਈ ਹੋਈ ਹੋਵੇ, ਰੱਜ ਕੇ ਕਟਾਪਾ ਚੜੇ, ਮਾਰ ਕਟਾਈ ਕਰਨਾ, ਉਹਨੂੰ ਕਹਿ ਦਿੰਦੇ ਆ ਤੌਣੀ ਚਾੜਨਾ। ਅੱਗੇ ਗੱਲ ਕਰਦੇ ਹਾਂ ਜੀ, ਮੈਂ ਥੋੜਾ ਜਿਹਾ ਇਹਨੂੰ ਪੇਪਰ ਨੂੰ ਉੱਪਰ ਕਰ ਦੇਵਾਂ, ਫਿਰ ਆਪਾਂ ਨੈਕਸਟ ਕੁਐਸਚਨ ਲੈਣੇ ਆ। ਅਗਲਾ ਕੁਐਸਚਨ ਦੇਖੋ, ਅੱਗੇ ਬਹੁਤ ਸੋਹਣਾ ਪੇਪਰ ਹੈ, ਬਹੁਤ ਜ਼ਿਆਦਾ ਸੋਹਣਾ ਪੇਪਰ ਹੈ, ਤੁਹਾਨੂੰ ਮੈਂ ਅੱਗੇ ਸਾਰਾ ਕਰਵਾਉਂਗਾ। ਨੈਕਸਟ ਕਹਿੰਦਾ ਜੀ ਅਖਾਣ ਆ ਗਿਆ ਜੀ, ਕਹਿੰਦਾ ਛਟੀ ਦੇ ਪੋਤੜੇ ਹੁਣ ਤੱਕ ਨਹੀਂ ਸੁੱਕੇ। ਛਟੀ ਦਾ ਮਤਲਬ ਹੁੰਦਾ, ਤੁਹਾਨੂੰ ਪਤਾ ਨਾ ਛਟੀ ਕੀ ਹੁੰਦੀ ਹੈ। ਠੀਕ ਹੈ ਜੀ, ਜਿਹੜਾ ਛੋਟਾ ਬੱਚਾ ਹੁੰਦਾ ਤਾਂ ਕਹਿੰਦਾ ਛਟੀ ਦੇ ਪੋਤੜੇ ਹੁਣ ਤੱਕ ਨਹੀਂ ਸੁੱਕੇ। ਤਾਂ ਇਹ ਕੀ ਭਾਵ ਪ੍ਰਗਟ ਕਰਦਾ ਹੈ, ਤਾਂ ਇਹ ਤੁਸੀਂ ਸਾਰੀਆਂ ਆਪਸ਼ਨਾਂ ਉੱਥੇ ਜ਼ਰੂਰ ਪੜ੍ਹਨੀਆਂ ਨੇ। ਇੱਥੇ ਮੈਂ ਟਾਈਮ ਬਚਾਉਣ ਕਰਕੇ ਤੁਹਾਨੂੰ ਡਾਇਰੈਕਟ ਆਨਸਰ ਦੱਸ ਰਿਹਾ ਵੀ ਜਦੋਂ ਕੰਮ ਕਰਨ ਵਿੱਚ ਦੇਰੀ ਹੋਣ ਬਾਰੇ ਮਿਹਣਾ ਮਾਰਨਾ ਹੋਵੇ, ਕੋਈ ਬੰਦਾ ਬਹੁਤ ਢਿੱਲਾ ਹੋਵੇ, ਕਹਿੰਦੇ ਜੀ ਉਹਦੇ ਵਾਸਤੇ ਕਹਿੰਦੇ ਆ ਵੀ ਛਟੀ ਦੇ ਪੋਤੜੇ ਹੁਣ ਤੱਕ ਨਹੀਂ ਸੁੱਕੇ ਤੁਹਾਡੇ। ਕਹਿਣ ਦਾ ਮਤਲਬ ਕਿ ਜਵਾਕ ਤਾਂ ਵੱਡਾ ਵੀ ਹੋ ਜਾਵੇ, ਵਿਆਹੁਣ ਵਾਲਾ ਹੋ ਜਾਵੇ, ਤਾਂ ਹਜੇ ਆਪਾਂ ਮਤਲਬ ਪੋਤੜੇ ਦਾ ਮਤਲਬ ਹੁੰਦਾ ਜਿਹੜੀ ਲੰਗੋਟ ਪਾਉਣੇ ਹੁੰਦੇ ਨਾ ਛੋਟੇ ਬੱਚੇ ਨੂੰ ਨਿੱਕਰ ਦੀ ਜਗ੍ਹਾ ਤੇ, ਉਹਨੂੰ ਪੋਤੜੇ ਕਹਿ ਦਿੰਦੇ ਆ। ਇਹ ਮੈਂ ਤਾਂ ਦੱਸ ਰਿਹਾ, ਬਹੁਤੇ ਬੱਚਿਆਂ ਨੂੰ ਨਹੀਂ ਪਤਾ ਹੋਊਗਾ। ਅਗਲਾ ਅਖਾਣ ਆ ਗਿਆ, ਬਹੁਤ ਸੋਹਣਾ ਅਖਾਣ ਹੈ, ਮੀਨਿੰਗ ਵੀ ਬਹੁਤ ਡੂੰਘਾਈ ਵਾਲਾ ਹੈ। ਕਹਿੰਦੇ ਜੀ ਬਾਬਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਇਹ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਹੀ ਹੈ। ਇਹ ਅਖਾਣ ਦਾ ਮਤਲਬ ਕੀ ਹੈ? ਇਹ ਅਖਾਣ ਦਾ ਮਤਲਬ ਇਹ ਹੈਗਾ, ਜੋ ਮੈਂ ਸਮਝਾਉਣਾ ਚਾਹੁੰਦਾ, ਇੱਕ ਸਿੱਖ ਫੈਮਿਲੀ ਵਾਲੇ ਬੱਚੇ ਨੂੰ ਮੈਂ ਕਹਿ ਰਿਹਾ, ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ, ਕਿਉਂਕਿ ਸਿੱਖ ਧਰਮ ਅਜਿਹਾ ਧਰਮ ਹੈ ਵੀ ਜੋ ਕਿਸੇ ਦੇ ਉੱਪਰ ਆਪਾਂ ਜ਼ਬਰਦਸਤੀ ਨਹੀਂ ਕਰਨ ਦਾ ਉਦੇਸ਼ ਦਿੰਦਾ, ਵੀ ਕਿਸੇ ਤੇ ਜ਼ਬਰਦਸਤੀ ਨਹੀਂ ਕਰਨੀ। ਮੈਂ ਆਪਣੇ ਸਿੱਖ ਭਰਾਵਾਂ ਨੂੰ ਕਹਿ ਰਿਹਾ, ਜਾਂ ਜਿਨ੍ਹਾਂ ਦੇ ਨਾਮ ਪਿੱਛੇ ਕੌਰ ਲੱਗਦਾ ਉਹਨਾਂ ਭੈਣਾਂ ਨੂੰ ਕਹਿ ਰਿਹਾ ਵੀ ਕਹਿੰਦੇ ਦਸਮ ਪਿਤਾ ਦੇ ਜੇ ਬੱਚੇ ਆਪਾਂ ਤਾਂ ਬਣਾਂਗੇ ਜੇ ਉਹਨਾਂ ਦੇ ਕਹੇ ਹੋਏ ਹੁਕਮਨਾਮੇ ਆਪਾਂ ਕੀ ਕਰਾਂਗੇ, ਜ਼ਿੰਦਗੀ 'ਚ ਅਪਣਾਵਾਂਗੇ। ਉਹਨਾਂ ਨੇ ਆਪਾਂ ਨੂੰ ਖੰਡੇ ਬਾਟੇ ਦੀ ਪੌਲ ਛਕਣ ਵਾਸਤੇ ਕਿਹਾ, ਕੇਸ ਰੱਖਣ ਵਾਸਤੇ ਕਿਹਾ। ਮੈਂ ਆਪਣੀ ਜ਼ਿੰਦਗੀ ਬਦਲੀ ਹੈ, ਕਿਉਂਕਿ ਮੈਨੂੰ ਇੱਕ ਫੋਟੋ ਹਮੇਸ਼ਾ ਤੰਗ ਕਰਦੀ ਸੀ। ਜਦੋਂ ਮੈਂ ਗੁਰਦੁਆਰਾ ਸਾਹਿਬ 'ਚ ਜਾਂਦਾ ਸੀ, ਸਾਡੇ ਪਿੰਡ ਵਾਲੇ ਗੁਰਦੁਆਰਾ ਸਾਹਿਬ 'ਚ ਲੱਗੀ ਸੀ ਵੀ ਜੇ ਤੂੰ ਮੇਰਾ ਪੁੱਤ ਹੈ ਤਾਂ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ। ਤਾਂ ਮੈਂ ਕਦੇ ਨਹੀਂ ਕਰ ਸਕਿਆ, ਕਿਉਂਕਿ ਮੈਂ ਪਹਿਲਾਂ ਕਟਿੰਗ ਸੀ, ਕਲੀਨ ਸ਼ੇਵ ਸੀ। ਠੀਕ ਹੈ ਜੀ। ਤਾਂ ਹੁਣ ਚਲੋ ਇੰਨੇ ਜੋਗੇ ਤਾਂ ਨਹੀਂ ਹੈਗੇ ਉਹਨਾਂ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੀਏ, ਪਰ ਹਾਂ ਉਹਨਾਂ ਚਰਨਾਂ 'ਚ ਨਮਸਕਾਰ ਕਰ ਸਕਦੇ ਹਾਂ। ਤਾਂ ਇਹਦਾ ਮਤਲਬ ਹੁੰਦਾ ਵੀ ਜਦੋਂ ਵੱਡੇ ਵਡੇਰਿਆਂ ਦੀਆਂ ਜਿਹੜੀਆਂ ਸਾਖੀਆਂ ਹੁੰਦੀਆਂ ਨੇ, ਉਹਨਾਂ ਦੀ ਸੂਰਮਗਤੀ ਦੀਆਂ ਕਹਾਣੀਆਂ ਸੁਣਨ ਦੇ ਨਾਲ ਬੱਚਿਆਂ ਦੇ ਉੱਪਰ ਕੀ ਪੈਂਦਾ, ਚੰਗਾ ਪ੍ਰਭਾਵ ਪੈਂਦਾ। ਤਾਂ ਇਹਦਾ ਆਨਸਰ ਕੀ ਬਣੂਗਾ ਜੀ? ਇਸ ਅਖਾਣ ਦਾ ਮਤਲਬ ਹੁੰਦਾ ਸੀ ਵੀ ਜੇ ਉਹ ਆਪਣੇ ਵੱਡੇ ਵਡੇਰਿਆਂ ਨੇ ਕੰਮ ਕੀਤੇ ਹੋਣਗੇ ਚੰਗੇ, ਤਾਂ ਉਹਦਾ ਅਸਰ, ਜੇ ਆਪਣੀਆਂ ਮਾਵਾਂ ਆਪਾਂ ਨੂੰ ਸਾਖੀਆਂ ਸੁਣਾਉਣਗੀਆਂ ਤਾਂ ਉਹਦਾ ਅਸਰ ਆਪਣੇ ਉੱਪਰ ਪਊਗਾ। ਪਰ ਬੜੇ ਮਾੜੇ ਹਾਲਾਤ ਹੈ, ਜਦੋਂ ਮੈਂ ਦੇਖਦਾ ਬੱਚੇ ਟਿਕਟੌਕ ਦੇ ਉੱਪਰ, ਇੰਸਟਾਗ੍ਰਾਮ ਦੇ ਉੱਪਰ ਇੰਨਾ ਜ਼ਿਆਦਾ ਗੰਦ ਪੈ ਚੁੱਕਿਆ। ਮੈਂ ਸਰਕਾਰਾਂ ਨੂੰ ਵੀ ਚਿੱਠੀਆਂ ਲਿਖ ਚੁੱਕਿਆ ਵੀ ਕੋਈ ਸੈਂਸਰ ਬੋਰਡ ਹੋਣਾ ਚਾਹੀਦਾ। ਜੋ ਇਹ ਸਾਡੇ ਬੱਚਿਆਂ ਨੂੰ ਪਰੋਸ ਕੇ ਦੇ ਰਹੇ ਆ, ਸਾਡੇ ਬੱਚੇ ਉਹੀ ਚੀਜ਼ਾਂ ਕਰ ਰਹੇ ਆ। ਅੱਜ ਹਰ ਇੱਕ ਬੰਦਾ ਮਸ਼ਹੂਰ ਹੋਣ ਵਾਸਤੇ ਕੁਛ ਨਾ ਕੁਛ ਨੰਗਪੁਣਾ ਦਿਖਾ ਰਿਹਾ ਹੈ। ਬਹੁਤ ਜ਼ਿਆਦਾ ਮਨ ਦੁਖਦਾ ਮੈਨੂੰ ਉਹ ਦੇਖ ਕੇ ਚੀਜ਼ਾਂ। ਠੀਕ ਹੈ, ਹਾਲਾਂਕਿ ਮੈਂ ਇੰਸਟਾਗ੍ਰਾਮ ਨਹੀਂ ਯੂਜ਼ ਕਰਦਾ, ਫੇਸਬੁੱਕ ਵੀ ਬਹੁਤ ਘੱਟ ਯੂਜ਼ ਕਰਦਾ, ਪਰ ਜਦੋਂ ਬੱਚੇ ਮੈਨੂੰ ਅਵੇਅਰ ਕਰਦੇ ਆ ਤਾਂ ਮੈਨੂੰ ਬੜਾ ਦੁੱਖ ਲੱਗਦਾ ਹੈ। ਚਲੋ, ਤਾਂ ਇਹਦੇ ਬਾਰੇ ਚਿੰਤਾ ਹੋਣੀ ਜ਼ਰੂਰੀ ਆ ਜੇ ਤੁਸੀਂ ਪੰਜਾਬ ਪ੍ਰਤੀ ਆਪਣਾ ਦਰਦ ਰੱਖਦੇ ਹੋ, ਕਿਉਂਕਿ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਹੈ, ਸਭ ਦੀ ਸਾਂਝੀ ਹੈ ਪੰਜਾਬ, ਪੰਜਾਬੀਅਤ। ਤੇ ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਸੁਰਿੰਦਰ ਸ਼ਹਿਰ ਗਿਆ। ਹੁਣ ਇਹਦੇ ਵਿੱਚ ਜਿਹੜੇ ਲਕੀਰੇ ਸ਼ਬਦ ਨਾ ਰਾਜੇ, ਉਹ ਦੇਖਣੇ ਆਪਾਂ। ਇੱਕ ਸ਼ਬਦ ਤਾਂ ਆਪਣੇ ਕੋਲੇ ਕੀ ਹੋ ਗਿਆ, ਲਕੀਰਾ ਸ਼ਬਦ ਕੀ ਹੋ ਗਿਆ ਰਾਜੇ, ਸੁਰਿੰਦਰ ਹੋ ਗਿਆ। ਇੱਕ ਆਪਣੇ ਕੋਲੇ ਸ਼ਹਿਰ ਹੋ ਗਿਆ ਸ਼ਬਦ, ਇੱਕ ਆਪਣੇ ਕੋਲੇ ਅਧਿਆਪਕ ਹੋ ਗਿਆ, ਇੱਕ ਆਪਣੇ ਕੋਲੇ ਸਭਾ ਹੋ ਗਿਆ, ਤੇ ਇੱਕ ਆਪਣੇ ਕੋਲੇ ਆਨੰਦ ਹੋ ਗਿਆ। ਇਹ ਸਾਰੇ ਲਕੀਰੇ ਸ਼ਬਦ ਨੇ। ਠੀਕ ਹੈ ਜੀ। ਤਾਂ ਇਹਦੇ ਆਪਾਂ ਦੱਸਣਾ ਵੀ ਇਹ ਨਾਂਵ, ਹੁਣ ਨਾਂਵ ਆਪਾਂ ਪੜ੍ਹੇ ਹੋਏ ਆ, ਖਾਸ ਨਾਂਵ, ਆਮ ਨਾਂਵ, ਹਨਾ, ਸਾਰੇ ਪੜ੍ਹੇ ਹੋਏ ਆਪਾਂ। ਹੁਣ ਇਹਦੇ ਵਿੱਚ ਇਹ ਕਹਿੰਦਾ ਜਿਹੜੇ ਲਕੀਰੇ ਸ਼ਬਦ ਹੈਗੇ ਆ ਰਾਜੇ, ਇਹ ਕੀ ਹੈ? ਹੁਣ ਦੇਖੋ, ਸੁਰਿੰਦਰ ਇੱਕ ਖਾਸ ਬੰਦੇ ਦਾ ਨਾਮ ਹੋ ਸਕਦਾ ਹੈ। ਜੇ ਮੈਂ ਕਹਦਾ ਵਿਦਿਆਰਥੀ, ਵਿਦਿਆਰਥੀ ਦਾ ਕੀ ਹੋ ਗਿਆ, ਤੁਹਾਡਾ ਆਮ ਨਾਮ ਹੋ ਗਿਆ। ਪਰ ਜੇ ਮੈਂ ਕਹਦਾ ਬਲਜਿੰਦਰ ਕਹਿਦਾ, ਸੁਰਿੰਦਰ ਕਹਿਦਾ, ਉਹ ਖਾਸ ਹੋ ਗਿਆ। ਤੇ ਇਹਦਾ ਆਨਸਰ ਇਹ ਬਣੂਗਾ। ਕਿਉਂ ਬਣੂਗਾ ਰਾਜੇ? ਦੇਖੋ, ਆਹ ਤਾਂ ਪਹਿਲਾਂ ਹੀ ਚਲੀਆਂ ਗਈਆਂ ਆਪਸ਼ਨਾਂ, ਦੋ ਆਪਸ਼ਨਾਂ ਰਹਿ ਗਈਆਂ। ਇਹ ਖਾਸ ਨਾਮ ਹੈ। ਜੇ ਮੈਂ ਸ਼ਹਿਰ ਦੀ ਗੱਲ ਕਰਾਂ ਤਾਂ ਉਹ ਜਾਤੀਵਾਚਕ, ਠੀਕ ਹੈ, ਜਿਹਨੂੰ ਤੁਸੀਂ ਆਮ ਨਾਮ ਵੀ ਕਹਿ ਦਿੰਦੇ ਆ। ਜਿਵੇਂ ਹੁਣ ਮੈਂ ਕਹਿ ਦੇਵਾਂ ਆਨੰਦਪੁਰ ਸ਼ਹਿਰ, ਉਹ ਤਾਂ ਇੱਕ ਖਾਸ ਬਣ ਗਿਆ। ਤਾਂ ਇਹ ਜਾਤੀਵਾਚਕ ਨਾਮ ਹੋ ਗਿਆ ਸ਼ਹਿਰ। ਇਸ ਤੋਂ ਬਾਅਦ ਅਧਿਆਪਕ ਦੀ ਗੱਲ ਕਰਾਂਗੇ, ਇਹ ਵੀ ਜਾਤੀਵਾਚਕ ਹੈ। ਸਭਾ ਦੀ ਗੱਲ ਕਰੀਏ ਤਾਂ ਇਕੱਠਵਾਚਕ। ਸਭਾ ਦਾ ਮਤਲਬ ਕੀ ਹੋ ਗਿਆ? ਸਭਾ, ਜਿਵੇਂ ਆਪਣੇ ਲੋਕ ਇਕੱਠੇ ਹੋਏ ਹੁੰਦੇ ਆ। ਆਨੰਦ ਕੀ ਹੋਊਗਾ ਰਾਜੇ ਆਪਣਾ? ਆਨੰਦ ਤਾਂ ਆਪਣਾ ਭਾਵ ਹੈ, ਖੁਸ਼ੀ, ਗਮੀ, ਆਨੰਦ। ਠੀਕ ਹੈ ਜੀ, ਇਹ ਸਾਰੇ ਕੀ ਹੈ, ਭਾਵਵਾਚਕ ਹੈ। ਤਾਂ ਇਹਦਾ ਆਨਸਰ ਕੀ ਬਣੂਗਾ ਜੀ? ਆਪਣਾ ਇਹ ਬਣ ਜੂਗਾ। ਨੈਕਸਟ ਚੱਲਦੇ ਹਾਂ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ।
ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਇਹ ਸ਼ਬਦ ਨੇ ਇਹ, ਉਹ, ਔ, ਆ, ਇਹ ਕਿਹੜੇ ਪੜਨਾਮ ਨੇ? ਤਾਂ ਤੁਹਾਨੂੰ ਮੈਂ ਦੱਸਿਆ ਵੀ ਜਿਵੇਂ ਇਹ ਆਪਾਂ ਕੋਲੇ ਮਤਲਬ ਆਪਾਂ ਨੂੰ ਕਲੀਅਰ ਹੈ, ਤਾਂ ਇਹ ਕੀ ਹੋ ਗਿਆ ਤੁਹਾਡਾ ਨਿਸ਼ਚੈਵਾਚਕ ਹੋ ਗਿਆ। ਅੱਗੇ ਆ ਗਿਆ ਜੀ, ਕਹਿੰਦਾ ਲਕੀਰਿਆ ਸ਼ਬਦ ਹੈਗਾ ਗੋਰਾ, ਮੁੰਡਾ ਜਿਸ ਹਾਕੀ ਨਾਲ ਖੇਡ ਰਿਹਾ ਹੈ ਉਹ ਹਾਕੀ ਭਾਰੀ ਹੈ। ਠੀਕ ਹੈ, ਹੁਣ ਇਹ ਡਿਟੇਲ ਚ ਆਪਾਂ ਟੌਪਿਕ ਕਰਵਾ ਦਾਂਗੇ, ਵੈਸੇ ਕਰਵਾਇਆ ਹੋਇਆ ਮੈਂ ਪੇਡ ਦੇ ਵਿੱਚ ਸ਼ਾਇਦ, ਤੇ YouTube ਤੇ ਸ਼ਾਇਦ ਨਹੀਂ ਕਰਵਾਇਆ ਹੋਇਆ, ਕੋਈ ਗੱਲ ਨਹੀਂ, ਮੈਂ ਆਉਣ ਵਾਲੇ ਟਾਈਮ 'ਚ ਕਰਵਾ ਦੂੰਗਾ। ਇਹ ਕੁਐਸਚਨ ਬਹੁਤ ਡੀਪਲੀ ਲੈਵਲ ਦਾ ਪੁੱਛਿਆ ਗਿਆ, ਤੇ ਜਿਹੜਾ ਇਹਦਾ ਆਨਸਰ ਬਣਦਾ ਰਾਜੇ, ਇਹਦਾ A ਬਣਦਾ। ਉਹਨੇ ਪੁੱਛਿਆ ਵੀ ਜਿਹੜੇ ਵਾਕ ਦੇ ਵਿੱਚ ਲਕੀਰੇ ਸ਼ਬਦ ਹੈ ਜਿਹੜੇ ਰੇਖਾਕਿਤ ਕੀਤੇ ਹੋਏ ਹੈ, ਉਹ ਕਿਹੜੇ ਵਿਸ਼ੇਸ਼ਣਾਂ ਦੇ ਨਾਲ ਸੰਬੰਧ ਰੱਖਦੇ ਹੈ। ਤੇ ਜੇ ਮੈਂ ਗੋਰੇ ਦੀ ਗੱਲ ਕਰੂੰਗਾ ਰਾਜੇ, ਇਹ ਵਿਸ਼ੇਸ਼ਣ ਆ, ਮਤਲਬ ਮੁੰਡੇ ਦਾ, ਮੁੰਡਾ ਗੋਰਾ ਹੈ, ਮਤਲਬ ਕੀ ਹੈ, ਇੱਕ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸ ਰਿਹਾ, ਤਾਂ ਇਹ ਵਿਸ਼ੇਸ਼ਕ ਵਿਸ਼ੇਸ਼ਣ ਹੁੰਦਾ, ਵਿਸ਼ੇਸ਼ਤਾ ਦੱਸਦਾ ਪਿਆ। ਤੇ ਦੂਜਾ ਕੀ ਹੈ, ਵਧੇਈ। ਠੀਕ ਹੈ ਜੀ, ਵਧਾ ਕੇ, ਮਤਲਬ ਕਿ ਕੋਈ ਚੀਜ਼ ਨੂੰ ਆਪਾਂ ਵਧਾ ਕੇ ਦੱਸਦੇ ਨੂੰ ਕਹਿ ਦਿੰਦੇ, ਵਧੇਈ ਕਹਿ ਦਿੰਦੇ ਆ। ਹਾਕੀ ਭਾਰੀ ਹੈ, ਤਾਂ ਇਹਦਾ ਆਨਸਰ ਇੱਥੇ A ਬਣੂਗਾ। ਫਿਲਹਾਲ ਜੇ ਨਹੀਂ ਸਮਝ ਆਉਂਦਾ ਇੱਕ ਵਾਰੀ ਨੋਟ ਕਰ ਲਿਓ, ਕਿਤੇ ਵਿਹਲੇ ਟਾਈਮ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਕਲਾਸ ਲਾ ਲਾਂਗੇ। ਅੱਗੇ ਚੱਲਦੇ ਹਾਂ ਜੀ, ਨੈਕਸਟ ਆਪਾਂ ਕੁਐਸਚਨ ਵੱਲ ਮੂਵ ਕਰਦੇ ਹਾਂ। ਅਗਲੇ ਜਿਹੜੇ ਹੈਗੇ ਆ, ਦੇਖੋ ਇਹ ਇੰਸਪੈਕਟਰ ਲੈਵਲ ਦਾ ਹੋਣ ਕਰਕੇ ਹਰੇਕ ਚੀਜ਼ ਨੇ ਸਟੇਟਮੈਂਟ ਦੇ ਵਿੱਚ ਪਾਈ ਹੋਈ ਹੈ। ਕਹਿੰਦਾ ਜੀ ਆਮਦਨ ਦੇ ਸਰੋਤ ਨੇੜੇ ਤੇੜੇ, ਇੱਕ ਤਾਂ ਲਕੀਰਿਆ ਸ਼ਬਦ, ਦੇਖੋ ਇੱਥੇ ਲਕੀਰੇ ਸ਼ਬਦ ਦੇਖਣੇ ਹੁੰਦੇ ਆ। ਨੇੜੇ ਤੇੜੇ ਕਹਿੰਦਾ ਲੱਭੇ ਬਿਨਾ ਹੀ ਪੰਜਾਬ ਦੇ ਨੌਜਵਾਨ ਰੋਜ਼ਗਾਰ ਪ੍ਰਾਪਤੀ ਲਈ ਧੜਾ ਧੜ ਵਿਦੇਸ਼ਾਂ ਨੂੰ ਜਾ ਰਹੇ ਨੇ। ਸੱਚ ਹੈ ਬਾਈ, ਉਹ ਵੀ ਕੀ ਕਰਨ। ਠੀਕ ਹੈ ਜੀ, ਅੱਗੇ ਕਹਿੰਦਾ ਵੀ ਉਹ ਵੀ ਕੀ ਕਰਨ, ਬਹੁਤੀਆਂ ਪੜ੍ਹਾਈਆਂ ਕਰਕੇ ਨਿਗੁਣੀਆਂ ਤਨਖਾਹ ਨਾਲ ਮਨ ਸਮਝਾਉਣਾ ਸੌਖਾ ਨਹੀਂ। ਇਹਨਾਂ ਵਾਕਾਂ ਵਿੱਚ ਕਰਮਵਾਰ ਰੇਖਾਕਿੰਤ ਕੀਤੇ ਸ਼ਬਦਾਂ ਦੇ ਕਿਰਿਆ ਵਿਸ਼ੇਸ਼ਣਾਂ ਦੇ ਅਰਥ ਦੇ ਆਧਾਰ ਤੇ ਵਰਗ ਦੱਸੋ। ਕਿਰਿਆ ਵਿਸ਼ੇਸ਼ਣਾਂ ਦੇ, ਹੁਣ ਇਹ ਕਿਰਿਆ ਵਿਸ਼ੇਸ਼ਣ ਦੇ ਆਧਾਰ ਤੇ ਆਪਾਂ ਕੀ ਦੱਸਣੇ, ਇਹਨਾਂ ਦੇ ਇਹ ਦੱਸਣਾ ਵੀ ਜਿਹੜੇ ABCD ਦੇ ਵਿੱਚੋਂ ਇਹ ਕਿਹੜੇ ਬਣਦੇ ਆ। ਤਾਂ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਪੜ੍ਹਨਾ ਰਾਜੇ। ਦੇਖੋ ਪਹਿਲਾਂ ਤਾਂ ਨੇੜੇ ਤੇੜੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਸਥਾਨ ਦੱਸਦੇ ਆ, ਤਾਂ ਸਥਾਨ ਸੂਚਕ ਹੈ। ਤਾਂ ਜਿਹੜੇ ਪਹਿਲੇ A ਤੇ ਜਿਹੜੀ D ਹੈਗੀ ਆ, ਇਹ ਤਾਂ ਆਪਾਂ ਪਹਿਲਾਂ ਹੀ ਐਲੀਮੀਨੇਟ ਕਰਤੀ। ਹੁਣ ਇਹਦੇ ਵਿੱਚ ਸਥਾਨ ਇਹਦੇ ਵਿੱਚ ਵੀ ਪਿਆ ਤੇ ਇਹਦੇ ਵਿੱਚ ਵੀ ਪਿਆ। ਅੱਗੇ ਧੜਾ ਧੜ, ਧੜਾ ਧੜ ਕੀ ਹੋ ਗਿਆ ਆਪਣਾ। ਠੀਕ ਹੈ ਜੀ, ਧੜਾ ਧੜ ਦੀ ਅਗਰ ਆਪਾਂ ਗੱਲ ਕਰਾਂਗੇ ਰਾਜੇ, ਧੜਾ ਧੜ ਕੀ ਕਰ ਰਹੇ ਨੇ, ਜਾ ਰਹੇ ਨੇ। ਠੀਕ ਹੈ, ਅਗਰ ਆਪਾਂ ਧੜਾ ਧੜ ਦੀ ਗੱਲ ਕਰੀਏ ਤਾਂ ਧੜਾ ਧੜ ਕੀ ਕਰ ਰਹੇ ਨੇ, ਉਹ ਰਾਜੇ ਜਾ ਰਹੇ ਨੇ। ਕਹਿੰਦਾ ਉਹ ਵੀ ਕੀ ਕਰਨ, ਬਹੁਤੀਆਂ। ਠੀਕ ਹੈ, ਜਦੋਂ ਮੈਂ ਬਹੁਤੀਆਂ ਦੀ ਗੱਲ ਕਰੂੰਗਾ ਰਾਜੇ, ਬਹੁਤਾ ਤਾਂ ਇੱਥੇ ਕੀ ਮਾਤਰਾ ਹੋਗੀ। ਠੀਕ ਹੈ, ਤਾਂ ਹੁਣ ਜਦੋਂ ਮਾਤਰਾ ਦੀ ਗੱਲ ਕਰਾਂਗੇ ਤਾਂ ਇੱਥੇ ਹੁਣ ਇੱਥੇ ਕਰਮ ਬੋਧਕ ਨਹੀਂ ਆਊਗਾ, ਤਾਂ B ਵੀ ਗਲਤ ਹੋ ਗਿਆ। ਤਾਂ ਆਨਸਰ ਕੀ ਬਣੂਗਾ ਰਾਜੇ, C ਬਣੂਗਾ। ਨੇੜੇ ਤੇੜੇ ਹੋ ਗਿਆ ਤੁਹਾਡਾ ਸਥਾਨ ਸੂਚਕ, ਧੜਾ ਧੜ ਹੋ ਗਿਆ ਵਿਧੀ। ਠੀਕ ਹੈ, ਕਿਵੇਂ ਜਾ ਰਹੇ ਆ, ਮਤਲਬ ਵਿਦੇਸ਼ਾਂ ਨੂੰ ਜਾ ਰਹੇ ਆ, ਤਾਂ ਉਹਨਾਂ ਜਾਣ ਦੀ ਵਿਧੀ ਕੀ ਹੈ, ਵੀ ਇੱਕ ਕਰਕੇ ਜਾ ਰਹੇ ਆ, ਘੱਟ ਘੱਟ ਜਾ ਰਹੇ ਆ, ਇਕੱਠੇ ਧੜਾ ਧੜ ਜਾ ਰਹੇ ਆ, ਤਾਂ ਇਹ ਵਿਧੀਵਾਚਕ ਹੋ ਗਿਆ। ਨਾਲ ਮਾਤਰਾ ਹੋ ਗਈਆਂ ਬਹੁਤੀਆਂ, ਬਹੁਤੀਆਂ ਪੜ੍ਹਾਈਆਂ, ਮਤਲਬ ਮਾਤਰਾ ਦੱਸ ਰਿਹਾ ਵੀ ਘੱਟ ਜਾਂ ਬਹੁਤ। ਤਾਂ ਇਹਦਾ ਆਨਸਰ ਕੀ ਬਣੂਗਾ, C ਬਣੂਗਾ। ਇਹ ਵੀ ਇੱਕ ਡੀਪਲੀ, ਬਹੁਤ ਡੀਪ ਲੈਵਲ ਦਾ ਕੁਐਸਚਨ ਪੁੱਛਿਆ ਗਿਆ, ਇਹ ਵੀ ਤੁਸੀਂ ਆਰਾਮ ਦੇ ਨਾਲ ਕਰਨਾ ਸੀਗਾ। ਅੱਗੇ ਗੱਲ ਕਰਦੇ ਹਾਂ ਜੀ। ਇਹ ਬਾਕੀ ਚਿੰਤਾ ਨਾ ਕਰੋ, ਇਹ ਇੰਸਪੈਕਟਰ ਦਾ ਪੇਪਰ ਆ ਭਾਈ, ਜਿਸ ਤਰ੍ਹਾਂ ਦੀ ਪੋਸਟ ਹੋਊਗੀ। ਬਾਕੀ ਜੇ ਤੁਸੀਂ ਕੋਆਪਰੇਟਿਵ ਇੰਸਪੈਕਟਰ ਦਾ ਜਾਂ ਸੀਨੀਅਰ ਅਸਿਸਟੈਂਟ ਦਾ ਪੇਪਰ ਦੇਣਾ ਤਾਂ ਇਹੀ ਲੈਵਲ ਹੋਊਗਾ। ਅੱਗੇ ਵੀ ਅਗਲਾ ਕੁਐਸਚਨ ਵੀ ਸੌਖਾ ਹੈ, ਸਟੇਟਮੈਂਟ ਦੇਖ ਕੇ ਨਾ ਡਰ ਜਿਓ। ਕਹਿੰਦਾ ਜੀ ਮੁੰਡੇ ਦੀ ਸਾਈਕਲ ਖਰਾਬ ਹੋ ਗਈ, ਜਦੋਂ ਉਹ ਠੀਕ ਕਰਵਾਉਣ ਲਈ ਗਿਆ ਤਾਂ ਸਾਈਕਲ ਮਕੈਨਿਕ ਦੀ ਦੁਕਾਨ ਬੰਦ ਹੋ ਗਈ ਸੀਗੀ। ਹੁਣ ਆਪਾਂ ਦੱਸਣਾ ਕੀ ਹੈ ਰਾਜੇ, ਬਹੁਵਚਨ ਦੱਸਣਾ ਇਹਦਾ, ਬਹੁਵਚਨ। ਤਾਂ ਮੈਂ ਤੁਹਾਨੂੰ ਡਾਇਰੈਕਟ ਆਨਸਰ ਦੱਸ ਦਿੰਦਾ, ਪਰ ਤੁਸੀਂ ਜਰੂਰ ਸਾਰੇ ਪੜ੍ਹਨੇ ਨੇ ਆਪਦੇ ਲੈਵਲ ਤੇ। ਇਹਦੀ ਮੈਂ PDF ਤੁਹਾਨੂੰ ਟੈਲੀਗ੍ਰਾਮ ਤੇ ਸ਼ੇਅਰ ਕਰ ਦੂੰਗਾ, ਟੈਲੀਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਿਆ। ਹੁਣ ਦੇਖੋ, ਮੁੰਡੇ ਦੀ ਸਾਈਕਲ ਖਰਾਬ ਹੋ ਗਈ। ਹੁਣ ਆਪਾਂ ਇੱਥੇ ਪੜ੍ਹਦੇ ਹਾਂ, ਦੇਖੋ ਮੁੰਡਿਆਂ ਦੀਆਂ ਸਾਈਕਲਾਂ ਖਰਾਬ ਹੋ ਗਈਆਂ ਸਨ। ਠੀਕ ਹੈ, ਧਿਆਨ ਦੇ ਨਾਲ। ਠੀਕ ਹੈ ਜੀ, ਮੁੰਡਿਆਂ ਦੀਆਂ, ਦੀ ਦਾ ਦੇਖੋ ਦੀਆਂ ਆਊਗਾ, ਇੱਥੇ ਦੀ ਹੈ, ਇੱਥੇ ਦੀਆਂ। ਠੀਕ ਹੈ, ਸਾਈਕਲਾਂ ਖਰਾਬ ਹੋ ਗਈਆਂ ਸਨ। ਠੀਕ ਹੈ ਜੀ, ਇਹ ਠੀਕ ਹੈ। ਅੱਗੇ ਖਰਾਬ ਮਤਲਬ ਕੋਈ ਚੀਜ਼ ਗਲਤ ਹੋਊਗੀ ਤਾਂ ਪਹਿਲਾਂ ਕੀ ਹੈ ਜੀ, ਮੁੰਡੇ ਦਾ ਮੁੰਡਿਆਂ ਬਣ ਗਿਆ, ਦੀ ਦਾ ਦੀਆਂ ਬਣ ਗਿਆ, ਸਾਈਕਲ ਦੀ ਸਾਈਕਲਾਂ ਬਣ ਗਿਆ, ਖਰਾਬ ਹੋ ਗਈ, ਹੋ ਗਈਆਂ। ਠੀਕ ਹੈ ਜੀ, ਹੋ ਗਈਆਂ। ਠੀਕ ਹੈ ਜੀ, ਸਨ। ਜਦੋਂ ਉਹ ਠੀਕ ਕਰਾਉਣ ਲਈ ਗਿਆ ਤਾਂ ਸਾਈਕਲ ਮਕੈਨਿਕ ਦੀ ਦੁਕਾਨ ਬੰਦ ਹੋ ਗਈ ਸੀ। ਤੇ ਜਦੋਂ ਉਹ ਠੀਕ ਕਰਵਾਉਣ ਗਏ ਤਾਂ ਸਾਈਕਲ ਮਕੈਨਿਕਾਂ, ਮਕੈਨਿਕ ਦੀ ਜਗ੍ਹਾ ਤੇ ਕੀ ਆਊਗਾ, ਮਕੈਨਿਕਾਂ ਦੀਆਂ, ਦੀ ਦੁਕਾਨ ਦੀ ਜਗ੍ਹਾ ਤੇ ਦੀਆਂ ਦੁਕਾਨਾਂ ਬੰਦ ਹੋ ਗਈਆਂ ਸਨ। ਠੀਕ ਹੈ, ਹੁਣ ਆਪਾਂ ਪੜ੍ਹ ਲੈਂਦੇ ਹਾਂ ਕਿ ਦੇਖੋ ਇਹ ਤਾਂ ਪਹਿਲਾਂ ਹੀ ਗਲਤ ਹੋ ਗਿਆ। ਇੱਥੇ ਅਗਰ ਆਪਾਂ ਪੜਾਂਗੇ ਮੁੰਡਿਆਂ, ਮੁੰਡੇ ਦੀਆਂ, ਇੱਥੇ ਹੁਣ ਦੇਖੋ ਮੁੰਡਾ, ਮੁੰਡੇ ਦਾ ਮੁੰਡਾ ਹੀ ਹੈ, ਮੁੰਡਿਆਂ ਨਹੀਂ ਪਾਇਆ ਹੈਗਾ। ਅਗਰ ਇੱਥੇ ਗੱਲ ਕਰੀਏ ਮੁੰਡਿਆਂ ਦੀਆਂ ਸਾਈਕਲਾਂ ਖਰਾਬ ਹੋ ਗਈ ਸਨ, ਹੋ ਗਈ ਸਨ ਨਹੀਂ, ਹੋ ਗਈਆਂ ਸਨ, ਤਾਂ ਸਾਰੇ ਗਲਤ ਨੇ, D ਆਨਸਰ ਬਣੂਗਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਅਗਲਾ ਵੀ ਬਹੁਤ ਸੌਖਾ, ਵਚਨ ਬਦਲਣਾ ਹੈ। ਕੁੜੀ ਨੇ ਉੱਚੀ ਪੜ੍ਹਾਈ ਕੀਤੀ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ। ਤੇ ਵਾਕ ਦਾ ਵਚਨ ਬਦਲਣਾ। ਹੁਣ ਤੁਸੀਂ ਵਚਨ ਆਪਣੇ ਆਪ ਬਦਲ ਸਕਦੇ ਹੋ ਰਾਜੇ, ਵੈਸੇ ਇਹਦਾ ਆਨਸਰ B ਬਣੂਗਾ। ਦੇਖੋ ਕੁੜੀ ਦਾ ਕੀ ਆਊਗਾ ਜੀ, ਕੁੜੀਆਂ ਨੇ, ਉੱਚੀ ਦਾ ਕੀ ਆਊਗਾ ਜੀ, ਉੱਚੀਆਂ, ਤੇ ਪੜ੍ਹਾਈ ਦਾ ਕੀ ਆਊਗਾ ਜੀ, ਪੜ੍ਹਾਈਆਂ,
ਕੀਤੀਆਂ ਤੇ ਅਤੇ ਆਪਣੇ ਪਿੰਡਾਂ ਦੇ ਨਾਮ ਰੋਸ਼ਨ ਕੀਤੇ। ਠੀਕ ਹੈ, ਹੁਣ ਜੇ ਧਿਆਨ ਨਾਲ ਤੁਸੀਂ ਆ ਪੜੋਗੇ, ਕੁੜੀਆਂ ਨੇ ਉੱਚੀ ਪੜ੍ਹਾਈਆਂ ਕੀਤੀਆਂ ਅਤੇ ਆਪਣੇ ਪਿੰਡ ਦਾ ਨਾਮ, ਪਿੰਡ ਦਾ ਜੀ ਪਿੰਡਾਂ ਦਾ ਆਊਗਾ ਜੀ। ਠੀਕ ਹੈ, ਇੱਥੇ ਅਗਰ ਆਪਾਂ ਗੱਲ ਕਰੀਏ ਕੁੜੀਆਂ ਨੇ ਉੱਚੀ ਪੜ੍ਹਾਈਆਂ ਕੀਤੀਆਂ ਅਤੇ ਆਪਣੇ ਪਿੰਡਾਂ ਦੇ ਨਾਮ ਰੋਸ਼ਨ ਕੀਤੇ। ਠੀਕ ਹੈ ਜੀ, ਤਾਂ ਇੱਥੇ ਹੁਣ ਕੀ ਗਲਤੀ ਕੀ ਆਪਾਂ ਦੇਖਦੇ ਹਾਂ, ਕੁੜੀਆਂ ਨੇ ਉੱਚੀ ਉੱਚੀ ਪੜ੍ਹਾਈਆਂ, ਠੀਕ ਹੈ ਜੀ, ਪੜ੍ਹਾਈਆਂ ਕੀਤੀਆਂ ਅਤੇ ਆਪਣੇ ਪਿੰਡਾਂ ਦੇ ਨਾਮ ਰੋਸ਼ਨ ਕੀਤੇ। ਧਿਆਨ ਦੇ ਨਾਲ ਦੇਖ ਲਓ ਇਹ ਚ ਕੀ ਗਲਤੀ ਹੈਗੀ ਆ, ਇੱਕ ਮਿੰਟ ਮੈਨੂੰ ਚੈੱਕ ਕਰ ਲੈਣ ਦਿਓ। ਠੀਕ ਹੈ, ਇਹਦੇ ਵਿੱਚ ਹਾਂ ਉੱਚੀਆਂ ਨਹੀਂ ਹੈਗਾ, ਉੱਚੀ ਆ ਗਿਆ ਨਾ, ਦੇਖੋ ਆ ਦੇਖੋ ਉੱਚੀ ਆ ਗਿਆ, ਤਾਂ ਕਰਕੇ ਇੱਥੇ ਕੀ ਹੋ ਗਿਆ, ਇਹ ਗਲਤ ਹੋ ਗਿਆ। ਅਗਲਾ ਆਪਾਂ ਦੇਖਦੇ ਦੇਖੋ, ਕੁੜੀਆਂ ਨੇ ਉੱਚੀ, ਫਿਰ ਉੱਚੀ ਆ ਗਿਆ, ਤਾਂ ਉੱਚੀ ਜਗ੍ਹਾ ਕੀ ਆ ਜਾਊਗਾ, ਉੱਚੀਆਂ ਆ ਜਾਊਗਾ, ਕਿਉਂਕਿ ਆਪਾਂ ਵਾਕ ਦਾ ਵਚਨ ਬਦਲ ਰਹੇ ਹਾਂ। ਤਾਂ ਦੇਖੋ ਛੋਟੀਆਂ ਛੋਟੀਆਂ ਘੁੰਡੀਆਂ ਨੇ, ਬੜੇ ਧਿਆਨ ਨਾਲ ਪੜ੍ਹਨਾ ਪਊਗਾ, ਤਾਂ ਹੀ ਮੈਂ ਕਹਿ ਰਿਹਾ ਵੀ ਲੈਵਲ ਬਹੁਤ ਟਫ ਹੈ, ਤਾਂ ਹੀ ਤੋਤੇ ਉੱਡੇ ਹੋਏ ਆ ਸਭ ਦੇ। ਚਲੋ ਨੈਕਸਟ ਚੱਲਦੇ ਹਾਂ ਜੀ, ਆਪਾਂ 20 ਨੰਬਰ ਕੁਐਸਚਨ ਕਰਦੇ ਹਾਂ। ਕਹਿੰਦੇ ਜੀ, ਧੀ ਸਦਾ ਇਸ ਲਈ ਨਹੀਂ ਜੰਮਦੀ ਕਿ ਉਹ ਆਪਣੀ ਇੱਛਾ ਮਾਰ ਕੇ ਜੀਵੇ ਤੇ ਸਿਰਫ ਘਰ ਦੀ ਇੱਜ਼ਤ ਨੂੰ ਸੰਭਾਲੇ। ਸਹੀ ਗੱਲ ਹੈ ਜੀ, ਉਹਨੂੰ ਵੀ ਜੀਣ ਦਾ ਹੱਕ ਹੈ, ਚੋਣ ਦਾ ਹੱਕ ਹੈ, ਧੀਆਂ ਦੀ ਇੱਜ਼ਤ ਕਰੋ। ਮਹਾਰਾਜ ਕਹਿੰਦੇ ਨਾ, ਸੋ ਕੋ ਮੰਦਾ ਆਖੀਏ ਇੱਜ਼ਤ ਜੰਮੇ ਰਾਜਾਨ। ਤਾਂ ਜਿਸਨੇ ਰਾਜੇ ਰੰਕ ਵਰਗੇ, ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਜੰਮੇ ਆ, ਸਭ ਦੀ ਇੱਜ਼ਤ ਕਰਿਆ ਕਰੋ। ਪੰਜਾਬੀ ਵਿਆਕਰਨ ਦੇ ਵਿੱਚ ਇਹਦਾ ਕੀ ਬਦਲਣਾ, ਵਾਕ ਦਾ ਵਚਨ ਬਦਲਣਾ। ਤਾਂ ਧਿਆਨ ਦੇ ਨਾਲ ਵਚਨ ਬਦਲਣਾ ਰਾਜੇ। ਹੁਣ ਕੀ ਆ ਜੀ, ਇਹਦਾ ਆਨਸਰ ਏ ਆਊਗਾ। ਧੀ ਦਾ ਕੀ ਆਊਗਾ ਜੀ, ਧੀਆਂ ਸਦਾ ਇਸ ਲਈ ਨਹੀਂ ਜੰਮਦੀਆਂ ਕਿ ਉਹ ਆਪਣੀਆਂ ਇੱਛਾਵਾਂ ਮਾਰ ਕੇ ਜਿਉਣ। ਜੀਣ ਦਾ ਕੀ ਆ ਜਾਊਗਾ, ਜਿਉਣ ਤੇ ਸਿਰਫ ਘਰਾਂ ਦੀਆਂ ਇੱਜ਼ਤਾਂ ਨੂੰ ਸੰਭਾਲਣ। ਹੁਣ ਇੱਥੇ ਕਿਉਂ ਨਹੀਂ ਆਇਆਗਾ, ਧੀ ਦਾ ਧੀਆਂ ਨਹੀਂ ਕੀਤਾਗਾ। ਠੀਕ ਹੈ ਜੀ, ਇਸ ਕਰਕੇ ਗਲਤ ਹੋ ਗਿਆ। ਐਸ ਇੱਥੇ ਸਹੀ ਹੈ, ਧੀਆਂ ਸਦਾ ਇਸ ਲਈ ਨਹੀਂ ਜੰਮਦੀਆਂ ਕਿ ਉਹ ਆਪਣੀ ਨਹੀਂ ਆਪਣੀਆਂ ਆਊਗਾ। ਠੀਕ ਹੈ ਜੀ, ਧੀਆਂ ਸਦਾ ਇਸ ਲਈ ਨਹੀਂ ਜੰਮਦੀਆਂ ਕਿ ਉਹ ਆਪਣੀਆਂ ਇੱਛਾ ਨਹੀਂ ਇੱਛਾਵਾਂ ਆਊਗਾ। ਤਾਂ ਕਰਕੇ ਆਨਸਰ ਕੀ ਬਣ ਗਿਆ ਤੁਹਾਡਾ, ਏ ਬਣ ਗਿਆ। ਇਹ ਸਾਰੇ ਮਤਲਬ ਇਦਾਂ ਦੇ ਸੀਗੇ, ਹੈ ਬੜੇ ਸੌਖੇ ਸੀ, ਸਟੇਟਮੈਂਟਾਂ ਵੇਖ ਕੇ ਡਰਨਾ ਨਹੀਂ ਹੈਗਾ। ਅੱਗੇ ਆ ਗਿਆ ਜੀ, ਕਹਿੰਦੇ ਡਾਕਟਰ ਨੇ ਆਪਣੇ ਕਲੀਨਿਕ ਦੇ ਵਿੱਚ ਆਏ 2-3 ਮਰਦਾਂ ਨੂੰ ਬੈਠਣ ਲਈ ਕਿਹਾ ਤੇ ਆਪਣੀ ਸਹਾਇਕਾ ਨੂੰ ਉਹਨਾਂ ਦੀ ਮਰਦ ਦੇ ਵੇਰਵੇ ਡਿਨੋਟ ਕਰਨ ਦਾ ਨਿਰਦੇਸ਼ ਦਿੱਤਾ। ਵਾਕ ਦਾ ਲਿੰਗ ਬਦਲੋ। ਮੈਂ ਕਹਿੰਦਾ ਵੀ ਜੇ ਤੁਸੀਂ ਪੇਪਰ 'ਚ ਬੈਠੇ ਹੋਏ ਨਾ, 101% ਕੁਐਸਚਨ ਗਲਤ ਕਰੋਗੇ, ਕਿਉਂਕਿ ਬੱਚਿਆਂ ਨੂੰ ਇਹੀ ਨਹੀਂ ਪਤਾ ਲੱਗਣਾ ਵੀ ਸਹਾਇਕ ਤੇ ਸਹਾਇਕਾ ਕੀ ਹੁੰਦਾ ਹੈ। ਸਹਾਇਕ ਹੁੰਦਾ ਭਾਈ ਮੇਲ, ਸਹਾਇਕਾ ਹੁੰਦੀ ਆ ਫੀਮੇਲ। ਬਸ ਇੱਥੇ ਹੀ ਗਲਤੀ ਕਰਨੀ ਸੀ ਤੁਸੀਂ। ਇਹ ਕੁਐਸਚਨ ਨੂੰ ਅਗਰ ਮੈਂ ਜਦੋਂ ਪਹਿਲੀ ਵਾਰੀ ਅਟੈਂਪਟ ਕੀਤਾ ਤੇ ਮੇਰੇ ਤੋਂ ਵੀ ਗਲਤੀ ਹੋ ਚੱਲੀ ਸੀ, ਜਦ ਕਿ ਮੈਂ ਘਰ ਬੈਠ ਕੇ ਕੀਤਾ, ਤੇ ਪੇਪਰ ਦੇ ਵਿੱਚ ਪ੍ਰੈਸ਼ਰ ਹੁੰਦਾ। ਤਾਂ ਇਹਦਾ ਜਿਹੜਾ ਰਾਈਟ ਆਨਸਰ ਬਣਨਾ, ਤੁਹਾਨੂੰ ਮੈਂ ਵੈਸੇ ਦੱਸ ਦਿੰਦਾ, ਬੀ ਬਣਨਾ। ਆਪਾਂ ਏ ਪੜ੍ਹਦੇ ਹਾਂ ਪਹਿਲਾਂ। ਦੇਖੋ, ਡਾਕਟਰ ਨੇ ਆਪਣੇ ਕਲੀਨਿਕ ਦੇ ਵਿੱਚ ਆਈਆਂ 2-3 ਔਰਤਾਂ, ਇੱਥੇ 2-3 ਮਰਦਾਂ ਤੇ ਇੱਥੇ 2-3 ਔਰਤਾਂ, ਠੀਕ ਹੈ ਜੀ, ਨੂੰ ਬੈਠਣ ਲਈ ਕਿਹਾ ਅਤੇ ਆਪਣੇ, ਠੀਕ ਹੈ ਜੀ, ਆਪਣੀ ਨੂੰ ਆਪਣੇ ਸਹਾਇਕ ਨੂੰ ਉਹਨਾਂ ਦੀ ਮਰਜ਼ ਦੇ ਵੇਰਵੇ ਨੋਟ ਕਰਨ ਦਾ ਆਦੇਸ਼ ਦਿੱਤਾ। ਤਾਂ ਹੁਣ ਇਹਦਾ ਬਣਨਾ ਕੀ ਸੀਗਾ ਰਾਜੇ, ਡਾਕਟਰ ਦੀ ਜਗ੍ਹਾ ਤੇ ਕੀ ਆਉਣਾ ਸੀਗਾ, ਡਾਕਟਰਨੀਆਂ ਆਉਣਾ ਸੀਗਾ, ਹਨਾ। ਡਾਕਟਰ ਦੀ ਜਗ੍ਹਾ ਤੇ ਡਾਕਟਰਨੀ ਆਉਣਾ ਸੀਗਾ, ਤਾਂ ਇਹ ਡਾਕਟਰ ਹੀ ਪਾਇਆ ਗਿਆ, ਇਹ ਗਲਤ ਹੋ ਗਿਆ। ਹੁਣ ਬੀ ਦੇਖੋ, ਡਾਕਟਰਨੀ ਨੇ ਆਪਣੇ ਕਲੀਨਿਕ ਵਿੱਚ ਆਈਆਂ 2-3 ਔਰਤਾਂ ਨੂੰ ਬੈਠਣ ਲਈ ਕਿਹਾ, ਬਿਲਕੁਲ ਠੀਕ ਹੈ। ਅਤੇ ਆਪਣੀ, ਉੱਥੇ ਬੰਦਾ ਡਾਕਟਰ ਹੈ ਤੇ ਆਪਣੀ ਸਹਾਇਕਾ ਨੂੰ ਕਹਿ ਰਿਹਾ, ਫੀਮੇਲ ਨੂੰ ਕਹਿ ਰਿਹਾ, ਤੇ ਇੱਥੇ ਲੇਡੀ ਹੈ ਤੇ ਕਿਹਨੂੰ ਕਹੂਗੀ, ਆਪਣੇ ਸਹਾਇਕ ਨੂੰ ਕਹੂਗੀ। ਠੀਕ ਹੈ, ਆਪਣੇ ਸਹਾਇਕ ਨੂੰ। ਤਾਂ ਹੁਣ ਇੱਥੇ ਇਹਦੇ ਵਿੱਚ ਵੀ ਗਲਤੀ ਨਹੀਂ ਹੁੰਦੀ, ਡੀ ਤੇ ਬੀ 'ਚ ਗਲਤੀ ਕੀਤੀ, ਜਿਹੜੇ ਬੱਚੇ ਨੇ ਵੀ ਕੀਤੀ ਹੈ। ਹੁਣ ਦੇਖੋ ਲੋਕ ਡੀ ਲਾ ਕੇ ਆਏ ਆ, ਕਿਵੇਂ, ਦੇਖੋ ਡਾਕਟਰੀ ਨੇ ਆਪਣੇ ਕਲੀਨਿਕ ਵਿੱਚ ਆਈਆਂ 2-3 ਔਰਤਾਂ ਨੂੰ ਬੈਠਣ ਲਈ ਕਿਹਾ ਤੇ ਆਪਣੀ ਸਹਾਇਕਾ, ਤੇ ਇੱਥੇ ਆਪਣੀ ਸਹਾਇਕਾ ਜਗ੍ਹਾ ਤੇ ਆਪਣਾ ਸਹਾਇਕ ਆਉਣਾ ਸੀਗਾ। ਇੱਥੇ ਬੱਚਿਆਂ ਨੇ ਗਲਤੀ ਕੀਤੀ ਹੈ ਤੇ ਇਹ ਵੀ ਗਲਤ ਹੋ ਗਿਆ, ਤੇ ਇੱਥੇ ਆਨਸਰ ਕੀ ਬਣੂਗਾ, ਬੀ ਬਣ ਜਾਊਗਾ। ਠੀਕ ਹੈ ਜੀ, ਤਾਂ ਹੀ ਮੈਂ ਕਹਿੰਦਾ ਸਟੇਟਮੈਂਟ ਨੂੰ 2 ਵਾਰੀ ਪੜ੍ਹ ਲਿਆ ਕਰੋ ਪੁੱਤ, 2 ਵਾਰੀ ਪੜ੍ਹੋਗੇ ਤਾਂ ਹੀ ਗੱਲ ਬਣੂਗੀ। ਅੱਜ ਮੈਂ ਵੀ ਬਹੁਤ ਗਰਮੀ 'ਚ ਬੈਠਾ, ਪੱਖਾ ਵੀ 2 ਨੰਬਰ ਤੇ ਚਲਾਇਆ ਹੋਇਆ। ਤਾਂ ਮੇਰੀ ਸੇਵਾ ਪ੍ਰਵਾਨ ਕਰਿਓ, ਕਲਾਸ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਜੋ ਕੀਤੀ ਮਿਹਨਤ ਦਾ ਮੁੱਲ ਪੈ ਜਾਵੇ, ਬੱਚਿਆਂ ਤੱਕ ਪਹੁੰਚ ਜਾਵੇ ਵੀ ਪੇਪਰ ਇਸ ਲੈਵਲ ਦਾ ਆਊਗਾ। ਅੱਗੇ ਕਹਿੰਦਾ ਜੀ, ਵਾਕ ਦਾ ਫਿਰ ਲਿੰਗ ਬਦਲਣਾ ਆਪਾਂ। ਤੇ ਇਹ ਦੇਖੋ, ਵਚਨ ਬਦਲਣਾ, ਲਿੰਗ ਬਦਲਣਾ, ਸਟੇਟਮੈਂਟ ਦੇ ਵਿੱਚ ਆ ਰਹੇ ਆ। ਤਾਂ ਸਟੇਟਮੈਂਟ ਦੇ ਵਿੱਚ ਵੀ ਕੋਈ ਔਖੇ ਨਹੀਂ ਹੁੰਦੇ, ਬਸ ਨਿਯਮ ਆਪਾਂ ਨੂੰ ਪਤਾ ਹੈ, ਬਸ ਧਿਆਨ ਦੇ ਨਾਲ 2-3 ਵਾਰੀ ਸਟੇਟਮੈਂਟ ਪੜ੍ਹਨੀ ਹੁੰਦੀ ਹੈ। ਇੱਥੇ ਆਨਸਰ ਜਿਹੜਾ ਬਣੂਗਾ ਡੀ ਬਣੂਗਾ। ਹੁਣ ਦੇਖੋ, ਕਹਿੰਦਾ ਜੀ, ਮਹਾਰਾਜਾ ਸਾਹਿਬ ਨੇ ਬਾਗ ਦੇ ਮਾਲੀ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਝੂਠੀ ਖਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿੱਚ ਕੋਈ ਭੂਤ ਰਹਿੰਦਾ ਹੈ। ਤਾਂ ਹੁਣ ਦੇਖੋ ਆਪਾਂ ਪੜ੍ਹਦੇ ਹਾਂ। ਕਹਿੰਦਾ ਜੀ, ਮਹਾਰਾਣੀ ਸਾਹਿਬਾ ਨੇ ਬਾਗ ਦੀ ਮਾਲਣ ਨੂੰ ਬੁਲਾਇਆ, ਬਿਲਕੁਲ ਠੀਕ ਹੈ, ਅਤੇ ਪੁੱਛਿਆ ਕਿ ਇਹ ਝੂਠੀ ਖਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿੱਚ ਕੋਈ ਭੂਤਨੀ ਰਹਿੰਦੀ ਹੈ। ਭੂਤ ਦਾ ਕੀ ਹੁੰਦਾ ਭਾਈ, ਭੂਤਨੀ। ਹੁਣ ਉਤਲੇ ਕਿਉਂ ਗਲਤ ਹੋ ਗਏ, ਉਤਲੇ ਤਾਂ ਗਲਤ ਹੋ ਗਏ, ਮਹਾਰਾਣੀ ਸਾਹਿਬਾ ਨੇ ਬਾਗ ਦੀ ਮਾਲਣ ਨੂੰ ਬੁਲਾਇਆ ਤੇ ਪੁੱਛਿਆ ਕਿ ਇਹ ਝੂਠੀ ਖਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿੱਚ ਕੋਈ ਭੂਤਨੀ ਰਹਿੰਦੀ ਹੈ। ਹੁਣ ਆਪਾਂ ਦੇਖਦੇ ਹਾਂ, ਮਹਾਰਾਣੀ ਸਾਹਿਬਾ
ਨੇ ਬਾਗ ਦੀ ਮਾਲਨ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਝੂਠੀ ਖਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿੱਚ ਕੋਈ ਭੂਤਨੀ ਰਹਿੰਦੀ ਹੈ ਬਈ ਇਹ ਕੀ ਹੋ ਗਿਆ। ਹਾਂ ਆ ਦੇਖੋ ਇੱਥੇ ਮਹਾਰਾਣੀ ਸਾਹਿਬ ਹੈ, ਸਾਹਿਬਾ ਆਊਗਾ, ਮਹਾਰਾਣੀ ਸਾਹਿਬਾ ਦੇਖੋ ਛੋਟੀਆਂ ਛੋਟੀਆਂ ਨੇ, ਤਾਂ ਹੀ ਮੈਂ ਕਹਿੰਦਾ ਬਹੁਤ ਧਿਆਨ ਨਾਲ ਦੇਖਣਾ ਪਊਗਾ। ਅੱਗੇ ਆ ਗਿਆ ਜੀ ਮਹਾਰਾਣੀ ਸਾਹਿਬਾ ਨੇ ਬਾਗ ਦੇ ਮਾਲੀ ਨੂੰ ਨਹੀਂ ਭਾਈ ਮਾਲਨ ਨੂੰ ਬੁਲਾਇਆ, ਠੀਕ ਹੈ ਜੀ। ਫਿਰ ਕਹਿੰਦੇ ਜੀ ਮਹਾਰਾਣੀ ਸਾਹਿਬਾ ਨੇ ਸਾਹਿਬਾ ਨੇ ਬਾਗ ਦੇ ਮਾਲੀ ਨੂੰ ਬੁਲਾਇਆ, ਇਹ ਵੀ ਗਲਤ ਹੋ ਗਿਆ, ਤਾਂ ਕੀ ਆਂਸਰ ਕੀ ਹੋ ਗਿਆ, ਡੀ ਹੋ ਗਿਆ। ਦੇਖੋ ਗਲਤੀ ਦੇ ਚਾਂਸ ਹੋਣਗੇ। ਅੱਗੇ ਗੱਲ ਕਰੀਏ ਜੀ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਜਿਹੜਾ 23 ਨੰਬਰ ਕੁਐਸਚਨ ਹੈਗਾ ਇਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਨਸਰ ਕਰ ਦਿਓ ਜੇ ਪਤਾ, ਕਿਉਂਕਿ ਮੇਰੇ ਜ਼ਿਹਨ ਦੇ ਵਿੱਚ ਨਹੀਂ ਹੈਗਾ। ਮੈਨੂੰ ਐਂ ਤਾਂ ਪਤਾ ਵੀ 22 ਲੈਂਗੁਏਜ ਆਉਂਦੀਆਂ ਨੇ ਸ਼ਡਿਊਲ ਨੰਬਰ 8 ਦੇ ਵਿੱਚ, ਠੀਕ ਹੈ ਜੀ। ਸ਼ਡਿਊਲ 8 ਦੇ ਵਿੱਚ 22 ਲੈਂਗੁਏਜ ਤਾਂ ਆਉਂਦੀਆਂ, ਪਰ ਕਿਹੜੀਆਂ ਸਬ ਲੈਂਗੁਏਜ ਯਾਨੀ ਕਿ ਉਪ ਭਾਸ਼ਾਵਾਂ ਹੈਗੀਆਂ ਜਿਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ, ਮੈਨੂੰ ਡਿਟੇਲ ਇਹਦੀ ਮਿਲੀ ਨਹੀਂ, ਕਿਉਂਕਿ ਮੈਨੂੰ ਨਹੀਂ ਪਤਾ। ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ, ਕਿਉਂਕਿ ਮੈਨੂੰ ਨਹੀਂ ਪਤਾ ਸੀਗਾ। ਜੇ ਤੁਹਾਨੂੰ ਪਤਾ ਤੁਸੀਂ ਕਮੈਂਟ ਕਰ ਦਿਓ, ਮੈਂ ਆਨਸਰ ਨੂੰ ਪਿੰਨ ਕਰ ਦੂੰਗਾ ਜਿਹੜਾ ਆਨਸਰ ਠੀਕ ਹੋਊਗਾ, ਠੀਕ ਹੈ ਜੀ। ਅਗਲਾ ਕੁਐਸਚਨ ਮੈਂ ਬਹੁਤ ਵਾਰੀ ਕਰਵਾਇਆ ਹੋਇਆ ਤੇ ਮੈਂ ਕਾਫੀ ਵਾਰੀ ਮੈਂ ਅਕਸਰ ਬੋਲਦਾ ਵੀ ਪੰਜਾਬੀ ਬੋਲਣ ਵਾਲੇ ਸਭ ਤੋਂ ਵੱਧ ਪੰਜਾਬੀ ਕਿੱਥੇ ਬੋਲੀ ਜਾਂਦੀ ਹੈ। ਹੁਣ ਬੱਚੇ ਲਾ ਕੇ ਆਉਣਗੇ ਪੂਰਬੀ, ਪੂਰਬੀ ਦਾ ਮਤਲਬ ਕੀ ਹੈ, ਚੜ੍ਹਦਾ ਪੰਜਾਬ। ਚੜ੍ਹਦਾ ਪੰਜਾਬ ਕਿਹੜਾ ਜੀ, ਆਪਣੇ ਹਿੰਦੁਸਤਾਨ ਵਾਲਾ ਪੰਜਾਬ ਜਿੱਥੇ ਆਪਾਂ ਰਹਿੰਦੇ ਆ। ਪਰ ਸਭ ਤੋਂ ਵੱਧ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ ਉਹ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ, ਠੀਕ ਹੈ ਜੀ। ਇਹ ਅੰਕੜੇ ਕਹਿੰਦੇ ਆ, ਮੈਂ ਨਹੀਂ ਕਹਿੰਦਾ। ਇਹਦਾ ਆਨਸਰ ਬੀ ਆਉਣਾ ਸੀਗਾ, ਜਿਨ੍ਹਾਂ ਨੇ ਏ ਲਾਇਆ ਰਾਜੇ ਉਹ ਗਲਤ ਹੋ ਗਿਆ, ਇੱਥੇ ਆਨਸਰ ਬੀ ਆਊਗਾ। ਅੱਗੇ ਚੱਲਦੇ ਹਾਂ ਜੀ ਆਪਾਂ, ਤਾਂ 25 ਨੰਬਰ ਲੈਣੇ ਨੇ, ਪਰ 25 ਨੰਬਰ ਲੈਣੇ ਵੀ ਇਹਦੇ ਵਿੱਚੋਂ ਔਖੇ ਹੋ ਜਾਣੇ ਨੇ ਕਈਆਂ ਬੰਦਿਆਂ ਨੂੰ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹਿਆਂ ਦੇ ਸਮੂਹ ਦੇ ਵਿੱਚ ਮਾਝੀ ਬੋਲਣ ਵਾਲੇ ਇਲਾਕੇ, ਤੁਹਾਨੂੰ ਪਤਾ ਵੀ ਮਾਝਾ ਕਿਹੜਾ ਹੈਗਾ, ਅੰਮ੍ਰਿਤਸਰ ਵਾਲਾ ਇਲਾਕਾ। ਤੇ ਹੁਣ ਮਾਝੀ ਬੋਲਣ ਵਾਲੇ ਤੁਸੀਂ ਇਲਾਕੇ ਦੱਸਣੇ ਆ ਵੀ ਕਿਹੜੇ ਮਾਝੀ ਬੋਲਦੇ ਆ। ਹੁਣ ਦੇਖੋ ਜਲੰਧਰ ਤੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਮਾਲਵਾ ਆ ਗਿਆ, ਠੀਕ ਹੈ ਜੀ। ਇਹਦਾ ਆਨਸਰ ਜਿਹੜਾ ਬਣਨਾ ਹੈਗਾ ਆਪਣਾ 25ਵੇਂ ਦਾ ਬੀ ਬਣਨਾ, ਕਿਉਂਕਿ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਇਹ ਆ ਜੀ ਤੁਹਾਡਾ ਮਾਝੇ ਦੇ ਵਿੱਚ। ਕਪੂਰਥਲਾ ਦੁਆਬੇ ਦੇ ਵਿੱਚ, ਠੀਕ ਹੈ ਜੀ। ਹੁਸ਼ਿਆਰਪੁਰ ਵੀ ਦੁਆਬੇ ਦੇ ਵਿੱਚ, ਤਾਂ ਇਹ ਮਾਝੀ ਵਾਲੇ ਪੁੱਛੇ ਤਾਂ ਬੀ ਆਨਸਰ ਆਊਗਾ। ਅਗਲਾ 1960 ਦੇ ਵਿੱਚ ਜਿਹੜਾ ਪੰਜਾਬ ਰਾਜ ਭਾਸ਼ਾ ਐਕਟ ਆਇਆ ਸੀ ਰਾਜੇ, ਉਹਦੇ ਵਿੱਚ ਰਾਜ ਭਾਸ਼ਾ ਕਿਹੜੀ ਸੀਗੀ, ਤਾਂ ਰਾਜ ਭਾਸ਼ਾ ਉਸ ਟਾਈਮ ਤੇ ਪੰਜਾਬੀ ਤੇ ਹਿੰਦੀ ਦੋਵਾਂ ਨੂੰ ਰੁਤਬਾ ਮਿਲਿਆ ਸੀਗਾ, ਦੇਵਨਾਗਰੀ ਹਿੰਦੀ ਵਾਲੀ ਤੇ ਗੁਰਮੁਖੀ ਪੰਜਾਬੀ ਵਾਲੀ। ਤੁਹਾਨੂੰ ਪਤਾ ਵੀ 1967 ਦੇ ਵਿੱਚ ਦੁਬਾਰਾ ਆਇਆ ਸੀਗਾ, ਜਿਹਦੇ ਵਿੱਚ ਪੰਜਾਬੀ ਨੂੰ ਆਫੀਸ਼ੀਅਲ ਲੈਂਗੁਏਜ ਬਣਾਇਆ ਗਿਆ ਪੰਜਾਬ ਦੀ। ਪਹਿਲਾਂ ਪੰਜਾਬੀ ਤੇ ਹਿੰਦੀ ਦੋਵੇਂ ਸੀਗਾ, ਕਿਉਂਕਿ ਹਰਿਆਣਾ ਤੇ ਪੰਜਾਬ ਇਕੱਠੀ ਸੀਗੇ ਭਾਈ, ਹਰਿਆਣਾ ਹਿਮਾਚਲ ਪੰਜਾਬ ਇਕੱਠੇ ਸੀਗੇ, ਆਪਣਾ ਹੀ ਲਾਣਾ ਹੈ, ਤਾਂ ਫਿਰ ਇੱਥੇ ਹਿੰਦੀ ਵੀ ਬੋਲਦੇ ਸੀਗੇ। ਫਿਰ ਉਸ ਤੋਂ ਬਾਅਦ ਭਾਸ਼ਾ ਦੇ ਆਧਾਰ ਤੇ 1966 ਯਾਨੀ ਕਿ 1 ਨਵੰਬਰ ਤੇ 1966 ਨੂੰ ਪੰਜਾਬ ਜਿਹੜਾ ਮਾਡਰਨ ਪੰਜਾਬ ਹੋਣ ਦੇ ਵਿੱਚ ਆਇਆ ਤੇ ਹਰਿਆਣਾ ਕੱਢਿਆ ਗਿਆ, ਤਾਂ ਕਰਕੇ ਫਿਰ ਪੰਜਾਬ ਦੇ ਵਿੱਚ ਕੀ ਆ, ਪੰਜਾਬੀ ਬੋਲਦੇ ਇਲਾਕੇ ਹੀ ਰਹਿ ਗਏ, ਠੀਕ ਹੈ ਜੀ। ਉਹ ਵੱਖਰੀ ਗੱਲ ਹੈ, ਹੋਰ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ, ਕੁਝ ਇਲਾਕਿਆਂ ਵਿੱਚ ਹਿੰਦੀ ਅੱਜ ਵੀ ਬੋਲਦੇ ਆ, ਪਰ 1967 ਐਕਟ ਦੇ ਵਿੱਚ ਪੰਜਾਬੀ ਨੂੰ ਮਾਨਤਾ ਦਿੱਤੀ ਗਈ, ਪਰ 1960 ਦੇ ਅਕੋਰਡਿੰਗ ਪੰਜਾਬੀ ਤੇ ਹਿੰਦੀ ਦੋਵੇਂ ਸੀਗੇ। ਅਗਲਾ ਜੀ ਕੁਐਸਚਨ ਹੈਗਾ, ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਸ਼ਾਮਲ ਨਹੀਂ ਸਨ। ਹੁਣ ਇਹਦਾ ਵੀ ਮੈਨੂੰ ਡਾਊਟ ਹੈ, ਵੈਸੇ ਚਲੋ ਜਿੰਨਾ ਕਿ ਮੈਂ ਬਹੁਤ ਡਿਟੇਲ ਚ ਪੜਿਆ ਮਹਾਰਾਜਾ ਸਾਹਿਬ ਨੂੰ, ਪਰ ਮੇਰੇ ਹਿਸਾਬ ਨਾਲ ਜਿਹੜਾ ਆਨਸਰ ਬਣਦਾ ਉਹ ਬੀ ਬਣਦਾ। ਲੁਧਿਆਣੇ ਦਾ ਕੋਈ ਜ਼ਿਕਰ ਨਹੀਂ ਆਉਂਦਾਗਾ, ਤਾਂ ਮੇਰੇ ਹਿਸਾਬ ਨਾਲ ਬੀ ਬਣਦਾ। ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਮੇਰਾ ਆਨਸਰ ਗਲਤ ਆ, ਤੁਸੀਂ ਵਿਦ ਕਮੈਂਟ ਦੱਸਣਾ ਵੀ ਕਿਉਂ ਗਲਤ ਹੈ, ਜੇ ਤੁਹਾਡਾ ਸਹੀ ਹੈ ਤਾਂ ਕਿਉਂ ਸਹੀ ਹੈ, ਇਹ ਤੁਸੀਂ ਨਾਲ ਜ਼ਰੂਰ ਮੈਨੂੰ ਵੇਰਵਾ ਪਾਉਣਾ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਅਗਲਾ ਆ ਗਿਆ ਜੀ ਪੈਪਸੂ। ਤਾਂ ਪੈਪਸੂ ਤੁਹਾਨੂੰ ਸਭ ਨੂੰ ਪਤਾ ਹੈ ਜੀ, ਠੀਕ ਹੈ। ਪੈਪਸੂ ਜਿਹੜਾ ਬਣਿਆ ਸੀਗਾ 1948 ਵਿੱਚ ਬਣਿਆ ਸੀ ਤੇ 1956 ਵਿੱਚ ਇਹ ਮਰਜ ਕਰਤਾ, ਠੀਕ ਹੈ ਜੀ। ਤਾਂ ਇਹਦੀ ਰਾਜਧਾਨੀ ਕਿਹੜੀ ਸੀਗੀ, ਪਟਿਆਲਾ। ਤੇ ਇਹਦੇ ਵਿੱਚ ਕਿੰਨੀਆਂ 8 ਰਿਆਸਤਾਂ ਸੀਗੀਆਂ, ਇਹ ਸਭ ਨੂੰ ਪਤਾ ਹੋਊਗਾ। 8 ਰਿਆਸਤਾਂ ਕਿਹੜੀਆਂ ਕਿਹੜੀਆਂ ਸੀ, ਉਹ ਰਿਆਸਤਾਂ ਹੀ ਦੱਸਣੀਆਂ ਨੇ। ਜਿਹੜਾ ਇਹਦਾ ਆਨਸਰ ਬਣਦਾ ਡੀ ਬਣਦਾ, ਤੁਹਾਨੂੰ ਮੈਂ ਸਾਰੀਆਂ 8 ਦੇ 8 ਰਿਆਸਤਾਂ ਲਿਖਾ ਦਿੰਦਾ। ਇਹਦੀ ਜਿਹੜੀ ਪਟਿਆਲਾ ਸੀਗੀ ਰਾਜੇ, ਪਟਿਆਲਾ ਕੀ ਸੀਗੀ, ਇਹਦੀ ਆਪਣੀ ਰਾਜਧਾਨੀ ਸੀਗੀ, ਠੀਕ ਹੈ। ਫਿਰ ਨਾਭਾ ਹੋ ਗਿਆ, ਫਿਰ ਜੀਂਦ ਹੋ ਗਿਆ, ਇਸ ਤੋਂ ਇਲਾਵਾ ਕਪੂਰਥਲਾ, ਠੀਕ ਹੈ, ਨੋਟ ਕਰ ਲਿਓ, ਕਪੂਰਥਲਾ ਹੋ ਗਿਆ, ਠੀਕ ਹੈ ਜੀ ਤੁਹਾਡਾ। ਕਪੂਰਥਲਾ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਫਰੀਦਕੋਟ, ਠੀਕ ਹੈ ਜੀ, ਫਰੀਦਕੋਟ ਹੋ ਗਿਆ, ਫਿਰ ਮਲੇਰਕੋਟਲਾ ਹੋ ਗਿਆ। ਇਸ ਤੋਂ ਇਲਾਵਾ ਆਪਾਂ ਕਲਸੀਆਂ ਹੋ ਗਿਆ ਤੇ ਨਾਲਾਗੜ੍ਹ। ਨਾਲਾਗੜ੍ਹ ਇੱਥੇ ਯਾਰ ਪਤਾ ਨਹੀਂ ਪਿੰਡ ਜਾਂ ਸਹੀ ਨਹੀਂ ਚੱਲਦਾ, ਪਤਾ ਨਹੀਂ ਕੀ ਚੱਕਰ ਹੈ। ਤਾਂ ਨੋਟ ਕਰ ਲਿਓ 8 ਹੈਗੀਆਂ ਨੇ, ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਫਰੀਦਕੋਟ, ਮਲੇਰਕੋਟ, ਕਲਸੀਆਂ, ਨਾਲਾਗੜ੍ਹ, ਤੇ ਰਾਜਧਾਨੀ ਪਟਿਆਲਾ ਸੀਗੀ। ਤੇ ਇੱਥੇ ਜਿਹੜਾ ਸਮੂਹ ਬਣਦਾ ਉਹ ਡੀ ਬਣਦਾ। ਅਗਲੇ ਕੁਐਸਚਨ ਵੱਲ ਮੂਵ ਕਰਦੇ ਆਪਾਂ, ਥੋੜਾ ਜਿਹਾ ਇਹਨੂੰ ਉੱਪਰ ਕਰ ਲਈਏ। ਨੈਕਸਟ ਕੁਐਸਚਨ ਹੈਗਾ ਜੀ ਆਪਣਾ, ਅਗਲੇ ਕੁਐਸਚਨ ਵੱਲ ਮੂਵ ਕਰਦੇ ਆ। ਅਗਲਾ ਕੁਐਸਚਨ ਆ ਗਿਆ ਜੀ ਆਪਣਾ ਅਨ ਅਗੇਤਰ ਦੇ ਨਾਲ। ਅਨ ਹੁੰਦਾ ਨੈਗੇਟਿਵ ਚੀਜ਼ ਵਾਸਤੇ, ਠੀਕ ਹੈ ਜੀ। ਹੁਣ ਇਹਦੇ ਵਿੱਚ ਕਹਿੰਦਾ ਵੀ ਅਨ ਅਗੇਤਰ ਲਗਾ ਕੇ ਏੜ ਦਿੱਤੇ ਸ਼ਬਦ ਸਮੂਹਾਂ ਵਿੱਚ ਨਾ ਸਾਰੇ ਸ਼ਬਦਾਂ ਨਾਲ ਅਨ ਲੱਗਦਾ ਹੈ। ਹੁਣ ਸਾਰਿਆਂ ਨਾਲ ਲੱਗਣਾ ਚਾਹੀਦਾ। ਅਣਗੌਲਿਆ ਆਪਾਂ ਕਹਿ ਸਕਦੇ ਹਾਂ, ਪਰ ਅਨ ਅਧਿਕਾਰਿਤ ਨਹੀਂ ਕਹਿ ਸਕਦੇਗੇ, ਠੀਕ ਹੈ। ਅਣਚਾਹਿਆ ਹੁੰਦਾ, ਅਣਕੀਤਾ ਨਹੀਂ ਹੁੰਦਾਗਾ,
ਠੀਕ ਹੈ ਜੀ। ਅਣਘੜ ਨਹੀਂ ਹੁੰਦਾਗਾ ਤਾਂ ਇਹ ਆਨਸਰ ਬਣੂਗਾ ਅਣਪਚਿਆ, ਅਣਜਾਣ, ਅਣਡਿੱਠ। ਠੀਕ ਹੈ ਜੀ। ਅਣਡਿੱਠ ਜਿਹਨੂੰ ਆਪਾਂ ਮਤਲਬ ਦੱਸ ਹੀ ਨਹੀਂ ਸਕਦੇ, ਜਿਹਦੀ ਆਪਾਂ ਵਿਆਖਿਆ ਨਹੀਂ ਕਰ ਸਕਦੇ, ਤਾਂ ਇਹ ਆਨਸਰ ਆਉਣਾ ਸੀਗਾ। ਇਸ ਤੋਂ ਬਾਅਦ ਕਹਿੰਦਾ ਜੀ ਸੁਤੰਤਰਤਾ ਤੋਂ ਬਾਅਦ, ਜਾਨੀ ਕਿ 1947 ਦੀ ਆਜ਼ਾਦੀ ਤੋਂ ਬਾਅਦ ਪੁੱਛ ਰਹੇ ਨੇ। ਇਹ ਬੱਚੇ ਨੇ ਆਨਸਰ ਗਲਤ ਲਾਤਾ ਭਾਈ। ਠੀਕ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫਰ ਆਊਗਾ 1966 ਤੋਂ ਬਾਅਦ। ਠੀਕ ਹੈ ਜੀ। ਤਾਂ ਇਹ ਗਲਤ ਹੈ। ਗੋਪੀ ਚੰਦ ਭਾਰਗਵ ਜਿਹੜਾ ਸੀਗਾ ਆਪਣਾ ਪਹਿਲਾ ਮੁੱਖ ਮੰਤਰੀ ਸੀਗਾ ਆਜ਼ਾਦੀ ਤੋਂ ਬਾਅਦ। ਅੱਗੇ ਕਹਿੰਦਾ ਜੀ ਗੁਰਮੁਖੀ ਦੇ ਕਿਹੜੇ ਅੱਖਰ ਪੰਜਾਬੀ ਭਾਸ਼ਾ ਦੀ ਸੁਰਾਤਮਕਤਾ ਨੂੰ ਪ੍ਰਗਟ ਕਰਦੇ ਆ? ਤੁਹਾਨੂੰ ਮੈਂ ਕਰਵਾਈਆਂ ਹੋਈਆਂ ਨੇ ਸੁਰ ਧੁਨੀਆਂ, ਤੁਹਾਨੂੰ ਮੈਂ ਕਰਵਾਈਆਂ ਹੈ ਪਹਿਲਾਂ ਵੀ, ਤੁਹਾਨੂੰ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਸੁਰ ਧੁਨੀਆਂ। ਠੀਕ ਹੈ ਜੀ। ਜਿਹੜਾ ਇਹਦਾ ਆਨਸਰ ਬਣਦਾ ਹੈਗਾ, ਇਹਦਾ ਆਨਸਰ ਸੀ ਬਣੂਗਾ, ਕਿਉਂਕਿ ਤੁਹਾਡੇ ਕੋਲੇ ਨਾ 5 ਹੁੰਦੀਆਂ, ਵੈਸੇ 6 ਹੁੰਦੀਆਂ, ਪਰ ਜਿਹੜੀਆਂ ਉਹ ਮੰਨਦੇ ਆ 5 ਹੀ ਮੰਨਦੇ ਆ। ਤੁਹਾਨੂੰ ਮੈਂ ਦੱਸ ਦਿੰਦਾ ਕਿਹੜੀਆਂ ਕਿਹੜੀਆਂ ਮੰਨਦੇ ਆ। ਇਹ ਤੁਹਾਨੂੰ ਮੈਂ ਪਹਿਲਾਂ ਵੀ ਲਿਖਵਾਈਆਂ ਹੋਈਆਂ ਨੇ ਕਾਫੀ ਵਾਰੀ, ਤਾਂ ਲਿਖ ਲਿਓ, ਨੋਟ ਕਰ ਲਿਓ। ਘੱਗਾ, ਠੀਕ ਹੈ ਜੀ, ਝੱਜਾ, ਢੱਡਾ, ਠੀਕ ਹੈ ਜੀ, ਧੱਦਾ ਤੇ ਪੱਬਾ। ਤੇ ਕੁਝ ਜਿਹੜੇ ਮਾਡਰਨ ਜਿਹੜੇ ਆਪਣੇ ਨਵੇਂ ਇਤਿਹਾਸਕਾਰ ਹੈਗੇ ਆ, ਖੋਜਕਰਤਾ ਹੈਗੇ, ਉਹ ਹਾਹੇ ਨੂੰ ਵੀ ਮੰਨਦੇ ਆ, ਲੇਕਿਨ 5 ਪਹਿਲੀਆਂ ਯਾਦ ਰੱਖਣੀਆਂ। ਇਹ ਧੁਨੀਆਂ ਸੁਰ ਦਾ ਮਤਲਬ ਕੀ ਹੁੰਦਾ, ਆਪਾਂ ਕਹਿੰਦੇ ਨਾ ਸਾ ਰੇ ਗਾ ਮਾ ਪਾ, ਉਹ ਸੁਰ ਜੀ ਮੈਨੂੰ ਲਾਉਣੇ ਨਹੀਂ ਆਉਂਦੇਗੇ, ਪਰ ਥੋੜਾ ਜਿਹਾ ਤੁਹਾਨੂੰ ਮੈਂ ਦੱਸਿਆ ਵੀ ਉਹ ਸੁਰ ਧੁਨੀਆਂ ਨੂੰ ਅੰਕਿਤ ਕਰਦੇ ਆ। ਤਾਂ ਇਹ ਆਨਸਰ ਆਉਣਾ ਜੀ ਤੁਹਾਡਾ ਸੀ ਆਉਣਾ ਸੀਗਾ, ਕਿਉਂਕਿ ਦੇਖੋ ਘੱਗਾ, ਝੱਜਾ, ਢੱਡਾ ਤੇ ਧੱਦਾ ਇਹਦੇ ਵਿੱਚ ਪਏ ਆ। ਅੱਗੇ ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਮੁੱਚਾ ਸ਼ਬਦ ਸਮੂਹ ਪੰਜਾਬੀ ਭਾਸ਼ਾ ਵਿਚਲੇ ਸੰਯੋਗਾਤਮਕ ਰੁਝਾਨ ਨੂੰ ਪ੍ਰਗਟ ਕਰਦਾ ਹੈ? ਸੰਯੋਗ ਦਾ ਮਤਲਬ ਕੀ ਹੁੰਦਾ ਹੈ? ਮਤਲਬ ਜੇ ਆਪਾਂ ਕਹਿੰਦੇ ਨੇ ਨਾ ਵੀ ਕੋਈ ਚੀਜ਼ ਕਿਸੇ ਨਾਲ ਜੁੜੀ ਹੋਈ ਹੈ। ਹੁਣ ਆ ਬੱਚੇ ਨੇ ਸ਼ਾਇਦ ਇਹ ਆਨਸਰ ਲਾਇਆ, ਪਰ ਇਹ ਗਲਤ ਹੈ ਰਾਜੇ। ਹੁਣ ਤੁਹਾਨੂੰ ਮੈਂ ਦੱਸਦਾ, ਇਹਦਾ ਆਨਸਰ ਆਉਣਾ ਡੀ। ਕਿਉਂ ਆਉਣਾ? ਦੇਖੋ ਇੱਕ ਸ਼ਬਦ ਹੈ ਇੱਥੇ, ਧਿਆਨ ਨਾਲ ਦੇਖੋ, ਘਰੋਂ ਲਿਖਿਆ ਹੋਇਆ, ਘਰੋਂ। ਘਰੋਂ ਦਾ ਮਤਲਬ ਕੀ ਹੁੰਦਾ ਰਾਜੇ? ਘਰ ਪਲੱਸ ਤੋਂ। ਠੀਕ ਹੈ ਜੀ। ਘਰੋਂ ਜੇ ਮੈਂ ਕਹਾਂ ਮੈਥੋਂ, ਇਹ ਮੈਥੋਂ ਸ਼ਬਦ ਬਹੁਤ ਬੋਲਦੇ, ਸਾਡੇ ਮਲਵਈ ਚ ਵੀ ਬੋਲਦੇ ਆ। ਮੈਥੋਂ ਮਤਲਬ ਕਿ ਮੇਰੇ ਤੋਂ, ਮੇਰੇ ਪਲੱਸ ਤੋਂ, ਤਾਂ ਜੁੜਿਆ ਹੋਇਆ। ਤਾਂ ਘਰ ਤੋਂ, ਘਰੋਂ, ਚੱਲਿਆ, ਚੱਲ, ਚੱਲ ਪਲੱਸ ਆ, ਚੱਲਿਆ ਹੋਇਆ। ਦੂਰੋਂ, ਦੂਰ ਤੋਂ, ਮੈਥੋਂ, ਤਾਂ ਡੀ ਆਨਸਰ ਆਉਣਾ ਇਹਦਾ। ਠੀਕ ਹੈ ਜੀ। 32ਵੇਂ ਦਾ ਜਿਨ੍ਹਾਂ ਨੇ ਏ ਲਾਇਆ ਉਹ ਗਲਤ ਹੈ ਭਾਈ। ਨੈਕਸਟ ਚੱਲਦੇ ਹਾਂ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਥੋੜਾ ਜਿਹਾ ਇਹਨੂੰ ਉੱਪਰ ਕਰ ਲਈਏ, ਥੋੜਾ ਜਿਹਾ ਕਲੀਅਰ ਹੋ ਜੇ। ਚਲੋ ਜੀ, ਅਗਲਾ ਤਾਂ ਕੁਐਸਚਨ ਤੁਸੀਂ ਆਪਣੇ ਆਪ ਹੀ ਕਰ ਸਕਦੇ ਹੋ, ਕੋਈ ਜ਼ਿਆਦਾ ਔਖਾ ਕੁਐਸਚਨ ਨਹੀਂ ਹੈਗਾਗਾ, ਤੁਸੀਂ 1 ਮਿੰਟ ਚ ਕਰ ਦੇਣਾ। ਟਕਸਾਲੀ ਭਾਸ਼ਾ, ਟਕਸਾਲੀ ਭਾਸ਼ਾ ਤੁਹਾਨੂੰ ਪਤਾ ਆਪਣੀ ਟਕਸਾਲੀ ਭਾਸ਼ਾ ਕਿਹੜੀ ਹੈਗੀ ਹੈ? ਮਾਝੀ, ਜਿਹੜੀ ਲਿਖਤੀ ਰੂਪ ਦੇ ਵਿੱਚ ਅਖਬਾਰਾਂ ਵਿੱਚ, ਕਿਤਾਬਾਂ ਵਿੱਚ ਹੁੰਦੀ ਹੈ, ਦਫ਼ਤਰਾਂ ਵਿੱਚ ਵਰਤੀ ਜਾਂਦੀ। ਕਹਿੰਦੇ ਜਿਹੜੀ ਭਾਸ਼ਾ ਸਰਕਾਰੀ ਦਰਬਾਰੇ ਅਧਿਕਾਰੀਆਂ ਵੱਲੋਂ ਦਫ਼ਤਰੀ ਕੰਮਕਾਜ ਲਈ ਬਣਾਈ, ਅਧਿਕਾਰਿਤ ਤੌਰ ਤੇ ਪ੍ਰਮਾਣ ਕੀਤੀ ਗਈ ਤੇ ਵਰਤੀ ਜਾਂਦੀ, ਉਹਨੂੰ ਕਹਿ ਦਿੰਦੇ ਆ ਜੀ ਟਕਸਾਲੀ ਭਾਸ਼ਾ ਕਹਿ ਦਿੰਦੇ ਆ। ਅੱਗੇ ਚੱਲਦੇ ਹਾਂ ਜੀ ਆਪਾਂ। ਨੈਕਸਟ ਆ ਗਿਆ ਜੀ ਆਪਣਾ, ਕਹਿੰਦਾ ਆਯੂ ਆ, ਆਈ ਹੋਈ ਹੈ, ਗਏ ਹੋਏ, ਗਏ ਹੋਏ ਆ, ਗਏ ਹੋਏ ਹਨ। ਇਹ ਆਪਣੇ ਨਾ ਜਿਹੜੀਆਂ ਭਾਸ਼ਾਵਾਂ ਹੈਗੀਆਂ ਨੇ, ਜੇ ਆਪਾਂ ਪੁਆਧੀ ਦੀ ਗੱਲ ਕਰੀਏ, ਮਲਵਈ ਦੀ ਗੱਲ ਕਰੀਏ, ਮਾਝੀ ਦੀ ਗੱਲ, ਮਾਝੀ ਚ ਕਹਿੰਦੇ ਆ ਆਯੂ ਆ, ਗਏ ਉਹ ਆ, ਇਹ ਮਾਝੀ ਚ ਕਹਿੰਦੇ ਆ। ਠੀਕ ਹੈ। ਆਪਣੇ ਜਿਹੜੇ ਭਾਊ ਹੁੰਦੇ ਆ ਮਾਝੇ ਵਾਲੇ, ਠੀਕ ਹੈ, ਜਿਹੜੇ ਖੁੱਲੇ ਦਿਲ ਦੇ ਮਾਲਕ ਨੇ, ਤੇ ਇਹ ਬੋਲਦੇ ਨੇ ਇਸ ਤਰ੍ਹਾਂ। ਅੱਗੇ ਕਹਿੰਦਾ ਜੀ ਇੱਕ ਰਾਜਨੀਤਿਕ ਇਕਾਈ ਵਜੋਂ ਪੰਜਾਬ ਦਾ ਨਾਮਕਰਨ ਕਿਸ ਬਾਦਸ਼ਾਹ ਦੇ ਸਮੇਂ ਹੋਇਆ? ਤਾਂ ਇਹ ਰਾਜੇ ਅਕਬਰ ਦੇ ਸਮੇਂ ਹੋਇਆ। ਠੀਕ ਹੈ। ਇਹ ਵੀ ਵੈਸੇ ਮੈਨੂੰ ਡਾਊਟ ਹੈ, ਪਰ 99.9% ਮੇਰਾ ਦਾਵਾ ਹੈ ਕਿ ਅਕਬਰ ਆਊਗਾ। ਕਿਉਂ ਆਊਗਾ ਅਕਬਰ, ਮੈਂ ਅੱਗੇ ਦੱਸਦਾ। ਅੱਛਾ, ਕੁਝ ਅਜਿਹੇ ਕੁਐਸਚਨ ਹੁੰਦੇ ਆ ਜਿਨ੍ਹਾਂ ਦੇ ਪੈਟਰਨ ਕੀ ਆ ਜੀ, ਫਿਕਸ ਹੁੰਦੇ ਆ ਪੈਟਰਨ। ਠੀਕ ਹੈ ਜੀ। ਤਾਂ ਉਹ ਬੱਚੇ ਕਈ ਵਾਰੀ ਕੀ ਕਰਦੇ ਆ ਨਾ, ਉਹ ਉਹਨਾਂ ਪੈਟਰਨਾਂ ਨੂੰ ਫੋਲੋ ਨਹੀਂ ਕਰਦੇ, ਪਰ ਤੁਸੀਂ ਫੋਲੋ ਕਰਨਾ ਉਹਨਾਂ ਪੈਟਰਨਾਂ ਨੂੰ। ਜਿਵੇਂ ਹੁਣ ਦੇਸੀ ਮਹੀਨੇ ਬਹੁਤ ਪੁੱਛੇ ਜਾਂਦੇ ਆ, ਤਾਂ ਇਹਨਾਂ ਨੇ ਦੇਸੀ ਮਹੀਨੇ ਦਾ ਠੀਕ ਕਰਮ ਪੁੱਛਿਆ। ਹੁਣ ਕਰਮ ਦਾ ਮਤਲਬ ਇਹ ਨਹੀਂ ਕਿ ਸਾਰੇ ਇੱਕੋ ਜਿਹੇ ਹੋਣਗੇ, ਇਹਨਾਂ ਵਿੱਚੋਂ ਛੱਡਿਆ ਵੀ ਜਾ ਸਕਦਾ। ਪਰ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਵਾਰੀ ਇਹ ਪੁੱਛਦੇ ਹੁੰਦੇ ਆ ਵੀ ਦੇਸੀ ਮਹੀਨੇ ਸ਼ੁਰੂ ਕਿੱਥੋਂ ਹੁੰਦੇ ਆ ਰਾਜੇ? ਚੇਤ ਤੋਂ ਸ਼ੁਰੂ ਹੁੰਦੇ ਆ। ਚੇਤ ਆਪਣਾ ਅੱਧ ਮਾਰਚ ਨੂੰ ਸ਼ੁਰੂ ਹੁੰਦਾ। ਠੀਕ ਹੈ ਜੀ। ਚੇਤ ਹੋ ਗਿਆ। ਚੇਤ ਤੋਂ ਬਾਅਦ ਕਿਹੜਾ ਆਉਂਦਾ ਰਾਜੇ? ਵਿਸਾਖ। ਠੀਕ ਹੈ ਜੀ। ਬਾਬੇ ਸਿਹਾਰੀ ਨਾਲ ਵੀ ਪੈ ਜਾਂਦਾ ਵਿਸਾਖ, ਦੋਨੇ ਠੀਕ ਹੈ। ਜੇਠ, ਜੇਠ ਤੋਂ ਬਾਅਦ ਕੀ ਆਉਂਦਾ ਜੀ? ਆਪਣਾ ਹਾੜ ਆਉਂਦਾ। ਹਾੜ ਤੋਂ ਬਾਅਦ ਕੀ ਆਉਂਦਾ ਜੀ? ਆਪਣਾ ਸੌਣ, ਜਿਹਨੂੰ ਸਾਵਣ ਵੀ ਕਹਿ ਦਿੰਦੇ ਆਪਾਂ। ਠੀਕ ਹੈ ਜੀ। ਸੌਣ ਹੋ ਗਿਆ। ਠੀਕ ਹੈ। ਸੌਣ ਤੋਂ ਬਾਅਦ ਕੀ ਆ ਜਾਂਦਾ ਜੀ? ਆਪਣਾ ਭਾਦੋਂ। ਠੀਕ ਹੈ ਜੀ। ਜਿਹਨੂੰ ਭਾਦੋਂ ਨੂੰ ਕੀ ਕਹਿ ਦਿੰਦੇ ਆ? ਭਾਦਰੋਂ ਵੀ ਕਹਿ ਦਿੰਦੇ ਆ। ਠੀਕ ਹੈ, ਪੰਜਾਬੀ ਦੇ ਵਿੱਚ। ਫਿਰ ਆ ਜਾਂਦਾ ਜੀ ਆਪਣਾ ਅੱਸੂ। ਅੱਸੂ ਤੋਂ ਬਾਅਦ ਫਿਰ ਆ ਜਾਂਦਾ ਜੀ ਕੱਤਕ। ਕੱਤਕ ਤੋਂ ਬਾਅਦ ਕੀ ਆ ਜਾਂਦਾ ਜੀ? ਆਪਣਾ ਮੱਘਰ। ਮੱਘਰ ਤੋਂ ਬਾਅਦ ਕੀ ਆ ਜਾਂਦਾ ਜੀ? ਆਪਣਾ ਪੋਹ। ਪੋਹ ਤੋਂ ਬਾਅਦ ਕੀ ਆ ਜਾਂਦਾ ਜੀ? ਆਪਣਾ ਮਾਘ। ਤੇ ਮਾਘ ਤੋਂ ਬਾਅਦ ਕੀ ਆ ਜਾਂਦਾ ਜੀ? ਆਪਣਾ ਫੱਗਣ। ਹੁਣ ਦੇਖੋ ਇਹ ਚ ਕਰਮਵਾਰ ਦੇਖਿਓ, ਅਗਰ ਆਪਾਂ ਫੱਗਣ ਦੇਖੀਏ, ਫੱਗਣ ਆ ਗਿਆ ਲਾਸਟ ਵਾਲਾ ਮੰਥ, ਫਿਰ ਚੇਤ ਆ ਗਿਆ, ਬਿਲਕੁਲ ਠੀਕ ਹੈ। ਪਰ ਚੇਤ ਤੋਂ ਬਾਅਦ ਕੀ ਆ ਗਿਆ? ਮੱਘਰ ਆ ਗਿਆ। ਪਰ ਮੱਘਰ ਤੋਂ ਬਾਅਦ ਸੌਣ। ਹੁਣ ਪਿੱਛੇ ਚਲੇ ਜਾਵਾਂਗੇ, ਪਿੱਛੇ ਨਹੀਂ ਜਾ ਸਕਦੇ, ਤਾਂ ਪਹਿਲਾ ਗਲਤ ਹੋ ਗਿਆ। ਠੀਕ ਹੈ ਜੀ। ਜੇ ਹੁਣ ਆਪਾਂ ਅੱਗੇ ਦੇਖੀਏ ਚੇਤ, ਚੇਤ ਤੋਂ ਬਾਅਦ ਕਹਿੰਦਾ ਜੀ ਮੱਘਰ, ਚੇਤ ਤੋਂ ਬਾਅਦ ਮੱਘਰ ਆ ਗਿਆ, ਮੱਘਰ ਤੋਂ ਬਾਅਦ ਸੌਣ ਨਹੀਂ ਆ ਸਕਦਾ, ਪਿੱਛੇ ਚਲਾ ਗਿਆ, ਇਹ ਗਲਤ ਹੋ ਗਿਆ।
ਹੁਣ ਆਪਾਂ ਦੇਖੀਏ ਚੇਤ, ਚੇਤ ਆ ਗਿਆ ਜੀ, ਫਿਰ ਕੀ ਆ ਗਿਆ ਜੀ, ਕਹਿੰਦਾ ਸੌਣ, ਸੌਣ ਆ ਗਿਆ, ਸੌਣ ਤੋਂ ਬਾਅਦ ਕਹਿੰਦਾ ਜੀ ਮੱਘਰ ਆ ਗਿਆ, ਮੱਘਰ ਤੋਂ ਬਾਅਦ ਫੱਗਣ ਆ ਗਿਆ, ਤਾਂ ਆ ਸੀ ਆਨਸਰ ਬਣ ਜੂਗਾ। ਆ ਵੀ ਗਲਤ ਹੋਊਗਾ, ਚੇਤ ਤੋਂ ਬਾਅਦ ਸੌਣ, ਸੌਣ ਤੋਂ ਬਾਅਦ ਫੱਗਣ, ਫੱਗਣ ਤੋਂ ਬਾਅਦ ਫਿਰ ਪਿੱਛੇ ਆ ਗਿਆ ਮੱਘਰ ਆ ਗਿਆ, ਤਾਂ ਸੀ ਆਨਸਰ ਬਣਨਾ। ਇਹ ਸਾਰਾ ਕੁਝ ਨੋਟ ਕਰ ਲੈਣਾ। ਅਗਲਾ ਪ੍ਰਸ਼ਨ ਬਹੁਤ ਸੌਖਾ, ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਸਭ ਤੋਂ ਨਵਾਂ ਜ਼ਿਲ੍ਹਾ, ਸਭ ਤੋਂ ਨਵਾਂ ਜ਼ਿਲ੍ਹਾ ਬਣਿਆ, ਤੁਹਾਨੂੰ ਪਤਾ ਮਲੇਰਕੋਟਲਾ ਬਣਿਆ। ਤੁਸੀਂ ਕਮੈਂਟ ਕਰਨਾ ਵੀ ਜਿਹੜਾ ਮਲੇਰਕੋਟਲਾ ਬਣਿਆ ਇਹ ਕਿਹੜੇ ਜ਼ਿਲ੍ਹੇ ਵਿੱਚੋਂ ਕੱਢਿਆ ਗਿਆ, ਇੰਨਾ ਕੁ ਤੁਸੀਂ ਜ਼ਰੂਰ ਮੈਨੂੰ ਕਮੈਂਟ ਬਾਕਸ 'ਚ ਲਿਖਣਾ ਹੈ। ਕਹਿੰਦਾ ਜੀ ਯੂਨਾਨੀਆਂ ਨੇ ਪੰਜਾਬ ਲਈ ਕੀ ਨਾਮ ਵਰਤਿਆ, ਗ੍ਰੀਕਸ ਨੇ ਪੈਂਟਾਪੋਟਾਮੀਆ, ਠੀਕ ਹੈ ਜੀ, ਪੈਂਟਾਪੋਟਾਮੀਆ, ਠੀਕ ਹੈ ਜੀ। ਤੇ ਇਹ ਤੁਹਾਨੂੰ ਪਤਾ ਹੀ ਆ, 5 ਦਰਿਆਵਾਂ ਦੀ ਧਰਤੀ ਸੀਗੀ, ਠੀਕ ਹੈ ਜੀ, ਤਾਂ ਇਹਨੂੰ ਪੈਂਟਾਪੋਟਾਮਾ ਵੀ ਕਿਹਾ ਗਿਆ, ਪੰਚਨੰਦ ਵੀ ਕਿਹਾ ਗਿਆ। ਪੰਚਨੰਦ ਕਿਹਦੇ ਟਾਈਮ ਤੇ ਕਿਹਾ ਗਿਆ, ਵੇਦਾਂ ਦੇ, ਠੀਕ ਹੈ ਜੀ। ਤੁਸੀਂ ਦੱਸ ਸਕਦੇ ਹੋ, ਤੁਸੀਂ ਮੈਨੂੰ ਆਪਣਾ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਅਗਲਾ ਆ ਗਿਆ ਜੀ ਅੰਗਰੇਜ਼ੀ ਸ਼ਬਦ ਪ੍ਰੋਜੈਕਟ, ਪ੍ਰੋਜੈਕਟ ਨੂੰ ਗੁਰਮੁਖੀ ਦੇ ਵਿੱਚ ਲਿਖਣਾ ਹੈ, ਤਾਂ ਇਹ ਆਨਸਰ ਆਊਗਾ ਰਾਜੇ, ਪੱਪਾ ਪੱਪੇ ਦੇ ਪੈਰ ਚ ਰਾਰਾ ਉੱਤੇ ਹੌੜਾ, ਜੱਜੇ ਨੂੰ ਦਲਾਵਾਂ, ਕੱਕਾ ਟੈਂਕਾ, ਪ੍ਰੋਜੈਕਟ, ਠੀਕ ਹੈ ਜੀ। ਅਗਲੇ ਕਹਿੰਦਾ ਜੀ ਦਿਨਾਂ ਦੇ ਨਾਮ ਸ਼ੁੱਧ ਰੂਪ ਚ ਲਿਖਣੇ ਆ, ਇਹ ਬੜੇ ਧਿਆਨ ਦੇ ਨਾਲ, ਜੇ ਮੈਂ ਇੱਥੇ ਗੱਲ ਕਰਾਂ, ਹੁਣ ਤੁਸੀਂ ਗਲਤੀ ਨਹੀਂ ਕਰਨੀ। ਸੋਮਵਾਰ ਠੀਕ ਹੈ, ਬ੍ਰਹਸਪਤੀਵਾਰ ਤਾਂ ਹਿੰਦੀ ਚ ਹੁੰਦਾ ਰਾਜੇ, ਠੀਕ ਹੈ ਜੀ। ਮੰਗਲਵਾਰ ਠੀਕ ਹੈ, ਸ਼ਨੀਚਰਵਾਰ ਠੀਕ ਹੈ, ਰਵੀਵਾਰ ਨਹੀਂ ਹੁੰਦਾ, ਪੰਜਾਬੀ ਚ ਐਤਵਾਰ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਗੁਰੂਵਾਰ ਨਹੀਂ ਹੁੰਦਾ ਜੀ, ਠੀਕ ਹੈ ਜੀ। ਤਾਂ ਆ ਆਊਗਾ ਜੀ ਤੁਹਾਡਾ ਬੁੱਧਵਾਰ, ਸ਼ਨੀਚਰਵਾਰ ਤੇ ਐਤਵਾਰ। ਹੁਣ ਕਈ ਕਹਿਣਗੇ ਸਰ ਸੱਸੇ ਦੇ ਪੈਰ 'ਚ ਬਿੰਦੀ ਨਹੀਂ ਪੈਂਦੀ, ਨਹੀਂ ਬੇਟਾ, ਸੱਸੇ ਦੇ ਪੈਰ 'ਚ ਬਿੰਦੀ ਮਤਲਬ ਤੁਸੀਂ ਪਾ ਵੀ ਸਕਦੇ ਹੋ, ਨਹੀਂ ਵੀ ਪਾ ਸਕਦੇ, ਦੋਨੇ ਠੀਕ ਹੈ। ਕਿਉਂਕਿ ਪਿੱਛੇ ਜੇ ਪੀਟਰ ਬੋਰਡ ਨੂੰ ਅਸੀਂ ਇਹ ਆਬਜੈਕਸ਼ਨ ਪਾਈ ਸੀ, ਪਰ ਦੋਨੇ ਠੀਕ ਮੰਨੇ ਜਾਂਦੇ ਆ। ਤਾਂ ਸ਼ਨੀਚਰਵਾਰ ਤੇ ਸ਼ਨੀਚਰਵਾਰ, ਸੱਸੇ ਦੇ ਪੈਰ 'ਚ ਬਿੰਦੀ ਜਾਂ ਸੱਸਾ ਕੱਲਾ ਵਾਲਾ ਤੁਸੀਂ ਪਾ ਸਕਦੇ ਹੋ, ਪਰ ਜੇ ਛੱਛਾ ਪਾਓਗੇ ਛੱਛਾ ਨਹੀਂ ਚੱਲੂਗਾ, ਛੱਛੇ ਵਾਲਾ ਗਲਤ ਹੈ। ਅੱਗੇ ਆ ਗਿਆ ਜੀ ਵਰੀਨਾ, ਵਰੀਨਾ ਹੁੰਦਾ ਰਾਜੇ ਜਦੋਂ ਕੋਈ ਬੰਦਾ ਮਰ ਜਾਂਦਾ, ਉਹਦੀ ਆਪਾਂ ਵਰੇਗੰਢ ਮਨਾਉਣੇ ਆ ਨਾ ਸਾਲ ਬਾਅਦ, ਉਹਨੂੰ ਕਹਿੰਦੇ ਮੋਏ ਪ੍ਰਾਣੀ ਦੀ ਜਿਹੜੀ ਨਿਮਿਤ ਮਨਾਈ ਜਾਂਦੀ ਹੈ ਜਿਸ ਦਿਨ ਉਹ ਮਰਿਆ ਸੀਗਾ। ਆ ਬੱਚੇ ਨੇ ਗਲਤ ਕਰਤਾ ਭਾਈ, ਵਿਆਹ ਤਾਂ ਵਰੇਗੰਢ ਹੁੰਦੀ ਹੈ, ਇਹ ਵਰੀਨਾ, ਵਾਵਾ ਰਾਰਾ, ਰਾਰੇ ਦੇ ਪੈਰ ਚ ਹਾਹਾ ਵੀ ਹੈ, ਵਰਹੀਨਾ, ਵਰੀਨਾ ਦਾ ਮਤਲਬ ਕੀ ਹੈ ਕਿ ਵੈਣ ਪਾ ਰਹੇ ਆ ਆਪਾਂ, ਰੋ ਰਹੇ ਆ। ਤਾਂ ਮੋਏ ਪ੍ਰਾਣੀ ਦੀ ਜਿਹੜੀ ਵਰੇਗੰਢ ਮਨਾਈ ਜਾਂਦੀ ਉਹਨੂੰ ਕਹਿ ਦਿੰਦੇ ਆ। ਨੈਕਸਟ ਚੱਲਦੇ ਆ ਜੀ ਆਪਾਂ, ਦੇਖੋ ਕਿੰਨਾ ਸੋਹਣਾ ਪ੍ਰਸ਼ਨ ਪੇਪਰ ਪਾਇਆ ਗਿਆ। ਮੈਂ ਕਹਿੰਦਾ ਜੇ ਇਹ ਪ੍ਰਸ਼ਨ ਪੇਪਰ ਆਉਣ ਲੱਗ ਜੂਗਾ ਨਾ, ਪੰਜਾਬ ਦੇ ਬੱਚਿਆਂ ਦਾ ਭਲਾ ਹੋ ਜਾਊਗਾ, ਠੀਕ ਹੈ। ਤਾਂ ਪੰਜਾਬ ਦੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ, ਗਿਆਨ ਵੀ ਹੋਊਗਾ। ਅੱਗੇ ਕਹਿੰਦਾ ਜੀ ਉਸਨੂੰ ਅੱਛਾ, ਇਹਦੇ ਵਿੱਚ ਨਾ ਵਿਸ਼ਰਾਮ ਚਿੰਨ, ਇਹ ਵਿਸ਼ਰਾਮ ਚਿੰਨ ਹੁੰਦੇ ਆ, ਤੇ ਵਿਸ਼ਰਾਮ ਚਿੰਨ ਨੂੰ ਬੜੇ ਧਿਆਨ ਨਾਲ ਕਰਨਾ ਤੁਸੀਂ। ਵਿਸ਼ਰਾਮ ਚਿੰਨਾਂ ਤੋਂ ਬੜੇ ਕੁਐਸਚਨ ਆਉਂਦੇ ਆ, ਬੜੇ ਬੱਚਿਆਂ ਨੂੰ ਨਹੀਂ ਪਤਾ ਵਿਸ਼ਰਾਮ ਚਿੰਨ ਕਿਵੇਂ ਆ। ਹੁਣ ਕਈਆਂ ਨੂੰ ਇਹ ਨਹੀਂ ਪਤਾ ਹੈਗਾ ਅਰਧ ਵਿਸ਼ਰਾਮ ਕਿਹਨੂੰ ਕਹਿੰਦੇ ਆ, ਜੋੜਨੀ ਕਿਹਨੂੰ ਕਹਿੰਦੇ ਆ, ਸਾਰਾ ਕੁਝ ਤੁਹਾਨੂੰ ਆਉਣਾ ਚਾਹੀਦਾ। ਇੱਥੇ ਤੁਹਾਨੂੰ ਮੈਂ ਗੱਲ ਕਰਦਾ, ਦੇਖੋ ਜੇ ਮੈਂ ਇੱਥੇ ਡਾਇਰੈਕਟ ਆਨਸਰ ਦੀ ਗੱਲ ਕਰਦਾ ਨਾ, ਇੱਥੇ ਆਨਸਰ A ਬਣਨਾ। ਇੱਕ ਵਾਕ ਹੈ, ਕਹਿੰਦਾ ਜੀ ਉਸ ਨੂੰ ਜਾਂਦੇ ਹੋਏ ਮੈਂ ਦੇਖਿਆ, ਜਿਹੜੀ ਚੀਜ਼ ਜਿਵੇਂ ਆਪਾਂ ਦੇਖੀ ਆ ਉਵੇਂ ਲਿਖਣੀ ਹੋਊਗੀ ਤਾਂ ਆਪਾਂ ਡਬਲ ਕੋਟ ਦੇ ਵਿੱਚ ਯਾਨੀ ਕਿ ਪੁੱਠੇ ਕਾਮਿਆਂ 'ਚ ਲਿਖਦੇ ਆ, ਠੀਕ ਹੈ। ਇਹ ਰੂਲ ਹੈ, ਜੇ ਤੁਹਾਨੂੰ ਰੂਲ ਯਾਦ ਹੋਣਗੇ ਤਾਂ ਹੀ ਤੁਸੀਂ ਸਹੀ ਕਰ ਸਕਦੇ ਆ। ਜਿਵੇਂ ਗ੍ਰਾਮਰ ਤੁਸੀਂ ਕਦੋਂ ਸਹੀ ਕਰਦੇ ਹੋ, ਜੋ ਟੈਂਸ ਤੁਹਾਨੂੰ ਆਉਂਦੀ ਅੰਗਰੇਜ਼ੀ ਦੇ ਵਿੱਚ। ਕਹਿੰਦਾ ਉਸ ਨੂੰ ਜਾਂਦੇ ਹੋਏ ਮੈਂ ਦੇਖਿਆ, ਜਿਵੇਂ ਪੁੱਠੇ ਕਾਮਿਆਂ 'ਚ ਉਹ ਚੀਜ਼ ਲਿਖੀ ਜਾਂਦੀ, ਜਿਵੇਂ ਆਪਾਂ ਚੀਜ਼ ਦੇਖੀ ਉਹਨੂੰ ਉਵੇਂ ਲਿਖਣਾ ਹੈ। ਕਹਿੰਦਾ ਜਦੋਂ ਉਸਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀਗਾ। ਇੱਥੇ ਪੂਰਨ ਵਿਸ਼ਰਾਮ ਯਾਨੀ ਕਿ ਡੰਡੀ ਆ ਗਈ, ਪਰ ਮੈਂ ਇਹ ਨਹੀਂ ਦੇਖਿਆ ਕਿ ਉਸਦੇ ਹੱਥ ਵਿੱਚ ਕੀ ਸੀਗਾ, ਫਿਰ ਪੂਰਨ ਵਿਸ਼ਰਾਮ। ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋਂ ਆਵਾਜ਼ ਆਈ, ਆਈ ਤੋਂ ਬਾਅਦ ਕੀ ਹੈ ਜੀ, ਜਿਹੜਾ ਘੱਟ ਰਹਾਓ ਯਾਨੀ ਕਿ ਬਹੁਤ ਘੱਟ ਰਹਾਓ ਦੇਣਾ ਹੋਊਗਾ ਸੈਮੀ ਕੋਲਮ ਤੋਂ, ਯਾਨੀ ਕਿ ਸੈਮੀ ਕੋਲਮ ਵਿੱਚ ਵਾਲਾ ਹੁੰਦਾ, ਕੋਮਾ ਘੱਟ ਤੇ ਡੰਡੀ ਪੂਰਨ ਹੁੰਦਾ, ਇਹਦੇ ਵਿਚਕਾਰ ਸੈਮੀ ਕੋਲਮ ਹੁੰਦਾ, ਪਰ ਇੱਥੇ ਕੀ ਹੈ ਜੀ ਕੋਮਾ। ਕਹਿੰਦਾ ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ, ਤਾਂ ਡਬਲ ਕੋਮਿਆਂ ਦੇ ਵਿੱਚ ਗੱਲ ਲਿਖੀ ਜਾਊਗੀ, ਤਾਂ ਇਹ ਆਨਸਰ ਆਊਗਾ। ਬਾਕੀ ਤੁਸੀਂ ਦੇਖੋਗੇ ਉਹ ਚੀਜ਼ਾਂ ਗਲਤ ਹੋਣਗੀਆਂ, ਤਾਂ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਖੋਰ, ਜਿਹੜਾ ਅੱਗੇ ਆ ਗਿਆ ਖੋਰ ਪਛੇਤਰ ਦੇ ਨਾਲ ਕਿਹੜਾ ਸ਼ਬਦਾਂ ਦਾ ਸਮੂਹ ਲੱਗਦਾ ਹੈ। ਹੁਣ ਖੋਰ ਕੀ ਹੁੰਦਾ, ਚੁਗਲਖੋਰ, ਰਿਸ਼ਵਤਖੋਰ, ਹਰਾਮਖੋਰ, ਇਹ ਸਾਰੇ ਖੋਰ ਸ਼ਬਦ ਨੇ। ਹੁਣ ਜੇ ਮੈਂ ਧਿਆਨ ਦੇ ਨਾਲ ਦੇਖਾਂ, ਆਦਮਖੋਰ ਹੋ ਸਕਦਾ, ਜਮਾਖੋਰ ਹੋ ਸਕਦਾ, ਕਦਰਖੋਰ ਨਹੀਂ ਹੋ ਸਕਦਾ, ਤਾਂ ਇਹ ਗਲਤ ਹੋ ਗਿਆ। ਰਿਸ਼ਵਤਖੋਰ, ਤਾਕਤਖੋਰ ਨਹੀਂ ਹੋ ਸਕਦਾਗਾ, ਠੀਕ ਹੈ ਜੀ। ਜੇ ਮੈਂ ਹੁਣ ਗੱਲ ਕਰਾਂ, ਇਹਦਾ ਆਨਸਰ ਬਣਦਾ ਸੀ, ਮੁਨਾਫਾਖੋਰ ਵੀ ਹੁੰਦਾ, ਆਦਮਖੋਰ ਵੀ ਹੁੰਦਾ, ਰਿਸ਼ਵਤਖੋਰ ਵੀ ਹੁੰਦਾ, ਹਰਾਮਖੋਰ ਹੁੰਦਾ, ਦੀਨਖੋਰ ਨਹੀਂ ਹੁੰਦਾ, ਤਾਂ ਇੱਥੇ ਸੀ ਆਨਸਰ ਬਣਨਾ ਸੀ। ਅਗਲਾ ਪ੍ਰਸ਼ਨ ਨਾ ਇੰਨਾ ਘੈਂਟ ਹੈ, ਅਗਲਾ ਪ੍ਰਸ਼ਨ ਤੇ ਬੱਚਾ ਗਲਤ ਕਰਿਆ ਆ, ਥੋੜੀ ਜੀ ਦਿਮਾਗ ਲਾਉਣ ਵਾਲੀ ਗੱਲ ਸੀਗੀ। ਇਹੀ ਗਲਤੀਆਂ ਤੁਸੀਂ ਕਰਨੀਆਂ ਨੇ, ਤੇ ਇਹ ਗਲਤੀਆਂ ਤੋਂ ਬਚੋਗੇ ਕਿਵੇਂ, ਜੇ ਕਲਾਸਾਂ ਲਾਓਗੇ YouTube ਤੇ। ਹੁਣ ਦੇਖੋ PhD ਡਿਗਰੀ ਹੁੰਦੀ ਹੈ, PhD ਡਿਗਰੀ ਜਿਹੜੀ ਹੁੰਦੀ ਹੈ ਨਾ, ਉਹ ਇਸ ਤਰ੍ਹਾਂ ਹੁੰਦੀ ਹੈ, PH ਪਾ ਕੇ ਡਾਟ ਪਾ ਕੇ D। ਹੁਣ PhD ਦੀ ਅਗਰ ਫੁੱਲ ਫਾਰਮ ਦੀ ਗੱਲ ਕਰਾਂਗੇ, ਇਹਨੂੰ ਕਹਿੰਦੇ ਕੀ ਹੈ PhD ਨੂੰ, ਠੀਕ ਹੈ। ਜੇ ਤੁਹਾਨੂੰ ਸਭ ਨੂੰ ਪਤਾ ਹੋਊਗਾ ਡਾਕਟਰ ਆਫ ਫਿਲੋਸਫੀ ਕਹਿੰਦੇ ਆ, ਕੀ ਕਹਿ ਦਿੰਦੇ ਆ ਇਹਨੂੰ, ਡਾਕਟਰ ਆਫ ਫਿਲੋਸਫੀ, ਠੀਕ ਹੈ ਜੀ, ਇਹਨੂੰ ਡਾਕਟਰ ਆਫ ਫਿਲੋਸਫੀ ਕਹਿੰਦੇ ਆ। ਹੁਣ ਦੇਖੋ PH ਇਕੱਠਾ ਹੁੰਦਾ ਤੇ ਡਾਟ ਪਾ ਕੇ D ਹੁੰਦਾ। ਹੁਣ ਬੱਚੇ ਨੇ P.H.D ਕਰਤਾ, ਇਹ ਗਲਤ ਹੋ ਗਿਆ।
ਇਹਦਾ ਆਨਸਰ ਡੀ ਬਣਨਾ ਸੀ। ਦੇਖੋ ਪੀ ਤੇ ਐਚ ਇਕੱਠਾ ਹੈ, ਡਾਟ ਡੀ। ਕਿੰਨੀ ਛੋਟੀ ਜੀ ਮਿਸਟੇਕ ਹੈ। ਬੰਦਾ ਕਹਿੰਦਾ ਮੈਂ ਠਈ ਕਰਕੇ ਆਇਆ, ਜਦੋਂ ਘਰੇ ਆ ਕੇ ਦੇਖਦਾ ਤਾਂ ਮੱਥੇ ਤੇ ਹੱਥ ਵੱਜਦਾ, ਇਹ ਮੈਂ ਕੀ ਕੀਤਾ। ਠੀਕ ਹੈ। ਅਗਲਾ ਪ੍ਰਸ਼ਨ ਵੀ ਬਹੁਤ ਸੋਹਣਾ ਹੈ। ਅਗਲਾ ਪ੍ਰਸ਼ਨ ਸਾਰੇ ਬੱਚੇ ਗਲਤ ਕਰਕੇ ਆਉਣਗੇ, ਜੇ ਪੇਪਰ 'ਚ ਬਹਿ ਕੇ ਕਰਨ ਭਾਵੇਂ ਘਰੇ ਬਹਿ ਕੇ ਕਰਨ। ਠੀਕ ਹੈ ਜੀ। ਕਹਿੰਦਾ 5 ਦਰਿਆਵਾਂ ਦੇ ਵਿਚਕਾਰ ਦੀਆਂ ਧਰਤੀਆਂ ਦੇ ਆਧਾਰ ਤੇ ਸਮੁੱਚੇ ਪੰਜਾਬ ਦੀ 5 ਦਬਾਬਾਂ ਦੇ ਵਿੱਚ ਵੰਡਿਆ ਗਿਆ। ਤੁਹਾਨੂੰ ਪਤਾ 5 ਦਬਾਬਾਂ 'ਚ ਕਿਹਨੇ ਵੰਡਿਆ ਸੀਗਾ? ਅਕਬਰ ਦੇ ਟਾਈਮ ਤੇ ਵੰਡਿਆ ਗਿਆ। ਠੀਕ ਹੈ ਜੀ। ਉਸ ਟਾਈਮ ਤੇ 7 ਦਰਿਆ ਸੀ ਵੈਸੇ। 5 ਦਬਾਬਾਂ ਦੀ ਗੱਲ ਕਰਦੇ ਆ। ਕਹਿੰਦਾ ਜਿਹੜਾ ਸਿੰਧ ਸਾਗਰ ਹੋ ਗਿਆ, ਰਚਨਾ, ਚੱਜ, ਬਾਰੀ, ਬਿਸਤ ਦਬਾਬ। ਤੇ ਇਹਦੇ ਵਿੱਚ ਦੱਸੋ ਵੀ ਜਿਹੜਾ ਪੰਜਾਬ ਦਾ ਸ਼ਹਿਰ ਸੀਗਾ ਹੁਸ਼ਿਆਰਪੁਰ, ਕਿਸ ਦਬਾਬ ਦੇ ਵਿੱਚ ਹੈ? ਇਹ ਵੰਡ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ, ਤਾਂ ਇੱਥੇ ਆਨਸਰ ਬਿਸਤ ਦਬਾਬ ਆਉਣਾ ਹੈ। ਠੀਕ ਹੈ। ਕਿਉਂ ਆਉਣਾ ਹੈ ਉਹਦਾ ਤੁਹਾਨੂੰ ਮੈਂ ਕਾਰਨ ਦੱਸ ਦਿੰਦਾ। ਜੇ ਮੇਰੇ ਕੋਲੇ ਪਿਆ ਹੋਇਆ ਡਾਕੂਮੈਂਟ ਤੁਹਾਨੂੰ ਮੈਂ ਦਿਖਾਉਣਾ, 1 ਮਿੰਟ। ਡਾਕੂਮੈਂਟ ਦੇ ਵਿੱਚ ਪਿਆ ਸੀਗਾ, 1 ਮਿੰਟ, ਸ਼ਾਇਦ ਪਿਆ ਹੀ ਹੋਵੇ, ਮੈਂ ਤੁਹਾਨੂੰ ਦਿਖਾ ਹੀ ਦਿੰਦਾ। ਜੇ ਆ ਪਿਆ ਦਬਾਅ ਵਾਲਾ, ਤੁਹਾਨੂੰ ਮੈਂ ਦਿਖਾ ਹੀ ਦਿੰਦਾ ਇਹ ਡਾਕੂਮੈਂਟ। ਦੇਖੋ ਥੋੜਾ ਜਿਹਾ ਪੜ੍ਹਾ ਦਿੰਦਾ ਮੈਂ ਤੁਹਾਨੂੰ, ਤੁਹਾਡੇ ਕੰਮ ਦੀ ਗੱਲ ਹੈ। ਠੀਕ ਹੈ ਜੀ। ਜਿਹੜਾ ਦਬਾਬ, ਜਿਹੜਾ ਜੇ ਮੈਂ ਦਬਾਬ ਦੀ ਗੱਲ ਕਰਾਂ, ਦਬਾਬ ਇੱਕ ਨਾ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਹਦਾ ਹੁੰਦਾ 2 ਪਾਣੀ ਜਾਂ 2 ਦਰਿਆਵਾਂ ਦੇ ਵਿਚਕਾਰ ਵਾਲਾ ਇਲਾਕਾ। ਠੀਕ ਹੈ ਜੀ। ਤਾਂ ਮੁਗਲ ਬਾਦਸ਼ਾਹ ਜਦੋਂ ਅਕਬਰ ਹੈਗਾ ਰਾਜੇ, ਉਹਨੇ ਬਣਵਾਏ ਸੀਗੇ ਇਹ। ਜੇ ਮੈਂ ਬਿਸਤ ਦਬਾਬ ਦੀ ਗੱਲ ਕਰਾਂ, ਕਹਿੰਦਾ ਜਿਹੜਾ ਬਿਸਤ ਹੈਗਾ ਜਲੰਧਰ ਦਬਾਬ, ਬਿਸਤ ਜਲੰਧਰ ਦਬਾਬ ਕਹਿੰਦਾ ਬਿਆਸ ਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ਾਂ ਨੂੰ ਕਹਿੰਦੇ ਸੀਗੇ। ਉਹਦੇ ਵਿੱਚ ਜਲੰਧਰ, ਹੁਸ਼ਿਆਰਪੁਰ, ਠੀਕ ਹੈ ਜੀ, ਇਹ 2 ਸਭ ਤੋਂ ਵੱਡੇ ਸ਼ਹਿਰ ਸਨ। ਤਾਂ ਉਹਨਾਂ ਨੇ ਕਿਹਦਾ ਪੁੱਛਿਆ? ਆਪਣਾ ਹੁਸ਼ਿਆਰਪੁਰ ਪੁੱਛਿਆ, ਤਾਂ ਬਿਸਤ ਆਉਣਾ ਸੀਗਾ। ਬਾਰੀ ਦਬਾਬ ਦੀ ਗੱਲ ਕਰੀਏ ਤਾਂ ਬਾਰੀ ਦੇ ਵਿੱਚ ਕੀ ਆ ਜਾਂਦਾ? ਦੇਖੋ ਬਾਰੀ, ਬੀ ਆ ਗਿਆ ਬਿਆਸ ਤੇ ਆਰ ਆ ਗਿਆ। ਠੀਕ ਹੈ ਜੀ, ਰਾਵੀ। ਠੀਕ ਹੈ ਜੀ। ਤਾਂ ਇਹਦੇ ਵਿੱਚ ਬਿਸਤ ਆਉਣਾ ਤੇ ਬੀ ਆ ਗਿਆ ਤੇ ਐਸ ਆ ਗਿਆ, ਬਿਆਸ ਤੇ ਸਤਲੁਜ ਆ ਗਿਆ। ਠੀਕ ਹੈ ਜੀ। ਹੁਣ ਇਹਦੇ ਵਿੱਚ ਉਸ ਟਾਈਮ ਤੇ ਵੱਡੇ ਸ਼ਹਿਰ ਕਿਹੜੇ ਆਉਂਦੇ ਸੀਗੇ? ਲਾਹੌਰ ਤੇ ਅੰਮ੍ਰਿਤਸਰ ਆਉਂਦੇ ਸੀਗੇ। ਹੁਣ ਮੈਂ ਨੈਕਸਟ ਇਹਦੇ ਵਿੱਚ ਅੱਗੇ ਪੜਾਉਣਾ ਤੁਹਾਨੂੰ ਮੈਂ, ਇਹਦੇ ਵਿੱਚ ਹੀ ਅੱਗੇ ਆਪਾਂ ਸਾਰੇ ਪੜ੍ਹ ਲੈਣੇ ਇੱਕ ਵਾਰੀ। ਇਸ ਤੋਂ ਬਾਅਦ ਰਚਨਾ ਦੀ ਗੱਲ ਕਰੀਏ ਰਾਜੇ, ਰਚਨਾ। ਠੀਕ ਹੈ ਜੀ। ਰਚਨਾ ਦੇ ਵਿੱਚ ਕੀ ਆ ਗਿਆ? ਠੀਕ ਹੈ। ਇੱਕ ਤਾਂ ਆਰ ਆ ਗਿਆ, ਰਾਵੀ ਤੇ ਚਨਾਬ। ਠੀਕ ਹੈ ਜੀ। ਇਹਦੇ ਵਿੱਚ ਆਉਂਦੇ ਸੀ ਗੁਜਰਾਂਵਾਲਾ ਤੇ ਸ਼ੇਖੂਪੁਰਾ, ਇਹ ਪਾਕਿਸਤਾਨ ਦੇ ਵਿੱਚ ਚਲੇ ਗਏ। ਚੱਜ ਤੇ ਝੱਜੇ ਨਾਲ ਵੀ ਪਾ ਦਿੰਦੇ ਕਈ ਵਾਰੀ। ਠੀਕ ਹੈ ਜੀ। ਚੱਜ ਦਬਾਬ, ਇਹਦੇ ਵਿੱਚ ਸੀ ਆ ਗਿਆ ਜੀ, ਆਪਣਾ ਕੀ ਆ ਗਿਆ? ਠੀਕ ਹੈ, ਸੀ ਆ ਗਿਆ ਚਨਾਬ। ਠੀਕ ਹੈ ਜੀ। ਜੇ ਆ ਗਿਆ ਜੇਲਮ। ਤੇ ਇਹਦੇ ਵਿੱਚ ਗੁਜਰਾਤ, ਗੁਜਰਾਤ ਇਹ ਆਪਣੀ ਇੰਡੀਆ ਵਾਲਾ ਨਹੀਂ ਹੈਗਾ, ਇਹ ਪਾਕਿਸਤਾਨ ਵਾਲਾ ਗੁਜਰਾਤ ਹੈ ਜੀ। ਠੀਕ ਹੈ। ਲਾਸਟ ਹੈਗਾ ਜੀ ਸਿੰਧ ਸਾਗਰ ਦਬਾਬ। ਤਾਂ ਸਿੰਧ ਤੇ ਜੇਲਮ ਦੇ ਦਰਿਆ ਦੇ ਵਿਚਕਾਰ, ਜਿਵੇਂ ਰਾਵਲਪਿੰਡੀ ਹੋ ਗਿਆ। ਤਾਂ ਇਹ ਸਾਰੇ ਉਸ ਟਾਈਮ ਦੇ ਜਦੋਂ ਪੰਜਾਬ ਦੀ ਯਾਨੀ ਕਿ ਵੰਡ ਨਹੀਂ ਹੋਈ ਸੀਗੀ, ਜਦੋਂ ਆਪਣਾ ਉੱਤਰੀ ਪੰਜਾਬ ਤੇ ਪੱਛਮੀ ਪੰਜਾਬ ਕੀ ਸੀਗੇ? ਇਕੱਠੇ ਸੀਗੇ। ਇਹ ਉਦੋਂ ਦੀ ਗੱਲ ਹੋ ਰਹੀ ਹੈ। ਇਸ ਕਰਕੇ ਭਾਈ ਦਿਮਾਗ ਲਗਾ ਕੇ ਤੁਸੀਂ ਪ੍ਰਸ਼ਨ ਕਰਨੇ ਆ ਪੇਪਰਾਂ ਦੇ ਵਿੱਚ। ਠੀਕ ਹੈ। ਇਹ ਮੈਂ ਜ਼ਿਆਦਾ ਅੱਗੇ ਆ ਗਿਆ ਤੇ ਇੱਕ ਮੈਂ ਪਿੱਛੇ ਜਾਣਾ। ਚਲੋ ਨੈਕਸਟ ਚੱਲਦੇ ਹਾਂ ਜੀ ਆਪਾਂ। ਜਿਹੜਾ ਆਪਾਂ ਕੁਐਸਚਨ ਕਰ ਰਹੇ ਸੀਗੇ ਤਾਂ ਤੁਹਾਨੂੰ ਹੁਣ ਸਮਝ ਲੱਗ ਗਿਆ ਹੋਊਗਾ। ਇਹ ਮੈਂ ਤਾਂ ਤੁਹਾਨੂੰ ਵਾਰ-ਵਾਰ ਦੱਸਿਆ ਵੀ ਹੋ ਸਕਦਾ ਵੀ ਪ੍ਰਸ਼ਨ ਅਜੋਕੇ ਪੰਜਾਬ ਤੋਂ ਨਾ ਆ ਕੇ ਪੁਰਾਣੇ ਪੰਜਾਬ ਦਾ ਪੁੱਛਿਆ ਜਾਵੇ, ਤਾਂ ਇਸ ਕਰਕੇ ਹੈਰਾਨੀ ਪ੍ਰਗਟ ਨਹੀਂ ਕਰਨੀ, ਪੰਜਾਬ ਸਾਰਾ ਆਪਣਾ ਹੀ ਹੈ। ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਮੂਹ ਸ਼ੁੱਧ ਸ਼ਬਦਾਂ ਦਾ ਜੋੜ ਹੈ? ਹੁਣ ਧਿਆਨ ਦੇ ਨਾਲ ਦੇਖੋ, ਪਰਿਵਾਰ ਗਲਤ ਲਿਖਿਆ ਹੋਇਆ ਇੱਥੇ। ਠੀਕ ਹੈ ਜੀ। ਇਤਵਾਰ ਗਲਤ ਲਿਖਿਆ ਹੋਇਆ ਹੈ ਤੇ ਜੇ ਪਰਿਵਾਰ ਗਲਤ ਲਿਖਿਆ। ਦੇਖੋ ਪਰਿਵਾਰ, ਐਤਵਾਰ, ਅਧਿਆਪਕ ਤੇ 74। ਜੇ ਤੁਸੀਂ ਗਿਣਤੀ ਦੀ ਗੱਲ ਕਰੋਗੇ ਨਾ, ਗਿਣਤੀ ਪਿੱਛੇ ਮੈਂ ਬਹੁਤ ਮੱਥਾ ਮਾਰਿਆ। ਬਹੁਤ ਸਾਰੇ ਮੈਂ ਯੂਨੀਵਰਸਿਟੀ ਦੇ ਫਿਲੋਸਫਰਾਂ ਨੂੰ ਮਿਲਿਆ ਜਿਹੜੇ PhD ਕਰਾਉਂਦੇ ਆ। ਬਹੁਤ ਮੱਥਾ ਮਾਰ ਕੇ ਗਿਣਤੀ ਤਿਆਰ ਕੀਤੀ ਹੈ। ਕਿਰਪਾ ਕਰਕੇ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ, 500 ਰੁਪਏ ਦਾ ਕੋਰਸ ਹੈ, 1 ਸਾਲ ਦੀ ਵੈਲਿਡਿਟੀ ਹੈ, ਜਾਣੀ ਕਿ ਮਹੀਨੇ ਦੇ 50 ਰੁਪਏ ਲਾ ਲਓ। ਠੀਕ ਹੈ। ਤੁਸੀਂ ਇਸ ਨੰਬਰ ਤੇ ਮੈਨੂੰ WhatsApp ਕਰ ਸਕਦੇ ਹੋ, ਤੁਹਾਨੂੰ ਕੋਰਸ ਮਿਲ ਜੂਗਾ। ਕਿਤੋਂ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਤੁਹਾਡਾ ਪੰਜਾਬੀ ਦਾ ਪੇਪਰ ਸਟਾਂਪ ਤੇ ਲਿਖ ਕੇ ਦਿੰਦੇ ਆ, ਕਲੀਅਰ ਹੋਊਗਾ। ਠੀਕ ਹੈ ਜੀ। ਬਾਕੀ ਜੇ ਨਹੀਂ ਪੈਸੇ ਲਾਉਣੇ ਤਾਂ YouTube ਵਾਲੀਆਂ ਕਲਾਸਾਂ ਵੀ ਲਾ ਲਓਗੇ, ਉਹਦੇ ਨਾਲ ਵੀ ਪੇਪਰ ਕਲੀਅਰ ਹੋ ਸਕਦਾ ਹੈ। ਪਰ ਜੇ ਇਸ ਲੈਵਲ ਦਾ ਪੇਪਰ ਆ ਗਿਆ, ਫਿਰ ਤੁਹਾਡਾ ਕੋਰਸ ਵਿੱਚੋਂ ਪੜ੍ਹ ਕੇ ਹੀ ਹੱਲ ਹੋਣਾ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਆਧੁਨਿਕ ਪੰਜਾਬੀ ਭਾਸ਼ਾ ਦਾ ਵਿਕਾਸ ਕਿਸ ਪ੍ਰਕਿਰਤਿਕ ਵਿੱਚੋਂ ਹੋਇਆ ਤੇ ਇਸ ਬਾਰੇ ਪੰਜਾਬੀ ਵਿਦਵਾਨਾਂ ਅਤੇ ਖਾਸ ਕਰਕੇ ਪੱਛਮੀ ਪੰਜਾਬ ਦੇ ਤੇ ਪੂਰਬੀ ਪੰਜਾਬ ਦੇ ਵਿਦਵਾਨਾਂ ਦੇ ਵਿੱਚ ਇੱਕ ਬਹਿਸ ਹੁੰਦੀ ਹੈ। ਤੇ ਬਹਿਸ ਕਿਹਦੇ ਕਰਕੇ ਹੁੰਦੀ ਹੈ ਰਾਜੇ? ਆਪਣੀ ਜਿਹੜੀ ਪੰਜਾਬੀ ਭਾਸ਼ਾ ਹੈਗੀ ਨਾ, ਇਹ ਸ਼ੌਰ ਸ਼ੈਣੀ ਤੇ ਪੈਸਾਚੀ ਕਰਕੇ ਹੁੰਦੀ ਆ। ਠੀਕ ਹੈ। ਇਹ ਨੋਟ ਕਰ ਲਿਓ। ਇਹਦਾ ਸਾਰਾ ਚਾਰਟ ਮੈਂ ਕਰਵਾਇਆ ਹੋਇਆ YouTube ਤੇ ਪੰਜਾਬੀ ਗ੍ਰਾਮਰ ਦੀ ਪਹਿਲੀ ਕਲਾਸ ਦੇ ਵਿੱਚ, ਵੀ ਕਿਵੇਂ ਸ਼ੌਰ ਸ਼ੈਣੀ ਆਈ, ਕਿਵੇਂ ਪੈਸਾਚੀ ਆਈ, ਕਿਵੇਂ ਅੱਗੇ ਜਾ ਕੇ ਇਹਦਾ ਵਿਕਾਸ ਹੋਇਆ, ਕਿਵੇਂ ਵੈਦਿਕ ਭਾਸ਼ਾ ਆਈ, ਕਿਵੇਂ ਸੰਸਕ੍ਰਿਤ ਆਈ, ਸਾਰਾ ਕੁਝ ਕਰਵਾਇਆ ਹੋਇਆ। ਅੱਗੇ ਕਹਿੰਦਾ ਜੀ ਸਾਰਾਗੜ੍ਹੀ ਦੀ ਲੜਾਈ ਜਿਹੜੀ ਹੈਗੀ ਹੈ, ਉਹਦੇ ਵਿੱਚ ਜਿਹੜੇ ਬਹਾਦਰ ਸਿੱਖ ਫੌਜੀ ਲੜੇ ਸੀਗੇ, ਉਹ ਕਿਸ ਹਕੂਮਤ ਦੀ ਨੁਮਾਇੰਦਗੀ ਕਰਦੇ ਸੀਗੇ? ਤਾਂ ਤੁਹਾਨੂੰ ਪਤਾ ਉਦੋਂ ਆਪਣੇ ਉੱਪਰ ਕਿਹਦਾ ਰਾਜ ਸੀਗਾ? ਅੰਗਰੇਜ਼ਾਂ ਦਾ, ਬ੍ਰਿਟਿਸ਼ ਰਾਜ ਸੀਗਾ। ਤਾਂ ਬ੍ਰਿਟਿਸ਼ ਦੇ ਵਾਸਤੇ ਆਪਣੇ ਸਿੱਖ ਫੌਜੀ ਲੜੇ ਸੀਗੇ। ਤਾਂ ਇਹ ਤੁਸੀਂ ਆਪਣੀ ਫਿਲਮ ਵੀ ਦੇਖੀ ਹੋਊਗੀ ਅਕਸ਼ੇ ਕੁਮਾਰ ਵਾਲੀ। ਠੀਕ ਹੈ ਜੀ। ਤਾਂ ਬ੍ਰਿਟਿਸ਼ ਰਾਜ ਕਰਕੇ ਇਹ ਲੜਾਈ ਹੋਈ ਸੀ। ਅੱਛਾ, ਇਹ ਮੈਂ ਇਹ ਵੀ ਕਰਵਾਇਆ ਵੀ ਕਦੋਂ ਹੋਈ ਸੀ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰ ਦਿਓ ਵੀ ਕਿਸ ਟਾਈਮ ਤੇ ਹੋਈ ਸੀ। ਇਹਦਾ ਟਾਈਮ ਮੈਂ ਟਾਈਮ ਪੀਰੀਅਡ ਕਰਵਾਇਆ ਹੋਇਆ ਵੀ ਕਦੋਂ ਇਹ ਲੜਾਈ ਯਾਨੀ ਕਿ ਵਾਪਰੀ ਸੀਗੀ। ਹੁਣ ਅਗਲਾ
ਆਪਣਾ ਅੱਛਾ ਅਗਲਾ ਤਾਂ ਆਪਣਾ ਉੱਤੇ ਹੈ। ਦੋ ਕੁਐਸਚਨ ਰਹਿ ਗਏ ਸੀਗੇ, ਮੈਂ ਸੋਚਿਆ ਆ ਕੀ ਆ ਗਿਆ, ਇਹ ਤਾਂ ਇਹਨਾਂ ਦਾ ਕੋਈ ਆ ਗਿਆ, ਆ ਪਿਆ ਜੀ। ਦੋ ਕੁਐਸਚਨ ਰਹਿ ਗਏ ਆਪਣੇ ਲਾਸਟ, ਫਿਰ ਆਪਾਂ ਭੋਗ ਪਾਉਣੇ ਆ। ਤੇ ਕਹਿੰਦੇ ਜੀ ਜਨਵਰੀ, ਮਈ ਤੇ ਸਤੰਬਰ ਤੇ ਦਸੰਬਰ ਮਹੀਨਿਆਂ ਦੇ ਨਾਵਾਂ ਨੂੰ ਗੁਰਮੁਖੀ ਵਿੱਚ ਲਿਖਣਾ ਹੈ। ਦੇਖੋ ਜਨਵਰੀ ਤਾਂ ਇਹ ਗਲਤ ਲਿਖਿਆ ਹੋਇਆ ਹੈ, ਠੀਕ ਹੈ, ਜਨਵਰੀ ਨਹੀਂ ਹੁੰਦਾ, ਜਨਵਰੀ ਨਹੀਂ ਹੁੰਦਾ, ਠੀਕ ਹੈ ਜੀ। ਆ ਹੁੰਦਾ ਜੀ ਜਨਵਰੀ, ਮਈ, ਸਤੰਬਰ ਤੇ ਦਸੰਬਰ। ਸਤੰਬਰ ਦਸੰਬਰ ਦੇ ਵਿੱਚ ਲੋਕਾਂ ਨੂੰ ਭੁਲੇਖਾ ਪੈਂਦਾ ਹੈ। ਹੁਣ ਜਿਹੜਾ ਲਾਸਟ ਵਾਲਾ ਪ੍ਰਸ਼ਨ ਆ ਨਾ, ਉਹ ਤੁਹਾਨੂੰ ਤੁਹਾਡੇ ਬਜ਼ੁਰਗਾਂ ਤੋਂ ਪਤਾ ਲੱਗੂਗਾ। ਬਾਕੀ ਉਹਦੇ ਉੱਪਰ ਮੈਂ ਇੱਕ ਪੂਰਾ ਲੈਕਚਰ ਲੈ ਕੇ ਆਊਂਗਾ, ਹੋ ਸਕਦਾ ਮੈਂ ਕੱਲ ਹੀ ਲੈਕਚਰ ਪਾ ਦੇਵਾਂ। ਬਹੁਤ ਸੋਹਣਾ ਇਹਦਾ ਆਨਸਰ ਦੱਸਦਾ ਮੈਂ। ਕਹਿੰਦਾ ਸਮੇਂ ਦੀ ਦੇਸੀ ਇਕਾਈ ਘੜੀ ਕਿੰਨੇ ਸਮੇਂ ਦੀ ਹੁੰਦੀ ਸੀ, ਹੁੰਦੀ ਹੈ? ਇਹ 24 ਮਿੰਟ ਦੀ ਹੁੰਦੀ ਹੈ ਰਾਜੇ। ਹੁਣ ਤੁਹਾਨੂੰ ਮੈਂ ਥੋੜੀ ਜਿਹੀ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ, ਜੇ ਮੈਂ ਜ਼ਿਆਦਾ ਡਿਟੇਲ 'ਚ ਚਲਾ ਗਿਆ ਤਾਂ ਬਹੁਤ ਟਾਈਮ ਲੱਗ ਜਾਊਗਾ। ਤੁਹਾਨੂੰ ਮੈਂ ਵੈਸੇ ਦੱਸਦਾ, ਪੁਰਾਣੇ ਟਾਈਮ ਤੇ ਕੀ ਹੁੰਦਾ ਸੀ ਨਾ, ਉਦੋਂ ਘੜੀਆਂ ਤਾਂ ਹੁੰਦੀਆਂ ਨਹੀਂ ਸੀਗੀਆਂ। ਜਿਹੜੀ ਅੱਖ ਦੀ ਪੁਤਲੀ ਸਮਝਦੇ, ਜਦੋਂ ਮੈਂ ਹੁਣ ਦੇਖੋ ਮੈਂ ਐਨਕ ਲਾਈ ਇੱਕ ਮਿੰਟ, ਹੁਣ ਦੇਖੋ ਜਿਵੇਂ ਅੱਖ ਦੀ ਪੁਤਲੀ ਹੈ, ਮੈਂ ਅੱਖ ਚਮਕਾਈ ਆਏ, ਅੱਖ ਚਮਕਾਉਣਾ, ਠੀਕ ਹੈ। ਜਿਵੇਂ ਹੁਣ ਤੁਹਾਨੂੰ ਦੱਸਦਾ, ਉਸ ਟਾਈਮ ਤੇ ਇੱਕ ਯੂਨਿਟ ਹੁੰਦਾ ਸੀ, ਉਹਨੂੰ ਕਹਿ ਦਿੰਦੇ ਸੀਗੇ ਨਿਮਕ, ਕਹਿ ਦਿੰਦੇ ਸੀਗੇ। ਨਿਮਕ ਦਾ ਮਤਲਬ ਕੀ ਹੁੰਦਾ ਸੀ ਕਿ ਅੱਖ ਦੀ ਪੁਤਲੀ ਦਾ ਝਪਕਣਾ, ਜਿੰਨਾ ਟਾਈਮ ਲੈਂਦੀ ਅੱਖ ਦੀ ਪੁਤਲੀ ਝਪਕਣ ਵਾਸਤੇ, ਉਹਨੂੰ ਕਹਿ ਦਿੰਦੇ ਸੀਗੇ ਨਿਮਕ, ਕਹਿ ਦਿੰਦੇ ਸੀਗੇ। ਹੁਣ ਜੇ 15 ਵਾਰ ਮੈਂ ਅੱਖ ਚਮਕਾਉਂਗਾ, ਧਿਆਨ ਨਾਲ ਸੁਣੀ ਜਾਇਓ, ਮੈਂ ਹਜੇ ਓਵਰਵਿਊ ਦੱਸ ਰਿਹਾ, ਸੰਖੇਪ ਵਿੱਚ ਦੱਸ ਰਿਹਾ। ਜੇ ਮੈਂ 15 ਵਾਰ ਅੱਖ ਚਮਕਾਉਂਦਾ ਸੀਗਾ, ਉਹਨੂੰ ਕਹਿ ਦਿੰਦੇ ਸੀਗੇ ਇੱਕ ਵਿਸਾ। ਕੀ ਕਹਿ ਦਿੰਦੇ ਸੀਗੇ? ਇੱਕ ਵਿਸਾ ਕਹਿ ਦਿੰਦੇ ਸੀਗੇ। ਹੁਣ ਜਿਹੜੇ 15 ਵਿਸੇ ਹੁੰਦੇ ਸੀਗੇ, ਅੱਗੇ ਸੁਣੀ ਜਾਇਓ, ਜਿਹੜੇ 15 ਵਿਸੇ ਹੁੰਦੇ ਸੀਗੇ, 15 ਵਿਸਿਆਂ ਨੂੰ ਮਿਲਾ ਕੇ ਕੀ ਬਣਦਾ ਸੀਗਾ? ਇੱਕ ਚਸਾ ਬਣਦਾ ਸੀਗਾ, ਠੀਕ ਹੈ। ਇਹ ਦੇਖੋ ਸਭ ਤੋਂ ਛੋਟਾ ਯੂਨਿਟ ਹੁੰਦਾ ਸੀਗਾ ਨਿਮਕ। 15 ਵਾਰ ਜੇ ਮੈਂ ਨਿਮਕ, 15 ਨਿਮਕ ਦੀ ਗੱਲ ਕਰੂੰਗਾ ਤਾਂ ਇੱਕ ਵਿਸਾ ਬਣਦਾ, 15 ਵਿਸਿਆਂ ਦੀ ਗੱਲ ਕਰੂੰਗਾ ਤਾਂ ਇੱਕ ਚਸਾ ਬਣਦਾ, ਠੀਕ ਹੈ ਜੀ। ਜੇ ਮੈਂ 30 ਚਸਿਆਂ ਦੀ ਗੱਲ ਕਰੂੰਗਾ, 30 ਚਸਿਆਂ ਦੀ ਗੱਲ ਕਰੂੰਗਾ ਤਾਂ ਇੱਕ ਪਲ ਬਣਦਾ, ਠੀਕ ਹੈ ਜੀ, ਇੱਕ ਪਲ, ਠੀਕ ਹੈ ਜੀ। ਹੁਣ ਸੁਣ, ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਜੇ ਮੈਂ 60 ਜਾਣੀ ਕਿ 60 ਪਲਾਂ ਦੀ ਗੱਲ ਕਰੂੰਗਾ, 60 ਪਲਾਂ ਦੀ ਕੀ ਬਣਦੀ ਸੀਗੀ? ਇੱਕ ਘੜੀ ਬਣਦੀ ਸੀਗੀ। 60 ਪਲਾਂ ਦੀ ਕੀ ਬਣਦੀ ਸੀ ਰਾਜੇ? ਇੱਕ ਘੜੀ ਬਣਦੀ ਸੀਗੀ, ਠੀਕ ਹੈ ਜੀ। ਹੁਣ ਅੱਗੇ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਜੇ ਮੈਂ 7.5 ਘੜੀਆਂ ਦੀ ਗੱਲ ਕਰੂੰਗਾ ਤਾਂ ਇੱਕ ਪੈਰ ਬਣਦਾ ਸੀਗਾ। ਕੀ ਬਣਦਾ ਸੀਗਾ? ਇੱਕ ਪੈਰ ਬਣਦਾ ਸੀਗਾ। ਜੇ ਮੈਂ ਕਹਾਂ 8 ਪੈਰ, 8 ਪੈਰ ਦਾ ਕੀ ਬਣਦਾ? ਇੱਕ ਦਿਨ ਤੇ ਰਾਤ। ਉਹ ਪੈਰ ਅੱਜ ਵੀ ਚੱਲਦਾ, ਆਪਾਂ ਕਹਿੰਦੇ ਨਾ ਮਹਾਰਾਜ ਅੱਗੇ ਅਰਦਾਸ ਕਰਦੇ ਆ ਵੀ 8 ਪੈਰਾਂ ਦੀ ਰਾਤ ਸੁੱਖਾਂ ਦੀ ਬਤੀਤ ਹੋਈ, ਜਾਂ ਦਿਨ ਸੁੱਖਾਂ ਦਾ ਬਤੀਤ ਹੋਵੇ। ਜਾਂ 8 ਸ਼ਾਮ ਨੂੰ ਅਰਦਾਸ ਕਰਦੇ ਆ ਵੀ 8 ਪੈਰਾਂ ਦਾ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤ ਸੁੱਖਾਂ ਦੀ ਬਤੀਤ ਹੋਵੇ। ਇਹ ਸਾਰੇ ਪੁਰਾਣੇ ਦੇਸੀ ਜਾਣੀ ਕਿ ਯੂਨਿਟ ਹੈਗੇ ਘੜੀਆਂ ਦੇ। ਇੱਥੇ ਤੁਸੀਂ 24 ਮਿੰਟ ਦੀ ਗੱਲ ਰੱਖ ਲਿਓ, ਨੋਟ ਕਰ ਲਿਓ। ਬਾਕੀ ਇਹ 24 ਮਿੰਟ ਕਿਵੇਂ ਆਏ ਆ, ਇਹ ਡਿਟੇਲ 'ਚ ਆਪਾਂ ਕਿਸੇ ਵੀਡੀਓ 'ਚ ਕਰਵਾ ਦਾਂਗੇ। ਬਾਕੀ ਪੇਪਰ ਏ ਦੀ ਤਿਆਰੀ ਤੁਹਾਨੂੰ ਕਰਨੀ ਪਊਗੀ। ਜੇ ਤੁਸੀਂ ਪੇਪਰ ਕੋਈ ਹਾਈ ਲੈਵਲ ਦਾ ਕਲੀਅਰ ਕਰਨਾ ਤਾਂ ਕਿਰਪਾ ਕਰਕੇ ਇਹਨੂੰ ਇਹ ਨਾ ਸਮਝੋ ਵੀ ਸਰ ਡਰਾ ਰਹੇ ਨੇ, ਠੀਕ ਹੈ। ਤੁਸੀਂ ਫ੍ਰੀ 'ਚ ਵੀ ਕਰ ਸਕਦੇ ਹੋ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਉੱਥੇ ਵੀ ਆਪਾਂ ਬਹੁਤ ਡਿਟੇਲ 'ਚ ਕਰਵਾਈਆਂ ਹੋਈਆਂ ਨੇ। 60-70 ਕਲਾਸਾਂ ਅੱਗੇ ਵੀ ਕਰਵਾਉਂਦੇ ਰਵਾਂਗੇ। ਬਾਕੀ ਜੇ ਤੁਸੀਂ ਕੋਰਸ ਲੈ ਸਕਦੇ ਹੋ, ਇੱਕ ਫਾਈਨੈਂਸ਼ੀਅਲੀ ਸਪੋਰਟ ਸਾਨੂੰ ਕਰਨਾ ਚਾਹੁੰਦੇ ਹੋ ਤਾਂ ਦੇਖੋ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ, 500 ਰੁਪਏ 'ਚ ਤੁਹਾਨੂੰ ਕੋਰਸ ਮਿਲ ਜੂਗਾ। ਤੁਸੀਂ ਇਸ ਨੰਬਰ ਤੇ ਕਾਲ ਕਰਨੀ ਹੋਊਗੀ ਤਾਂ 10 ਤੋਂ 5 ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। WhatsApp ਮੈਸੇਜ ਕਰਕੇ ਜਦੋਂ ਮਰਜ਼ੀ ਜਾਣਕਾਰੀ ਲੈ ਸਕਦੇ ਹੋ। ਜੇ ਡਾਇਰੈਕਟ ਐਪ ਤੇ ਜਾ ਕੇ ਖਰੀਦੋਗੇ ਤਾਂ 600 ਦਾ ਪਊਗਾ, ਅਗਰ ਸਾਡੇ ਥਰੂ ਖਰੀਦੋਗੇ ਤੁਹਾਨੂੰ 500 ਦਾ ਪਊਗਾ, ਠੀਕ ਹੈ। ਉਹ ਡਿਸਕਾਊਂਟ ਜਿਹੜਾ ਮੈਂ ਕਰਨਾ ਹੁੰਦਾ ਰਾਜੇ, ਮੈਂ ਆਪਣੀ ਪॉकेट ਚੋਂ ਕਰਨਾ ਹੁੰਦਾ, ਕਿਉਂਕਿ ਆਪਣਾ ਕਿਸੇ ਕੰਪਨੀ ਨਾਲ ਟਾਈ ਅਪ ਹੈ। ਸਾਰਾ ਸਿਸਟਮ ਤੁਹਾਨੂੰ ਪਤਾ ਹੀ ਹੈ ਐਪ ਦਾ। ਤਾਂ ਕਿਵੇਂ ਦੀ ਲੱਗੀ ਹੈ ਵੀਡੀਓ? ਜੇ ਤੁਹਾਨੂੰ ਲੱਗਿਆ ਵੀ ਮਿਹਨਤ ਕੀਤੀ ਹੈ ਤਾਂ ਜਰੂਰ ਲਾਈਕ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਕਮੈਂਟ ਕਰਕੇ ਜਰੂਰ ਆਨਸਰ ਕਰਨੇ ਨੇ। ਜੇ ਕੋਈ ਕਮੀ ਵਿੱਚ ਲੱਗੀ ਉਹ ਵੀ ਦੱਸਿਆ ਕਰੋ। ਮਹਾਰਾਜ ਕਿਰਪਾ ਕਰਨ, ਸਭ ਨੂੰ ਨੌਕਰੀ ਦੀ ਦਾਤ ਬਖਸ਼ਣ, ਸਰਬਤ ਦਾ ਭਲਾ ਬਾਬਾ ਮਿਹਰ ਕਰੇ।